ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ। ਸਰ ਅੱਜ ਕਿਹੜੀ ਬੁੱਕ ਪੜ੍ਹਾਉਣੀ ਜੀ? ਅੱਜ ਆਪਾਂ ਜਿਹੜਾ ਕੱਲ ਪੜ੍ਹ ਰਹੇ ਸੀ ਜੀ ਪੈਪਸੂ। ਸਰ ਮੈਂ ਪੜ੍ਹਿਆ ਸੀ, ਕੋਈ ਪਹਿਲੇ ਦਿਨ ਹੀ ਲਗਾ ਲਵਾਂਗਾ ਉਹ ਕੋਈ ਅੱਜ ਉਸ ਨੂੰ ਰਿਵਾਈਜ਼ ਹੀ ਕਰਨਾ ਹੈ ਜੋ ਪਹਿਲਾਂ ਪੜ੍ਹਿਆ ਸੀ ਕੱਲ। ਪੈਪਸੂ ਟੈਨੈਂਸੀ ਐਂਡ ਐਗਰੀਕਲਚਰ ਲੈਂਡ ਐਕਟ 1955। ਪੈਪਸੂ ਟੈਨੈਂਸੀ ਐਂਡ ਐਗਰੀਕਲਚਰ ਲੈਂਡ ਐਕਟ 1955। ਠੀਕ ਹੈ ਸਰ। मैं ऊपर नोट किया जी पहली बुक वो पढ़ांगे। कल आप शुरू की थी डेफिनेशन क्लास दी। हाँ जी स्टार्ट करिए जी दोबारा फिर गुड मॉर्निंग सारिਆਂ ਨੂੰ। ਅੱਜ ਅਸੀਂ ਪੜਾਂਗੇ ਜੀ ਪਹਿਲਾਂ ਰਿਵਾਈਜ਼ ਕਰਾਂਗੇ ਜੋ ਅਸੀਂ ਕੱਲ ਪੜਿਆ ਸੀ। ਕੱਲ ਅਸੀਂ ਪੜਿਆ ਸੀਗਾ ਪੈਪਸੂ ਟੈਨੈਂਸੀ ਐਗਰੀਕਲਚਰ ਲੈਂਡ ਐਕਟ 1955। ਅਸੀਂ ਪੇਪਰ ਨੰਬਰ 4 ਪੜ ਰਹੇ ਹਾਂ ਜੀ, ਜਿਹਦੇ ਵਿੱਚ ਪਹਿਲਾਂ ਅਸੀਂ ਰੈਗੂਲਰ ਡਿਸਕਸ ਕਰ ਰਹੇ ਹਾਂ 3 ਬੁੱਕਸ। ਪੰਜਾਬ ਐਕਟ 1953 ਤੇ ਦੂਜਾ ਹੈਗਾ ਇਹ ਪੈਪਸੂ ਐਕਟ 1955। ਜਿਹੜਾ ਪੰਜਾਬ ਐਕਟ ਸੀ ਉਹਦਾ ਨਾਮ ਸੀ ਪੂਰਾ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 1953। ਉਹ ਪਹਿਲਾਂ ਆਪਾਂ ਡਿਸਕਸ ਕੀਤੇ, ਉਹਦੀ ਡੈਫੀਨੇਸ਼ਨ ਕਲਾਸ ਵਗੈਰਾ ਡਿਸਕਸ ਕਰ ਚੁੱਕੇ ਹਾਂ। ਤੇ ਕੱਲ ਅਸੀਂ ਸਟਾਰਟ ਕਰ ਦਿੱਤਾ ਸੀਗਾ ਪੈਪਸੂ ਐਕਟ। ਪੈਪਸੂ ਐਕਟ ਮੀਨਸ ਪੈਪਸੂ ਟੈਨੈਂਸੀ ਐਂਡ ਪੈਪਸੂ ਟੈਨੈਂਸੀ ਐਂਡ ਐਗਰੀਕਲਚਰ ਲੈਂਡ ਐਕਟ 1955। ਇਹਦੇ ਨਾਲ ਹੀ ਐਕਟ ਹੈਗਾ ਪੰਜਾਬ ਲੈਂਡ ਰਿਫਾਰਮਸ ਐਕਟ 1972। ਇਹ ਤਿੰਨੋਂ ਜਿਹੜੇ ਐਕਟ ਨੇ ਜੀ ਇਹ ਇੰਟਰ ਰਿਲੇਟਡ ਹੈਗੇ ਨੇ। ਪਹਿਲੇ ਜਿਹੜੇ ਦੋ ਐਕਟ ਨੇ ਪੈਪਸੂ ਐਕਟ ਤੇ ਪੰਜਾਬ ਐਕਟ 1953, ਪੰਜਾਬ ਐਕਟ 1953 ਐਂਡ ਪੈਪਸੂ ਐਕਟ 1955, ਇਹ ਦੋਨੋਂ ਐਕਟ ਨਵਾਂ ਐਕਟ ਪੰਜਾਬ ਲੈਂਡ ਰਿਫਾਰਮਸ ਐਕਟ 1972 ਆਉਣ ਦੇ ਨਾਲ ਇਹ ਦੋਨੋਂ ਐਕਟ ਰਿਪੀਲ ਹੋ ਚੁੱਕੇ ਨੇ। ਪਰ ਫਿਰ ਵੀ ਆਪਾਂ ਨੂੰ ਨਵਾਂ ਐਕਟ ਪੜ੍ਹਨ ਦੀ ਖਾਤਰ ਇਹਨਾਂ ਦੋਨੋਂ ਐਕਟਾਂ ਨੂੰ ਦੇਖਣਾ ਜ਼ਰੂਰੀ ਹੈ, ਇਸ ਕਰਕੇ ਇਹ ਆਪਣੇ ਸਿਲੇਬਸ ਦੇ ਵਿੱਚ ਇਨਕਲੂਡਡ ਨੇ। ਤੇ ਕੱਲ ਅਸੀਂ ਡੈਫੀਨੇਸ਼ਨ ਕਲਾਸ ਪੜ੍ਹੀ ਸੀਗੀ ਪੈਪਸੂ ਐਕਟ ਦੀ, ਜਿਹਦੇ ਵਿੱਚ ਕੀ ਸੀਗਾ ਇਹ ਪੈਪਸੂ ਐਕਟ ਕਿਉਂ ਹੋਂਦ ਵਿੱਚ ਆਇਆ, ਇਹਦਾ ਕੀ ਕਾਰਨ ਸੀਗਾ, ਪੈਪਸੂ ਐਕਟ ਬਣਨ ਦਾ ਕਾਰਨ ਕੀ ਸੀਗਾ। ਪੈਪਸੂ ਐਕਟ ਸੀਗਾ ਜਿਹੜਾ ਇਹ ਪੈਪਸੂ ਸਟੇਟ ਸੀਗੀ, ਮੈਂ ਕੱਲ ਵੀ ਡਿਸਕਸ ਕੀਤਾ ਸੀਗਾ, ਪੰਜਾਬ ਸਟੇਟ ਦੇ ਵਿੱਚ ਜਿਹਨੂੰ ਕਿ ਈਸਟ ਪੰਜਾਬ ਕਿਹਾ ਜਾਂਦਾ ਸੀਗਾ ਉਸ ਵੇਲੇ। ਈਸਟ ਪੰਜਾਬ ਯਾਨੀ ਕਿ ਇੰਡੀਆ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਪਾਰਟ ਸੀ ਉਹਨੂੰ ਈਸਟ ਪੰਜਾਬ ਕਹਿੰਦੇ ਸੀਗੇ। ਜਿਹੜਾ ਪਾਕਿਸਤਾਨ ਦੇ ਵਿੱਚ ਪਾਰਟ ਸੀ ਪੰਜਾਬ ਦਾ ਉਹਨੂੰ ਵੈਸਟ ਪੰਜਾਬ ਕਿਹਾ ਜਾਂਦਾ ਸੀਗਾ ਉਸ ਸਮੇਂ। ਬਾਅਦ ਦੇ ਵਿੱਚ ਇਹਦਾ ਜਿਹੜਾ ਈਸਟ ਤੇ ਵੈਸਟ ਛੱਡ ਕੇ ਹੁਣ ਇਸ ਨੂੰ ਆਪਾਂ ਪੰਜਾਬ ਕਹਿੰਦੇ ਆ, ਪੰਜਾਬ ਸੂਬਾ ਕਹਿੰਦੇ ਆ, ਪਰ ਉਸ ਵੇਲੇ ਦੇ ਨਾਲ ਈਸਟ ਲੱਗਦਾ ਹੁੰਦਾ ਸੀਗਾ। ਤੇ ਇਹ ਐਕਟ ਹੋਂਦ ਵਿੱਚ ਕਿਉਂ ਆਇਆ, ਇਹਦਾ ਰੀਜ਼ਨ ਕੀ ਸੀਗਾ। ਪੰਜਾਬ ਸਟੇਟ ਸੀਗੀ ਜਿਹੜੀ, ਉਹਦਾ ਐਕਟ ਸੀ 1953 ਜਿਹੜਾ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ 2 ਦਿਨ ਪਹਿਲਾਂ। ਉਹ ਐਕਟ ਕਿੱਥੇ ਕਿੱਥੇ ਲਾਗੂ ਹੁੰਦਾ ਸੀਗਾ, ਜਿਹੜੀਆਂ ਪਟਿਆਲਾ ਰਿਆਸਤ ਜਾਂ ਪਟਿਆਲਾ ਰਿਆਸਤ ਦੇ ਨਾਲ ਜਿਹੜੀਆਂ ਸਟੇਟਾਂ ਸੀਗੀਆਂ ਜਿਹਦੇ ਬਾਰੇ ਆਪਾਂ ਕੱਲ ਡਿਸਕਸ ਕੀਤਾ ਸੀਗਾ, ਕਪੂਰਥਲਾ, ਫਰੀਦਕੋਟ, ਕਲਸੀਆ, ਮਲੇਰਕੋਟਲਾ, ਨਾਭਾ, ਸੰਗਰੂਰ, ਪਟਿਆਲਾ, ਠੀਕ ਹੈ ਜੀ। ਇਹ ਜਿਹੜੀਆਂ ਸਟੇਟਾਂ ਸੀਗੀਆਂ ਇਹਨਾਂ ਸਟੇਟਾਂ ਦੇ ਵਿੱਚ ਜਿਹਨੂੰ ਕੋਈ ਪੈਪਸੂ ਕਹਿੰਦੇ ਆਪਾਂ, ਪੈਪਸੂ ਦਾ ਪੂਰਾ ਮੀਨਿੰਗ ਹੈ ਦੁਬਾਰਾ ਕਈ ਸਾਥੀਆਂ ਨੇ ਪਹਿਲਾਂ ਕਲਾਸ ਨਹੀਂ ਸ਼ਾਇਦ ਅਟੈਂਡ ਕੀਤੀ ਹੋਵੇ। ਪੈਪਸੂ ਦਾ ਪੂਰਾ ਨਾਮ ਕੀ ਸੀਗਾ, ਪਟਿਆਲਾ ਈਸਟ ਪੰਜਾਬ ਸਟੇਟਸ ਯੂਨੀਅਨ,
यानी कि महाराजा पटियाला ने अपने कुछ गौंडी राजिਆਂ ਨੂੰ ਮਿਲਾ ਕੇ ਇੱਕ ਵੱਖਰੀ ਸਟੇਟ ਬਣਾ ਲਈ ਸੀ, ਵੱਖਰਾ ਸੂਬਾ ਬਣਾ ਲਿਆ ਸੀ, ਜਿਹਨੂੰ ਪੈਪਸੂ ਦਾ ਨਾਮ ਦਿੱਤਾ ਗਿਆ ਸੀਗਾ। ਪੈਪਸੂ ਦਾ ਵੱਖਰਾ ਸੀਐਮ ਸੀਗਾ, ਪੈਪਸੂ ਵੱਖਰੀ ਸਰਕਾਰ ਸੀ, ਵੱਖਰੇ ਦੇ ਐਕਟ ਸੀਗੇ। ਜਦੋਂ 53 ਐਕਟ ਬਣਿਆ ਸੀਗਾ, ਉਹ ਐਕਟ 53 ਓਨਲੀ ਐਗਜ਼ੀਕਿਊਟ ਹੁੰਦਾ ਸੀਗਾ, ਲਾਗੂ ਹੁੰਦਾ ਸੀ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਇਹ ਰਿਆਸਤੀ ਇਲਾਕਿਆਂ ਤੋਂ ਬਾਹਰ ਦੇ ਪਿੰਡ ਸੀਗੇ, ਬਾਹਰ ਦੇ ਇਲਾਕੇ ਸੀਗੇ ਪੰਜਾਬ ਦੇ। 53 ਦਾ ਜਿਹੜਾ ਐਕਟ ਸੀਗਾ ਰਿਆਸਤਾਂ ਦੇ ਏਰੀਆ 'ਚ ਲਾਗੂ ਨਹੀਂ ਸੀ ਹੁੰਦਾ, ਇਸ ਕਰਕੇ 53 ਦੇ ਐਕਟ ਦੇ ਪੈਰਲਲ ਪੈਪਸੂ ਸਟੇਟ ਵੱਲੋਂ ਵੀ ਇੱਕ ਆਪਣਾ ਐਕਟ ਬਣਾਇਆ ਗਿਆ, ਜਿਹਨੂੰ ਆਪਾਂ ਪੈਪਸੂ ਐਕਟ ਬੋਲਦੇ ਹਾਂ। 55 ਜਿਹਦਾ ਨਾਮ ਹੈਗਾ ਪੈਪਸੂ ਟੈਨੈਂਸੀ ਐਂਡ ਐਗਰੀਕਲਚਰ ਲੈਂਡ ਐਕਟ। ਇਹ ਐਕਟ ਬਣਿਆ ਕਿਉਂ? ਇਹ ਐਕਟ ਬਣਾਉਣ ਦਾ ਕਾਰਨ ਕੀ ਸੀਗਾ? ਇੱਕ ਤਾਂ ਕਾਰਨ ਇਹ ਸੀਗਾ ਵੀ ਵੱਖਰੀ ਸਟੇਟ ਸੀ, ਵੱਖਰੀ ਸਟੇਟ ਨੂੰ ਆਪਦਾ ਵੱਖਰਾ ਐਕਟ ਚਾਹੀਦਾ ਸੀਗਾ। ਦੂਜਾ ਕਾਰਨ ਇਹਦਾ ਇਹ ਸੀਗਾ ਵੀ ਇਹ ਜਿਹੜੇ ਟੈਨੈਂਟ ਸੀਗੇ ਉਸ ਵੇਲੇ ਟੈਨੈਂਟ ਵੱਡੇ ਲੈਂਡ ਓਨਰ ਜ਼ਿਆਦਾ ਹੁੰਦੇ ਸੀ, ਟੈਨੈਂਟਸ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀਗੀ। ਟੈਨੈਂਟਸ ਦੇ ਜਿਹੜੇ ਰਾਈਟ ਸੀਗੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਖਾਤਰ ਇਹ ਐਕਟ ਬਣਾਇਆ ਗਿਆ। ਸਮੇਂ-ਸਮੇਂ ਤੇ ਬਹੁਤ ਜ਼ਿਆਦਾ ਉਹਨਾਂ ਦੀਆਂ ਐਜੈਕਟਮੈਂਟਸ ਹੁੰਦੀਆਂ ਸੀਗੀਆਂ, ਲੈਂਡ ਓਨਰ ਦੇ ਤੇ ਟੈਨੈਂਟਸ ਦੇ ਡਿਸਪਿਊਟ ਬਹੁਤ ਜ਼ਿਆਦਾ ਚੱਲਦੇ ਸੀ, ਜਿਹਦੇ ਕਰਕੇ ਟੈਨੈਂਸੀ ਐਕਟ ਬਣਾਇਆ ਹੋਇਆ ਸੀਗਾ। ਟੈਨੈਂਸੀ ਐਕਟ 1887 ਨੂੰ ਬਣਾਇਆ ਹੋਇਆ ਸੀਗਾ। ਉਸ ਦੇ ਅਧੀਨ ਵੀ ਵਾਰੰਟ ਜਾਰੀ ਹੁੰਦੇ ਸੀ, ਐਜੈਕਟਮੈਂਟਸ ਹੁੰਦੀਆਂ ਸੀਗੀਆਂ ਟੈਨੈਂਟਸ ਦੀਆਂ। ਫਿਰ ਉਹ ਟੈਨੈਂਟਸ ਕਿੱਥੇ ਜਾਂਦੇ ਸੀ, ਕਿੱਥੇ ਨਹੀਂ ਜਾਂਦੇ ਸੀ, ਉਹ ਖੇਤੀ ਕਿਵੇਂ ਅਸਲ ਦੇ ਵਿੱਚ ਤਾਂ ਉਹ ਖੇਤੀਬਾੜੀ ਕਰਨ ਵਾਲੇ ਬੰਦੇ ਸੀਗੇ। ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਦੀ ਖਾਤਰ ਜਿਹੜਾ ਇਹ ਐਕਟ ਬਣਾਇਆ ਗਿਆ ਤਾਂ ਕਿ ਉਹਨਾਂ ਨੂੰ ਦੁਬਾਰਾ ਰੀਸੈਟਲ ਕੀਤਾ ਜਾਵੇ। ਉਹਨਾਂ ਦੇ ਜਿਹੜੇ ਓਨਰ ਸੀ, ਵੱਡੇ ਲੈਂਡ ਓਨਰ ਸੀ, ਵੱਡੇ ਲੈਂਡ ਓਨਰ ਤੋਂ ਪ੍ਰਾਪਰਟੀਆਂ ਲੈ ਕੇ ਤੇ ਉਹ ਜਿਹੜੇ ਐਗਰੀਕਲਚਰਿਸਟ ਸੀਗੇ ਵਿਅਕਤੀ ਜਿਹੜੇ ਟੈਨੈਂਟ ਕਹਾਉਂਦੇ ਸੀਗੇ ਉਹਨਾਂ ਨੂੰ ਪ੍ਰਾਪਰਟੀਆਂ ਦਿੱਤੀਆਂ ਜਾਣ, ਜਿਹਨੇ ਕਿ ਉਹਨਾਂ ਦੇ ਜਿਹੜੇ ਹੱਕ ਸੀਗੇ ਉਹਨਾਂ ਨੂੰ ਸੇਵ ਕਰਨ ਦੀ ਖਾਤਰ ਜਿਹੜਾ ਇਹ ਐਕਟ ਹੈ ਹੋਂਦ ਵਿੱਚ ਆਇਆ। ਠੀਕ ਹੈ ਜੀ। ਆਪਾਂ ਇਹਦੀ ਡੈਫੀਨੇਸ਼ਨ ਕਲਾਸ ਪੜ੍ਹ ਰਹੇ ਸੀਗੇ। ਡੈਫੀਨੇਸ਼ਨ ਕਲਾਸ ਪੜ੍ਹ ਰਹੇ ਸੀਗੇ ਸੈਕਸ਼ਨ 2 ਪੈਪਸੂ ਟੈਨੈਂਸੀ ਐਕਟ ਦੀ ਡੈਫੀਨੇਸ਼ਨ ਕਲਾਸ ਸੈਕਸ਼ਨ 2 ਨਿਕਾਲ ਲਓ ਜੀ। ਕੱਲ ਆਪਾਂ ਇਹ ਪੜ੍ਹਿਆ ਸੀ, ਅੱਜ ਇਹਨੂੰ 2 ਮਿੰਟ ਦੇ ਲਈ ਰਿਵਾਈਜ਼ ਕਰਾਂਗੇ। ਇਹਦੇ ਵਿੱਚ ਕੀ ਸੀਗਾ? ਪਹਿਲਾ ਸਬਸੈਕਸ਼ਨ ਕੀ ਸੀਗਾ? ਅਲੋਟੀ ਕੌਣ ਹੁੰਦੇ ਆ? ਜਦੋਂ ਕੋਈ ਵਿਅਕਤੀ ਉਸ ਸਮੇਂ ਕਿਤੋਂ ਉਜੜ ਕੇ ਰੀਸੈਟਲ ਹੋ ਗਏ ਜਾਂ ਡਿਸਟਰਬੈਂਸਸ ਹੋਈਆਂ ਸੀਗੀਆਂ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਇੰਟਰਨਲ ਡਿਸਟਰਬੈਂਸ ਜਿਵੇਂ ਕੁਝ ਪਾਕਿਸਤਾਨ ਚਲੇ ਗਏ, ਕੁਝ ਉਧਰੋਂ ਇੱਧਰ ਆ ਗਏ, ਜਿਹੜੇ ਅਲੋਟੀ ਸੀਗੇ। ਜਦੋਂ ਕੋਈ ਜ਼ਮੀਨ ਕਿਤੇ ਆਪਣੀ ਛੱਡ ਕੇ ਘਰ-ਬਾਰ ਛੱਡ ਕੇ ਕਿਤੇ ਆਦਾ ਸੀ, ਜਦੋਂ ਉਹਨੂੰ ਜ਼ਮੀਨ ਅਲੋਟ ਕੀਤੀ ਜਾਂਦੀ ਸੀ ਉਹਨੂੰ ਅਲੋਟੀ ਕਿਹਾ ਜਾਂਦਾ ਸੀਗਾ। ਉਹਦੇ ਪਰਿਵਾਰ ਦੇ ਮੈਂਬਰ ਵੀ ਅਲੋਟੀ ਹੀ ਕਹਾਉਂਦੇ ਸੀ ਜੇ ਉਹਦੀ ਡੈਥ ਆਪਦੀ ਹੋ ਜਾਂਦੀ ਸੀ। ਠੀਕ ਹੈ ਜੀ। ਦੂਸਰਾ ਪੁਆਇੰਟ ਸੀਗਾ ਬੀ ਕਲੌਜ਼। ਸੈਕਸ਼ਨ 2 ਦੀ ਕਲੌਜ਼ ਬੀ ਸੀ ਬੰਜਰ ਲੈਂਡ। ਬੰਜਰ ਲੈਂਡ ਕੀ ਹੈ? ਬੰਜਰ ਲੈਂਡ ਜਿਹੜੀ 4 ਸਾਲ ਤੋਂ ਲਗਾਤਾਰ ਐਗਰੀਕਲਚਰ ਪਰਪਸ ਲਈ ਯੂਜ਼ ਨਾ ਕੀਤੀ ਗਈ ਹੋਵੇ, ਉਸ ਲੈਂਡ ਨੂੰ ਅਸੀਂ ਬੰਜਰ ਲੈਂਡ ਕਹਿੰਦੇ ਆ। ਇਹਦੀਆਂ ਅੱਗੇ ਕਲੌਜ਼ਸ ਹੈਗੀਆਂ ਨੇ, ਫਿਰ ਆਪਾਂ ਉਦੋਂ ਡਿਸਕਸ ਕਰਾਂਗੇ ਜਦੋਂ ਆਪਾਂ ਅਗਲਾ ਰਿਲੇਟਡ ਆਪਣਾ ਚੈਪਟਰ ਪੜਾਂਗੇ, ਪੇਪਰ ਪੜਾਂਗੇ। ਬੰਜਰ ਲੈਂਡ, ਬੰਜਰ ਜ਼ਮੀਨ ਵਗੈਰਾ ਵਗੈਰਾ। ਠੀਕ ਹੈ ਜੀ। ਤੇ ਨੈਕਸਟ ਹੈ ਡਬਲ ਵੀ ਕਲੌਜ਼। ਡਬਲ ਵੀ ਕੀ? ਕਲੈਕਟਰ ਹੈ। ਕਲੈਕਟਰ ਦੀ ਪਰਿਭਾਸ਼ਾ ਅਸਲ 'ਚ ਕਿੱਥੇ ਦਿੱਤੀ ਗਈ ਹੈ? ਕਲੈਕਟਰ ਦੀ ਪਰਿਭਾਸ਼ਾ ਦਿੱਤੀ ਗਈ ਹੈ ਅਸਲ ਦੇ ਵਿੱਚ ਪੰਜਾਬ ਲੈਂਡ ਰੈਵਨਿਊ ਐਕਟ ਸੈਕਸ਼ਨ 6 ਹੈ ਜੀ। ਸੈਕਸ਼ਨ 6 ਦੇ ਵਿੱਚ ਕਲਾਸਿਸ ਆਫ ਦਾ ਰੈਵਨਿਊ ਆਫੀਸਰ ਦਿੱਤੀਆਂ ਗਈਆਂ, ਜਿੱਥੇ ਦੱਸਿਆ ਗਿਆ ਵੀ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਕੌਣ ਹੁੰਦਾ ਹੈ, ਅਸਿਸਟੈਂਟ ਕਲੈਕਟਰ ਸੈਕੰਡ ਗ੍ਰੇਡ ਕੌਣ ਹੁੰਦਾ ਹੈ, ਕਲੈਕਟਰ ਕੌਣ ਹੁੰਦਾ ਹੈ, ਕਮਿਸ਼ਨਰ ਕੌਣ ਹੁੰਦਾ ਹੈ, ਤੇ ਫਾਈਨੈਂਸ਼ੀਅਲ ਕਮਿਸ਼ਨਰ ਕੌਣ ਹੁੰਦਾ ਹੈ, ਕਲੈਕਟਰ ਜਿਹੜਾ ਡਿਪਟੀ ਕਮਿਸ਼ਨਰ ਹੁੰਦਾ ਉਸਨੂੰ ਕਲੈਕਟਰ ਕਿਹਾ ਜਾਂਦਾ ਹੈ। ਇਹ ਤੁਸੀਂ ਜਾ ਕੇ ਉੱਥੋਂ ਵੀ ਲਿਖ ਸਕਦੇ ਹੋ। ਤੇ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਲੈਕਟਰ ਕੌਣ ਹੁੰਦਾ ਹੈ। ਉਹ ਤੁਸੀਂ ਇਹਦੀ ਜਿਹੜੀ ਪਰਿਭਾਸ਼ਾ ਹੈਗੀ ਥੋੜੀ ਨੰਬਰਾਂ ਦੇ ਮੁਤਾਬਕ ਲਿਖ ਕੇ ਦੇਣੀ ਹੈ, ਕਿੰਨੇ ਨੰਬਰ ਤੱਕ ਜਿਹੜਾ ਤੁਹਾਡਾ ਕੁਐਸਚਨ ਹੈਗਾ ਉਹਦੇ ਅਕੋਰਡਿੰਗ ਤੁਸੀਂ ਇਹਦੀ ਜਿਹੜੇ ਹੈਗਾ ਆਨਸਰ ਦੇਣਾ ਹੁੰਦਾ। ਕਮਿਸ਼ਨਰ ਕੌਣ ਹੈ ਇਹ ਵੀ ਉੱਥੇ ਹੀ ਦਿੱਤਾ ਹੋਇਆ ਸੈਕਸ਼ਨ 6 ਦੇ ਵਿੱਚ ਪੰਜਾਬ ਲੈਂਡ ਐਕਟ ਦੇ ਵਿੱਚ। ਨੈਕਸਟ ਸੀਗਾ ਵੈਕਿਊ ਲੈਂਡ। ਇਹ ਹੈਗੀ ਜੀ, ਇਹ ਸੀਗੀ ਡੀ ਕਲੌਜ਼। ਡੀ ਕਲੌਜ਼ ਹੈ ਵੈਕਿਊ ਲੈਂਡ। ਵੈਕਿਊ ਲੈਂਡ ਕੀ ਹੁੰਦੀ ਹੈ? ਦੇਖੋ ਵੈਕਿਊ ਜਿਹੜਾ ਵਰਡ ਹੈ, ਵੈਕਿਊ ਵਰਡ ਹੈਗਾ ਪਰਸਨ। ਵੈਕਿਊ ਪਰਸਨ ਵੀ ਹੋ ਸਕਦਾ ਹੈ, ਵੈਕਿਊ ਲੈਂਡ ਵੀ ਹੋ ਸਕਦੀ ਹੈ। ਵੈਕਿਊ ਪਰਸਨ ਕੌਣ ਨੇ? ਜਿਹੜੇ ਬੰਦੇ ਉਦੋਂ ਡਿਸਟਰਬੈਂਸ ਹੋਈ, ਉਦੋਂ ਇੰਡੀਆ ਪਾਕਿਸਤਾਨ ਬਣਿਆ, 2 ਕੰਟਰੀ ਬਣੇ। ਠੀਕ ਹੈ ਜੀ। ਉਦੋਂ ਡਿਸਟਰਬੈਂਸਸ ਹੋਈਆਂ, ਕੁਝ ਲੋਕ ਇੱਧਰ ਗਏ, ਕੁਝ ਉੱਧਰੋਂ ਆਏ, ਕੁਝ ਸਾਡੇ ਕੰਟਰੀ ਦੇ ਵਿੱਚ ਵੀ ਸਟੇਟਸ ਚੇਂਜ ਹੋ ਕੇ ਆਏ, ਕੁਝ ਇੱਧਰੋਂ ਪੰਜਾਬ ਤੋਂ ਕਿਤੇ ਹੋਰ ਪਾਸੇ ਚਲੇ ਗਏ, ਕੁਝ ਹੋਰ ਸਟੇਟਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਆਏ। ਇਹ ਜਿਹੜੇ ਲੋਕ ਸੀਗੇ ਜਿਹੜੇ ਆਪਣੀਆਂ ਜ਼ਮੀਨਾਂ ਛੱਡ ਕੇ, ਆਪਣੇ ਰਾਈਟ ਛੱਡ ਕੇ, ਸਭ ਕੁਝ ਛੱਡ ਆ ਕੇ ਕਿਤੇ ਕਿਤੇ ਹੋਰ ਜਾ ਕੇ ਸੈਟਲ ਹੁੰਦੇ ਸੀ, ਇਹਨਾਂ ਨੂੰ ਅਸੀਂ ਵੈਕਿਊ ਕਹਿੰਦੇ ਸੀਗੇ। ਇਹਨਾਂ ਲੋਕਾਂ ਨੂੰ ਜਿਹੜੀ ਜ਼ਮੀਨ ਅਲਾਟ ਕੀਤੀ ਜਾਂਦੀ ਸੀਗੀ ਜਾਂ ਇਹ ਜ਼ਮੀਨ ਕਿਤੇ ਛੱਡ ਕੇ ਆ ਜਾਂਦੇ ਸੀ, ਉਹ ਵੈਕਿਊ ਪ੍ਰਾਪਰਟੀ ਖਾਂਦੇ ਸੀਗੀ, ਵੈਕਿਊ ਲੈਂਡ ਕਹਿੰਦੇ ਸੀ ਉਸਨੂੰ ਅਸੀਂ। ਠੀਕ ਹੈ ਜੀ। ਇਹ ਜਿਹੜੀ ਲੈਂਡ ਸੀਗੀ ਇਹਦਾ ਫਿਰ ਐਡਮਿਨਿਸਟ੍ਰੇਸ਼ਨ ਕਿਵੇਂ ਕੀਤੀ ਗਈ?
ਵੈਕਿਊ ਪ੍ਰਾਪਰਟੀ ਨੂੰ ਕਿਵੇਂ ਐਡਮਿਟ ਕੀਤਾ ਗਿਆ, ਕਿਵੇਂ ਇਹਦਾ ਪ੍ਰਬੰਧ ਕੀਤੇ ਗਏ। ਇਹਦੇ ਪ੍ਰਬੰਧ ਦੇ ਲਈ ਦੇਖੋ ਮੈਂ ਪਹਿਲਾਂ ਵੀ ਦੱਸਿਆ ਸੀਗਾ, ਇਹ ਉਸ ਸਮੇਂ ਇਹ ਵਾਲਾ ਐਕਟ ਬਣਾਇਆ ਗਿਆ, ਐਡਮਿਨਿਸਟ੍ਰੇਸ਼ਨ ਆਫ ਵੈਕਿਊ ਪ੍ਰਾਪਰਟੀ ਐਕਟ 1950। ਇਸ ਐਕਟ ਦੇ ਤਹਿਤ ਬੰਦਿਆਂ ਨੂੰ ਡੈਜ਼ਿਗਨੇਟ ਕੀਤਾ ਗਿਆ ਵੀ ਕਿਹੜੇ ਬੰਦੇ ਵੈਕਿਊ ਨੇ ਤੇ ਕਿਹੜੀਆਂ ਪ੍ਰਾਪਰਟੀਆਂ ਵੈਕਿਊ ਲੈਂਡਸ ਹੈਗੀਆਂ ਨੇ, ਕਿਹਨਾਂ ਲੋਕਾਂ ਨੂੰ ਇਹ ਪ੍ਰਾਪਰਟੀਆਂ ਫਰਦਰ ਅਲਾਟ ਕੀਤੀਆਂ ਜਾਣੀਆਂ ਨੇ। ਠੀਕ ਹੈ ਜੀ। ਨੈਕਸਟ ਆਪਾਂ ਪੜਿਆ ਸੀਗਾ ਖਾਨਾ ਦਮਾਦ, ਇਹ ਈ ਕਲਾਸ ਸੀਗੀ। ਖਾਨਾ ਦਮਾਦ ਆਪਾਂ ਨੂੰ ਸਾਰਿਆਂ ਨੂੰ ਪੰਜਾਬੀ ਆਪਾਂ ਪਿੰਡਾਂ ਦੇ ਰਹਿਣ ਵਾਲੇ ਆ ਜ਼ਿਆਦਾਤਰ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਖਾਨਾ ਦਮਾਦ ਕੀ ਹੁੰਦਾ ਹੈ, ਜਿਹਨੂੰ ਘਰ ਜਵਾਈ ਕਹਿ ਦਿੰਦੇ ਆ। ਖਾਨਾ ਦਮਾਦ ਉਸ ਵਿਅਕਤੀ ਦੇ ਉਸ ਲੈਂਡ ਓਨਰ ਦੇ ਘਰ ਰਹਿੰਦਾ ਹੈ, ਉਹਦੀ ਵਾਈਫ ਜਿਹੜੀ ਲੜਕੀ ਹੈ ਉਹਦੀ ਨਾਲ ਸ਼ਾਦੀ ਉਹਦੀ ਹੁੰਦੀ ਹੈ, ਉਹ ਉਸਨੂੰ ਐਜ਼ ਏ ਸਨ ਟ੍ਰੀਟ ਕਰਦਾ ਹੈ। ਜਿਹੜਾ ਮਾਲਕ ਹੁੰਦਾ ਲੜਕੀ ਦਾ ਫਾਦਰ ਹੁੰਦਾ ਹੈ, ਉਸਨੂੰ ਐਜ਼ ਏ ਸਨ ਟ੍ਰੀਟ ਕਰਦਾ ਹੈਗਾ। ਠੀਕ ਹੈ ਜੀ। ਨੈਕਸਟ ਅਸੀਂ ਪੜਿਆ ਸੀਗਾ ਐਫ ਕਲੌਜ਼, ਉਹਦੇ ਵਿੱਚ ਸੀਗਾ ਲੈਂਡ ਓਨਰ ਅਲਾਟੀ ਵੀ ਹੋ ਸਕਦਾ ਹੈ, ਮੌਰਗੇਜ ਵਿਦ ਪੋਜੈਸ਼ਨ ਵੀ ਹੋ ਸਕਦਾ ਹੈ। ਲੈਂਡ ਓਨਰ ਇਜ਼ ਦਾ ਪਰਸਨ ਹੂ ਪੇਜ਼ ਦਾ ਲੈਂਡ ਰੈਵਨਿਊ, ਇਹਦੀ ਪਰਿਭਾਸ਼ਾ ਵੀ ਅਸੀਂ ਪੰਜਾਬ ਲੈਂਡ ਰੈਵਨਿਊ ਐਕਟ ਦੇ ਵਿੱਚ ਦੱਸੀ ਗਈ ਹੈ, ਉੱਥੋਂ ਵੀ ਲਿਖ ਸਕਦੇ ਆ। ਸਾਨੂੰ ਜਵਾਨੀ ਵੀ ਪਤਾ ਹੋਣਾ ਚਾਹੀਦਾ ਹੈ। ਇਹਨਾਂ ਗੱਲਾਂ ਲਈ ਸਰ ਦੇਖੋ ਸਾਨੂੰ ਨਾ ਬੁੱਕਸ ਖੋਲਣ ਦੀ ਲੋੜ ਨਾ ਪਵੇ, ਤਾਂ ਸਾਡਾ ਟਾਈਮ ਜਿਹੜਾ ਵੇਸਟ ਹੈ ਬੁੱਕਸ ਖੋਲਣ ਦੇ ਟਾਈਮ ਵੇਸਟ ਨਾ ਹੋਵੇ। ਤੁਹਾਨੂੰ ਇਹਨਾਂ ਦੀ ਜਵਾਨੀ ਇਹ ਜਿਹੜੀਆਂ ਲੈਂਡ ਓਨਰ ਟੇਨੈਂਟ ਹੈ ਜੀ, ਇਹ ਜਿਹੜੇ ਡੈਫੀਨੇਸ਼ਨ ਨੇ ਤੁਹਾਨੂੰ ਜਵਾਨੀ ਯਾਦ ਹੋਣੀ ਚਾਹੀਦੀਆਂ ਨੇ। ਲੈਂਡ ਓਨਰ ਕੌਣ ਹੈ? ਸਿੰਪਲ ਜੀ ਗੱਲ, ਲੈਂਡ ਓਨਰ is the person who pays the land revenue. He may be allotee, he may be mortgage with possession. ठीक है जी, ਇਹ ਹੋ ਸਕਦੇ ਆ। ਨੈਕਸਟ ਕੀ ਸੀ ਆਪਾਂ ਪੜਿਆ ਸੀ ਜੀ ਕਲੌਜ਼ ਕੀ ਦਾ ਕਲਟੀਵੇਟ ਪਰਸਨਲੀ। ਇਹ ਵਰਡ ਕਿਉਂ ਯੂਜ਼ ਹੁੰਦਾ ਸੀਗਾ ਕਲਟੀਵੇਟ ਪਰਸਨਲੀ? ਮਤਲਬ ਇਹ ਇਸ ਕਰਕੇ ਯੂਜ਼ ਹੁੰਦਾ ਸੀ ਵੀ ਕੋਈ ਮਾਲਕ ਜਿਹੜਾ ਵੱਡਾ ਲੈਂਡ ਓਨਰ ਸੀਗਾ ਉਸ ਨੂੰ ਆਪਣੀ ਕੁਝ ਪ੍ਰਾਪਰਟੀ ਰਿਜ਼ਰਵ ਰੱਖਣ ਦਾ ਅਧਿਕਾਰ ਸੀਗਾ। ਮਤਲਬ ਕਿਹੜੀ ਪ੍ਰਾਪਰਟੀ ਰੱਖ ਸਕਦਾ ਸੀ ਉਹ? ਆਪਣੇ ਜੇ ਉਹਦੀ ਜ਼ਮੀਨ 30 ਸਟੈਂਡਰਡ ਏਕੜ ਤੋਂ ਜ਼ਿਆਦਾ ਸੀ ਤਾਂ ਉਹ ਕੁਝ ਰਕਬਾ ਪਰਸਨਲੀ ਤੌਰ ਤੇ ਰਿਜ਼ਰਵ ਕਰ ਸਕਦਾ ਸੀ ਵੀ ਇਸ ਰਕਬੇ ਦੇ ਵਿੱਚੋਂ ਮੈਂ ਸਰਪਲਸ ਰਕਬਾ ਨਹੀਂ ਦੇਣਾ, ਵੀ ਮੇਰਾ ਇਸ ਰਕਬੇ ਦੇ ਵਿੱਚੋਂ ਰਕਬਾ ਸਰਪਲਸ ਨਾ ਡਿਕਲੇਅਰ ਕੀਤਾ ਜਾਵੇ, ਕਿਉਂਕਿ ਇਟ ਇਜ਼ ਮਾਈ ਪਰਸਨਲ ਪ੍ਰਾਪਰਟੀ। ਮੈਂ ਇਸ ਨੂੰ ਕਲਟੀਵੇਟ ਕਰਦਾ ਪਰਸਨਲੀ ਤੌਰ ਤੇ, ਖੁਦ ਮੈਂ ਕਲਟੀਵੇਟ ਕਰਦਾ। ਖੁਦ ਪਰਸਨਲੀ ਦੀ ਜਿਹੜੀ ਡੈਫੀਨੇਸ਼ਨ ਹੈ ਉਹਦੇ ਵਿੱਚ ਕੀ ਹੁੰਦਾ, ਉਹਦੇ ਫੈਮਿਲੀ ਮੈਂਬਰਸ ਵੀ ਕਲਟੀਵੇਟ ਕਰ ਸਕਦੇ ਆ। ਉਹ ਬਾਏ ਜਿਹੜੀ ਲੇਬਰ ਹੈ ਉਹਦੀ ਪਰਸਨਲ ਲੇਬਰ ਦੇ ਤੌਰ ਤੇ ਵੀ ਕਲਟੀਵੇਟ ਕਰ ਸਕਦਾ ਹੈ। ਆਪਣੇ ਕਿਸੇ ਰਿਸ਼ਤੇਦਾਰ ਦੀ ਜਿਹੜੀ ਲੇਬਰ ਹੈ ਉਹਨੂੰ ਬੁਲਾ ਕੇ ਵੀ ਕਲਟੀਵੇਟ ਕਰ ਸਕਦਾ ਹੈ, ਜਾਂ ਟੈਂਪਰੇਰੀ ਹਾਇਰ ਲੇਬਰ ਦੇ ਨਾਲ ਵੀ ਉਹ ਕਲਟੀਵੇਸ਼ਨ ਕਰ ਸਕਦਾ ਹੈ। ਇਸ ਨੂੰ ਕਲਟੀਵੇਸ਼ਨ ਪਰਸਨਲ ਦੀ ਜਿਹੜੀ ਪਰਿਭਾਸ਼ਾ ਦੇ ਵਿੱਚ ਜੁੜਿਆ ਗਿਆ ਹੈਗਾ। ਨੈਕਸਟ ਹੈ ਸਟੈਂਡਰਡ ਏਕੜ, ਆਈ ਕਲੌਜ਼ ਡੈਫੀਨੇਸ਼ਨ ਕਲੌਜ਼ ਸੈਕਸ਼ਨ 2 ਦੀ ਆਈ ਕਲੌਜ਼ ਸੀਗੀ। ਸਟੈਂਡਰਡ ਏਕੜ ਦੀ ਜਿਹੜੀ ਕੀਮਤ ਹੁੰਦੀ ਹੈ ਜੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, 16 ਆਨੇ ਕੀਮਤ ਦੇ ਰਕਬੇ ਨੂੰ ਅਸੀਂ ਸਟੈਂਡਰਡ ਏਕੜ ਕਹਿੰਦੇ ਆ। ਜੇ ਕੋਈ 4 ਕਿੱਲੇ ਜ਼ਮੀਨ ਹੈਗੀ ਹੈ 25 ਆਨੇ 4 ਆਨੇ ਕੀਮਤ ਦੀ ਤਾਂ ਉਹ ਇੱਕ ਸਟੈਂਡਰਡ ਰਕਬਾ ਬਣ ਜਾਂਦਾ ਹੈ। 4 ਏਕੜ ਜ਼ਮੀਨ 4 ਆਨੇ ਕੀਮਤ ਇੱਕ ਸਟੈਂਡਰਡ ਰਕਬਾ ਬਣ ਜਾਏਗਾ। 2 ਕਿੱਲੇ ਜ਼ਮੀਨ 8 ਆਨੇ ਕੀਮਤ 1 ਏਕੜ ਇੱਕ ਸਟੈਂਡਰਡ ਰਕਬਾ ਬਣ ਜਾਏਗਾ। ਜੇ ਕੋਈ ਜ਼ਮੀਨ 16 ਆਨੇ ਕੀਮਤ ਦੀ ਹੈ ਤਾਂ ਉਹ ਇੱਕ ਸਟੈਂਡਰਡ ਏਕੜ ਕਹਾਏਗੀ ਆਪਣੇ ਆਪ ਦੇ ਵਿੱਚ ਹੀ। ਠੀਕ ਹੈ ਜੀ। ਇਹਦੇ ਵਿੱਚ ਮੈਂ ਕੱਲ ਦੱਸਿਆ ਸੀ 38 ਪੇਜ ਤੇ ਇਸ ਬੁੱਕ ਦੇ ਵਿੱਚ ਵੀ ਡਿਟੇਲ ਦਿੱਤੀ ਗਈ ਹੈ ਵੀ ਸਟੈਂਡਰਡ ਏਕੜ ਤੋਂ ਜੇ ਤੁਸੀਂ ਆਰਡੀਨਰੀ ਏਕੜ ਨੂੰ ਸਟੈਂਡਰਡ ਏਕੜ ਚ ਕਨਵਰਟ ਕਰਨਾ ਹੋਵੇ, ਆਰਡੀਨਰੀ ਏਕੜ ਨੂੰ ਸਟੈਂਡਰਡ ਏਕੜ ਚ ਕਨਵਰਟ ਕਰਨਾ ਹੋਵੇ ਤਾਂ ਤੁਸੀਂ ਕਿਵੇਂ ਕਰੋਗੇ। ਇਸ ਬੁੱਕ ਦੇ ਵਿੱਚ 38 ਪੇਜ ਦੇ ਉੱਪਰ ਡਿਟੇਲ ਚ ਲਿਖਿਆ ਹੋਇਆ ਹੈ। ਜੇ ਤੁਹਾਨੂੰ ਜ਼ਿਆਦਾ ਨੰਬਰ ਦਾ ਕੁਐਸਚਨ ਆ ਜਾਂਦਾ ਹੈ, ਮੰਨ ਲਓ 10 ਨੰਬਰ ਦਾ ਕੁਐਸਚਨ ਆ ਜਾਂਦਾ ਹੈ, ਤਾਂ ਜਿਹੜਾ ਇਹਦਾ 38 ਪੇਜ ਆ ਤੁਸੀਂ ਪੂਰਾ ਲਿਖ ਦੋਗੇ ਤਾਂ ਤੁਹਾਡੇ ਸਫੀਸ਼ੀਐਂਟ ਹੈਗਾ। ਪਰ ਜੇ 2 ਨੰਬਰ ਦਾ ਕੁਐਸਚਨ ਹੁੰਦਾ ਫਿਰ ਤੁਸੀਂ ਜ਼ਿਆਦਾ ਲੰਬਾ ਚੌੜਾ ਨਹੀਂ ਲਿਖਣਾ, ਫਿਰ ਤੁਸੀਂ ਇਹੀ ਲਿਖਣਾ ਵੀ ਜਿਹੜੀ ਸਟੈਂਡਰਡ ਏਕੜ ਦੀ ਜਿਹੜੀ ਹੈਗੀ ਪਰਿਭਾਸ਼ਾ ਹੈਗੀ ਹੈ ਆ ਕਲੌਜ਼ ਪਾ ਕੇ ਲਿਖ ਦੇਣਾ ਵੀ ਜਿਹੜੀ 16 ਆਨੇ ਕੀਮਤ ਦੀ ਜਿਹੜੀ ਜ਼ਮੀਨ ਹੈ ਉਸ ਨੂੰ ਸਟੈਂਡਰਡ ਏਕੜ ਕਿਹਾ ਜਾਂਦਾ ਹੈ। ਜੇ ਆਰਡੀਨਰੀ ਏਕੜ ਨੂੰ ਅਸੀਂ 16 ਆਨੇ ਦੀ ਕੀਮਤ ਕਨਵਰਟ ਕਰ ਦਈਏ ਤਾਂ ਸਟੈਂਡਰਡ ਏਕੜ ਬਣ ਜਾਂਦਾ ਹੈ। ਠੀਕ ਹੈ ਜੀ। ਅੱਗੇ ਅਸੀਂ ਪੜ੍ਹਿਆ ਸੀ ਸਟੇਟ ਕੀ ਹੈ। ਦੇਖੋ ਇੱਥੇ ਸਟੇਟ ਆਫ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਆਪਾਂ, ਐਕਟ ਪੜ੍ਹ ਰਹੇ ਹਾਂ ਪੈਪਸੂ। ਇੱਥੇ ਜਿਹੜੀ ਸਟੇਟ ਹੈ ਉਹ ਪੈਪਸੂ ਹੈ, ਪਟਿਆਲਾ ਈਸਟ ਪੰਜਾਬ ਸਟੇਟ ਯੂਨੀਅਨ। ਇਹਨੂੰ ਅਸੀਂ ਪੈਪਸੂ ਨੂੰ ਅਸੀਂ ਸਟੇਟ ਕਹਾਂਗੇ। ਇੱਥੇ ਇਹ ਜਿਹੜਾ ਐਕਟ ਹੈ ਇਹ ਲਾਗੂ ਹੁੰਦਾ ਓਨਲੀ ਇਨ ਦਾ ਸਟੇਟ ਆਫ ਪੈਪਸੂ। ਠੀਕ ਹੈ ਜੀ। ਨੈਕਸਟ ਅਸੀਂ ਪੜਿਆ ਸੀਗਾ ਕੇ ਕਲੌਜ਼, ਉਸੀ ਟੇਨੈਂਟ ਦੀ ਪਰਿਭਾਸ਼ਾ ਦੇਖੋ। ਫਿਰ ਅਸੀਂ ਗੱਲ ਕਰਦੇ ਹਾਂ ਵੀ ਟੇਨੈਂਟ ਦੇ ਲਈ ਸਪੈਸ਼ਲ ਟੈਨੈਂਸੀ ਐਕਟ ਬਣਿਆ ਹੋਇਆ 1887, ਉਹਦੀ ਜਿਹੜੀ ਪਰਿਭਾਸ਼ਾ ਹੈਗੀ ਹੈ ਉਹ ਡਿਟੇਲ ਦੇ ਵਿੱਚ ਉੱਥੇ ਦਿੱਤੀ ਹੈ। ਪਰ ਅਸੀਂ ਇਹ ਨਹੀਂ ਲਿਖਦੇ ਨਾ ਵੀ ਉੱਥੋਂ ਦੇਖੋ ਪੜੋ, ਉੱਥੋਂ ਦੇਖ ਕੇ ਲਿਖੋ ਨਾ, ਉਹ ਸਮਝੀ ਜਾਵੇ। ਇਹ ਵੀ ਨਹੀਂ ਕਹਿਣਾ ਅਸੀਂ ਡੈਫੀਨੇਸ਼ਨ ਜੇ ਸਾਨੂੰ ਆਉਂਦੀ ਹੈ ਤਾਂ ਅਸੀਂ ਡੈਫੀਨੇਸ਼ਨ ਲਿਖਣੀ ਹੈ। ਠੀਕ ਹੈ ਜੀ।
ਟੇਨੈਂਟ ਕੌਣ ਹੁੰਦਾ? ਟੇਨੈਂਟ ਹੂ ਪੇਜ਼ ਦਾ ਰੈਂਟ। ਸਿੰਪਲ ਜੀ ਗੱਲ, ਇੱਕੋ ਹੀ ਤੁਹਾਡੀ ਵਰਡ ਹੋਣਾ ਚਾਹੀਦਾ, ਦਿਮਾਗ ਤੁਹਾਡੇ ਹੋਣਾ ਚਾਹੀਦਾ ਹੈ। ਟੇਨੈਂਟ ਕੌਣ ਹੁੰਦਾ ਹੈ? ਹੂ ਪੇਜ਼ ਦਾ ਰੈਂਟ ਟੂ ਦਾ ਲੈਂਡ ਓਨਰ ਇਨ ਲਿeu ਆਫ ਦਾ ਲੈਂਡ possessed by him। ਜਿਹੜੀ ਜ਼ਮੀਨ ਉਹਦੇ ਕੋਲੇ ਬਾਹਰ ਹੈ, ਕਾਸ਼ਤ ਕਰ ਰਿਹਾ ਹੈ ਕਿਸੇ ਮਾਲਕ ਦੀ, ਜੋ ਉਸ ਨੂੰ ਰੈਂਟ ਅਦਾ ਕਰਦਾ ਹੈ, ਤਾਂ ਉਹ ਟੇਨੈਂਟ ਹੁੰਦਾ ਹੈ। ਇਹਦੇ ਵਿੱਚ ਕੀ ਹੁੰਦਾ ਹੈ? ਪਰ ਇਹਦੇ ਵਿੱਚ ਜਿਹੜੇ ਆਕੂਪੈਂਸੀ ਟੇਨੈਂਟ ਨੂੰ ਥੋੜਾ ਦੇਖੋ, ਧਿਆਨ ਚ ਰੱਖਣ ਵਾਲੀ ਗੱਲ ਹੈਗੀ ਹੈ। ਜੇ ਤੁਹਾਨੂੰ ਕਦੇ ਕੁਐਸਚਨ ਆ ਜਾਏ ਵੀ ਕੀ ਆਕੂਪੈਂਸੀ ਟੇਨੈਂਟ ਨੂੰ ਤੁਸੀਂ ਟੇਨੈਂਟ ਕਹੋਗੇ? ਨੋ। ਆਕੂਪੈਂਸੀ ਟੇਨੈਂਟ ਕੋਲੇ ਜਿਹੜੇ ਓਨਰਸ਼ਿਪ ਰਾਈਟਸ ਹੁੰਦੇ ਆ, ਉਹਨੂੰ ਪ੍ਰੋਪਰਾਈਟਰੀ ਰਾਈਟਸ ਮਿਲ ਜਾਂਦੇ ਨੇ ਆਕੂਪੈਂਸੀ ਟੇਨੈਂਟ ਨੂੰ। ਇਸ ਕਰਕੇ ਉਹ ਜਸਤੇ ਓਨਰ ਬਣ ਜਾਂਦਾ, ਮਾਲਕ ਬਣ ਜਾਂਦਾ ਜ਼ਮੀਨ ਦਾ। ਇਸ ਕਰਕੇ ਅਸੀਂ ਆਕੂਪੈਂਸੀ ਟੇਨੈਂਟ ਨੂੰ, ਜੇ ਸਾਡੇ ਤੋਂ ਕੋਈ ਵਧੀਆ ਐਗਜ਼ਾਮੀਨਰ ਟੇਢਾ ਕੁਐਸਚਨ ਪੁੱਛ ਲਵੇ ਵੀ ਤੁਸੀਂ ਕੀ ਆਕੂਪੈਂਸੀ ਟੇਨੈਂਟ ਨੂੰ ਟੇਨੈਂਟ ਦੀ ਪਰਿਭਾਸ਼ਾ ਚ ਜੋੜਦੇ ਜਾਂ ਨਹੀਂ ਜੋੜਦੇ, ਤਾਂ ਅਸੀਂ ਕਹਾਂਗੇ ਨੋ, ਆਕੂਪੈਂਸੀ ਟੇਨੈਂਟ ਇਜ਼ ਨਾਟ ਅ ਟੇਨੈਂਟ। ਇਸੇ ਤਰ੍ਹਾਂ ਜੇ ਕੋਈ ਕਿਸੇ ਟੇਨੈਂਟ ਦਾ ਕੋਈ ਰਿਸ਼ਤੇਦਾਰ ਹੋਵੇ, ਉਹ ਜ਼ਮੀਨ ਵਾਹ ਰਿਹਾ ਹੋਵੇ, ਅਸੀਂ ਉਹਨੂੰ ਵੀ ਟੇਨੈਂਟ ਨਹੀਂ ਕਹਾਂਗੇ। ਠੀਕ ਹੈ ਜੀ। ਇਹਦੇ ਨਾਲ ਜਿਹੜੀ ਡੈਫੀਨੇਸ਼ਨ ਕਲਾਸ ਸੀ ਉਹ ਖਤਮ ਹੋ ਜਾਂਦੀ ਹੈ। ਆਪਾਂ ਫਰਦਰ ਇਹ ਤੋਂ ਪੜ੍ਹਨਾ ਸੀਗਾ ਪਰਮਿਸਿਬਲ ਏਰੀਆ। ਆਪਾਂ ਪਰਮਿਸਿਬਲ ਏਰੀਆ ਡਿਸਕਸ ਕੀਤਾ ਸੀ ਪਹਿਲਾਂ ਪੰਜਾਬ ਐਕਟ ਦਾ। ਪੰਜਾਬ ਐਕਟ ਦੇ ਵਿੱਚ ਕੀ ਸੀਗਾ? 30 ਸਟੈਂਡਰਡ ਏਕੜ ਦੇ ਬਾਰੇ ਤਾਂ ਗੱਲ ਕੀਤੀ ਗਈ ਸੀਗੀ, ਕਿਉਂਕਿ ਇਹ ਐਕਟ ਵੀ ਉਹਨਾਂ ਦਿਨਾਂ 'ਚ ਹੀ ਬਣਿਆ। ਇਹਦੇ ਵਿੱਚ ਵੀ 30 ਸਟੈਂਡਰਡ ਏਕੜ ਦੀ ਗੱਲ ਕੀਤੀ ਹੈ, ਪਰ ਥੋੜਾ ਡਿਫਰੈਂਸ ਇਹਦੇ ਵਿੱਚ ਆ ਜਾਂਦਾ ਹੈ ਦੋਨਾਂ ਐਕਟਾਂ ਦੇ ਵਿੱਚ। ਪੰਜਾਬ ਐਕਟ ਕੁਝ ਹੋਰ ਕਹਿੰਦਾ ਹੈ, ਉਹਦੀਆਂ ਜਿਹੜੇ ਕੰਡੀਸ਼ਨਸ ਕੁਝ ਹੋਰ ਨੇ, ਤੇ ਇਹਦੇ ਵਿੱਚ ਕੁਝ ਕੰਡੀਸ਼ਨਸ ਹੋਰ ਨੇ। ਉਹਦੇ ਵਿੱਚ ਤਾਂ ਸੀਗਾ 30 ਸਟੈਂਡਰਡ ਏਕੜ ਬੰਦਾ ਰੱਖ ਸਕਦਾ ਹੈ, ਪਰ ਜਦੋਂ ਅਸੀਂ ਇਹਨੂੰ ਕਨਵਰਟ ਕਰਦੇ ਹਾਂ ਤਾਂ ਮੈਕਸਿਮਮ 60 ਏਕੜ ਰੱਖ ਸਕਦਾ ਹੈ। ਇਹ ਪੰਜਾਬ ਐਕਟ ਕਹਿੰਦਾ ਸੀਗਾ। ਇਹਦੇ ਵਿੱਚ ਕੀ ਹੈ ਡੈਫੀਨੇਸ਼ਨ? ਇਹਦੀ ਸੈਕਸ਼ਨ 3 ਪਰਮਿਸਿਬਲ ਲਿਮਟ। ਪਰਮਿਸਿਬਲ ਲਿਮਟ ਇਹਦੇ ਵਿੱਚ ਕੀ ਹੈ? ਇਹ 'ਚ 30 ਸਟੈਂਡਰਡ ਏਕੜ ਉਨੀ ਲਿਮਟ ਰੱਖੀ ਹੈ ਜਿੰਨੀ ਪੰਜਾਬ ਐਕਟ 'ਚ ਰੱਖੀ ਗਈ ਸੀ ਵੀ ਕੋਈ ਵੀ ਵਿਅਕਤੀ, ਕੋਈ ਵੀ ਲੈਂਡ ਓਨਰ 30 ਸਟੈਂਡਰਡ ਏਕੜ ਰਕਬਾ ਰੱਖ ਸਕਦਾ ਹੈ। ਪਰ ਜੇਕਰ ਇਸ ਨੂੰ ਅਸੀਂ ਕਨਵਰਟ ਕਰ ਦਈਏ 30 ਸਟੈਂਡਰਡ ਏਕੜਸ ਨੂੰ, ਉਹਦੇ ਕੋਲ ਅਲੱਗ-ਅਲੱਗ ਕੀਮਤ ਦੀਆਂ ਜ਼ਮੀਨਾਂ ਹੋਣ, ਕੋਈ ਜ਼ਮੀਨ 4 ਆਨੇ ਕੀਮਤ ਦੀ ਹੋਵੇ, ਕੋਈ 8 ਆਨੇ ਕੀਮਤ ਦੀ ਹੋਵੇ, ਕੋਈ 6 ਆਨੇ ਕੀਮਤ ਦੀ ਹੋਵੇ, ਕੋਈ 2 ਆਨੇ ਕੀਮਤ ਦੀ ਹੋਵੇ, ਇਹ ਸਾਰੀ ਕੀਮਤਾਂ ਜੋੜ ਲਈਏ, ਜੇ ਰਕਬਾ 30 ਸਟੈਂਡਰਡ ਏਕੜ ਦੇ ਅੰਡਰ ਹੀ ਰਹੇ, ਪਰ ਕਿੱਲੇ ਵੱਧ ਜਾਣ 80 ਤੋਂ ਜ਼ਿਆਦਾ। ਠੀਕ ਹੈ ਜੀ। ਕਿੱਲੇ ਤਾਂ ਹੁਣ ਉਹਦੇ ਕੋਲ 100 ਦੇ ਆਸ-ਪਾਸ, ਪਰ ਰਕਬਾ 30 ਸਟੈਂਡਰਡ ਏਕੜ ਤੋਂ ਘੱਟ ਹੀ ਹੋਵੇ, ਤਾਂ ਅਸੀਂ ਉਹਨੂੰ 100 ਕਿੱਲੇ ਨਹੀਂ ਦੇ ਸਕਦੇ। ਆਪਾਂ ਇਹ ਸੋਚਾਂਗੇ ਰਕਬਾ ਤਾਂ ਦੇਣਾ 30 ਸਟੈਂਡਰਡ ਏਕੜ, ਪਰ ਇੱਥੇ 30 ਸਟੈਂਡਰਡ ਏਕੜ ਦੀ ਸ਼ਰਤ ਲਾਗੂ ਨਹੀਂ ਹੁੰਦੀ। ਇੱਥੇ ਇੱਕ ਕੰਡੀਸ਼ਨ ਲੱਗ ਜਾਂਦੀ ਹੈ ਵੀ ਉਹਨੂੰ ਨਾਰਮਲ ਕਿੱਲੇ ਜੇ ਹੈਗੇ ਨੇ ਉਹਦੇ ਕੋਲੇ ਮੈਕਸਿਮਮ 80 ਏਕੜ ਦੇ ਸਕਦੇ ਹਾਂ। ਠੀਕ ਹੈ ਜੀ। ਪੰਜਾਬ ਐਕਟ ਦੇ ਵਿੱਚ ਮੈਕਸਿਮਮ 60 ਏਕੜ ਦੇ ਸਕਦੇ ਸੀਗੇ, ਇਹਦੇ ਵਿੱਚ ਉਹਨੇ 20 ਕਿੱਲੇ ਵਧਾ ਦਿੱਤੇ, ਤੇ ਇਹਦੇ ਵਿੱਚ ਅਸੀਂ ਮੈਕਸਿਮਮ 80 ਏਕੜ ਦੇ ਸਕਦੇ ਹਾਂ। ਠੀਕ ਹੈ। ਅਦਰਵਾਈਜ਼ 30 ਸਟੈਂਡਰਡ ਏਕੜ ਰਕਬਾ ਦਿੱਤਾ ਜਾ ਸਕਦਾ ਹੈ। ਜੇ 80 ਕਿੱਲੇ ਤੋਂ ਵੱਧ ਜਾਵੇ ਤਾਂ ਉਹਦੀ ਬਾਕੀ ਜ਼ਮੀਨ ਕੱਟ ਲਈ ਜਾਏਗੀ। ਦੂਸਰੀ ਗੱਲ ਹੈਗੀ ਹੈ ਪ੍ਰੋਵਾਈਡਡ ਦੈਟ ਇਨ ਦਾ ਕੇਸ ਆਫ ਅਲੋਟੀ। ਦੇਖੋ ਇਹ ਤਾਂ ਨਾਰਮਲ ਵਿਅਕਤੀ ਦੀ ਗੱਲ ਸੀਗੀ, ਜੇ ਕੋਈ ਨਾਰਮਲ ਵਿਅਕਤੀ ਨੂੰ ਅਸੀਂ ਜ਼ਮੀਨ ਅਲੋਟ ਕਰਦੇ ਹਾਂ ਤਾਂ 30 ਸਟੈਂਡਰਡ ਏਕੜ ਜ਼ਮੀਨ ਦਿੰਨੀ ਹੈ, ਪਰ ਜੇ ਕੋਈ ਡਿਸਪਲੇਸਡ ਪਰਸਨ ਦਿੰਦੇ ਹਾਂ ਅਸੀਂ ਜ਼ਮੀਨ ਅਲੋਟ ਕਰਦੇ ਹਾਂ ਅਲੋਟੀ ਨੂੰ, ਜਿਹੜਾ ਕਿਤੋਂ ਉਜੜ ਕੇ ਆਇਆ ਹੈਗਾ, ਜੇ ਉਹਨੂੰ ਅਸੀਂ ਜ਼ਮੀਨ ਅਲੋਟ ਕਰਦੇ ਹਾਂ ਤਾਂ ਜੇਕਰ 40 ਸਟੈਂਡਰਡ ਏਕੜ ਜ਼ਮੀਨ ਕੋ ਜੇਕਰ who has been allotted land exceeding 40 standard acres, ਜੇ ਉਹਨੂੰ 40 ਕਿੱਲਿਆਂ ਤੋਂ ਵੱਧ ਜ਼ਮੀਨ ਅਲੋਟ ਕੀਤੀ ਜਾਂਦੀ ਹੈ, ਪਰ ਜੇ ਉਹ 40 ਕਿੱਲੇ ਜ਼ਮੀਨ ਅਲੋਟ ਹੋਣ ਤੋਂ ਬਾਅਦ ਜੇ ਉਹ ਜਿਹੜੀ ਨਾਰਮਲ ਉਹਨੂੰ ਕਨਵਰਟ ਕਰਦੇ ਆ ਤਾਂ ਉਹ 100 ਏਕੜ ਤੋਂ ਵੱਧ ਜਾਂਦੀ ਹੈ, ਤਾਂ ਵਾਧੂ ਰਕਬਾ ਨਹੀਂ ਉਹਨੂੰ ਦਿੱਤਾ ਜਾਏਗਾ, ਮੈਕਸਿਮਮ 100 ਏਕੜ ਦਿੱਤੇ ਜਾਣਗੇ। ਮਤਲਬ ਇਹ ਗੱਲ ਕਰ ਲਈ ਆਪਾਂ ਵੀ ਆਰਡਨਰੀ ਏਕੜਸ ਮੈਕਸਿਮਮ 80 ਆਮ ਵਿਅਕਤੀ ਨੂੰ, ਤੇ ਜੇ ਕੋਈ ਅਲੋਟੀ ਹੈ ਮਤਲਬ ਉਜੜ ਕੇ ਆਇਆ ਵਿਅਕਤੀ ਹੈ ਉਹਨੂੰ ਰੀਸੈਟਲ ਕਰਨਾ ਸਰਕਾਰ ਦੇ, ਤਾਂ ਉਸ ਨੂੰ 100 ਏਕੜ ਤੱਕ ਦਿੱਤੀ ਜਾ ਸਕਦੀ ਹੈ। ਪਰ ਜਿਹੜੀ 40 ਸਟੈਂਡਰਡ ਏਕੜ ਦੀ ਜਿਹੜੀ ਲਿਮਟ ਹੈ, 30 ਸਟੈਂਡਰਡ ਏਕੜ ਦੀ ਲਿਮਟ ਵੀ ਹੈ, ਉਹ ਵੀ ਲਾਗੂ ਰਹੇਗੀ। ਇੱਥੇ ਇਹਨੂੰ ਕਿਹਾ ਵੀ 40 ਸਟੈਂਡਰਡ ਏਕੜ ਤੋਂ ਜੇ ਵੱਧ ਰਕਬਾ ਦਿੱਤਾ ਗਿਆ, ਅਲੋਟੀ ਲਈ ਲਿਮਟ ਜ਼ਿਆਦਾ ਹੈਗੀ ਹੈ, ਇਹਨੂੰ ਮੈਕਸਿਮਮ 100 ਏਕੜ ਤੱਕ ਦੇ ਸਕਦੇ ਆ। Who has been allotted in the case of ਫਿਰ ਅਲੋਟੀ ਦੀ ਗੱਲ ਕਰਦਾ ਹੈ, ਜੇ ਉਸ ਨੂੰ ਅਲੋਟ ਕੀਤਾ ਗਿਆ 30 ਸਟੈਂਡਰਡ ਏਕੜ ਤੋਂ ਜ਼ਿਆਦਾ ਰਕਬਾ, ਪਰ 40 ਸਟੈਂਡਰਡ ਏਕੜ ਤੋਂ ਘੱਟ ਦਿੱਤਾ ਗਿਆ ਤਾਂ ਜਿੰਨਾ ਮਰਜ਼ੀ ਬਣਦਾ ਹੈ ਤਾਂ ਉਸ ਨੂੰ ਉਹ ਜ਼ਮੀਨ ਹੈ ਇਕੁਅਲ ਟੂ ਦਾ ਏਰੀਆ ਲੈਂਡ ਅਲੋਟਡ ਟੂ ਹਿਮ, ਜਿੰਨੀ ਉਹਨੂੰ ਲੈਂਡ ਅਲੋਟ ਕੀਤੀ ਗਈ ਹੈ ਤਾਂ ਉਹ ਉਹਨੂੰ ਦਿੱਤੀ ਜਾਏਗੀ, ਉੱਥੇ ਸ਼ਰਤ ਲਾਗੂ ਨਹੀਂ ਹੁੰਦੀ। ਇਹ ਕਹਿੰਦੇ ਵੀ ਜਿਹੜੀ ਇਹ ਸ਼ਰਤ ਹੈਗੀ ਹੈ, ਜੇ ਕੋਈ ਕਿਸੇ ਅਲੋਟ ਦੀ ਡੈਥ ਹੋ ਜਾਂਦੀ ਹੈ ਤਾਂ ਉਹਦੇ ਵਾਰਸਾਂ ਦੀ ਵੀ ਲਾਗੂ ਹੁੰਦੀ ਹੈ। ਠੀਕ ਹੈ ਜੀ। ਫਾਰ ਕੰਪਿਊਟਿੰਗ ਅੱਗੇ ਸਬਸੈਕਸ਼ਨ 2 ਹੈਗਾ 3 ਦਾ, ਫਾਰ ਦਾ ਪਰਪਸ ਆਫ ਕੰਪਿਊਟਿੰਗ ਦਾ ਪਰਮਿਸਿਬਲ ਲਿਮਟ ਅੰਡਰ ਸਬਸੈਕਸ਼ਨ 1
ਇਹ ਵੀ ਕੋਈ ਹੋ ਸਕਦਾ ਹੈ, ਕੋਈ ਲੋਟੀ ਵੀ ਹੋ ਸਕਦਾ ਹੈ, ਕੁਛ ਉਹਦੀ ਆਪਦੀ ਜ਼ਮੀਨ ਵੀ ਹੋ ਸਕਦੀ ਹੈ, ਕੁਛ ਉਹਨੇ ਪਰਚੇਜ ਕਰ ਲਈ ਹੋਵੇ, ਉਹਦੀ ਆਪਦੀ ਓਨਰਸ਼ਿਪ ਬਣ ਜਾਂਦੀ ਹੈ, ਕੁਛ ਉਹਨੂੰ ਅਲਾਟ ਕੀਤੀ ਗਈ ਹੋਵੇ, ਤਾਂ ਦੋਨੋਂ ਜ਼ਮੀਨਾਂ ਨੂੰ ਅੰਡਰ ਕੰਸੀਡਰੇਸ਼ਨ ਰੱਖਿਆ ਜਾਏਗਾ। ਜੇ ਕੰਪਿਊਟ ਕਰਾਂਗੇ ਅਸੀਂ ਤਾਂ ਇਹ ਨਹੀਂ ਹੈਗਾ ਵੀ ਤਾਂ ਇਹਨੇ ਖਰੀਦੀ ਵੀ ਹੈ, ਨਹੀਂ, ਇਹਨੂੰ ਵਿੱਚ ਨਹੀਂ ਜੋੜਨਾ। ਜਿਹੜੀ ਲਿਮਟ ਹੈ, ਲਿਮਟ ਦੇਖਣ ਦੀ ਖਾਤਰ ਜੇ ਕੋਈ ਮਾਲਕ ਹੈਗਾ, ਜੇ ਕੋਈ ਅਲਾਟੀ ਹੈਗਾ, ਉਹਦੀ ਕੁਛ ਪਰਸਨਲ ਲੈਂਡ ਵੀ ਹੈ, ਉਹਨੇ ਕਿਸੇ ਤਰੀਕੇ ਨਾਲ ਪਰਚੇਜ ਕੀਤੀ ਹੈ, ਤੇ ਜਿਹੜੀ ਜ਼ਮੀਨ ਉਹਨੂੰ ਅਲਾਟ ਕੀਤੀ ਹੈ, ਦੋਨਾਂ ਜ਼ਮੀਨਾਂ ਨੂੰ ਕੰਸੀਡਰ ਕਰਕੇ ਹੀ ਉਹਦੀ ਜਿਹੜੀ ਲਿਮਟ ਹੈਗੀ ਹੈ, ਮਤਲਬ ਆਰਡਨਰੀ ਏਕੜ 100 ਉਹ ਦੇਖੀ ਜਾਏਗੀ। ਨੈਕਸਟ ਹੈਗਾ ਆਕੂਪੈਂਸੀ ਟੈਨੈਂਟ। ਜੇ ਕੋਈ ਆਕੂਪੈਂਸੀ ਟੈਨੈਂਟ ਕੋਲ ਜ਼ਮੀਨ ਹੈ, land occupied by occupancy tenant shall not be included in the holding of the landowner। देखो ਆਪਾਂ ਪਹਿਲਾਂ ਗੱਲ ਕਰਕੇ ਆ, ਮੈਂ ਹੁਣੇ 2 ਮਿੰਟ ਪਹਿਲਾਂ ਗੱਲ ਕਰੀ ਆ ਆਪਾਂ ਨੇ ਵੀ ਜੇ ਕੋਈ ਕਿਸੇ ਆਕੂਪੈਂਸੀ ਟੈਨੈਂਟ ਕੋਲ ਕੋਈ ਜ਼ਮੀਨ ਹੈਗੀ ਹੈ, ਉਹ ਮਾਲਕ ਦੀ ਜ਼ਮੀਨ ਨਹੀਂ ਮੰਨੀ ਜਾਏਗੀ। ਠੀਕ ਹੈ, ਉਹਦੀ ਉਹ ਜੇ ਉਹਨੂੰ ਅਸੀਂ ਕੋਈ ਹੋਰ ਜ਼ਮੀਨ ਅਲਾਟ ਕਰ ਰਹੇ ਹਾਂ ਤਾਂ ਜਿਹੜੀ ਉਹਦੀ ਲਿਮਟ ਹੈ ਦੇਖਣ ਵਾਸਤੇ, ਉਹ ਲਿਮਟ ਦੇ ਵਿੱਚ ਜਿਹੜੀ ਆਕੂਪੈਂਸੀ ਟੈਨੈਂਟ ਦੇ ਕਬਜ਼ੇ ਵਿੱਚ ਜ਼ਮੀਨ ਹੈ, ਉਹ ਲਿਮਟ ਦੇ ਵਿੱਚ ਇਨਕਲੂਡ ਨਹੀਂ ਹੋਏਗੀ। ਕਿਉਂਕਿ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਵੀ ਜਿਹੜੀ ਆਕੂਪੈਂਸੀ ਟੈਨੈਂਟ ਦੀ ਜਿਹੜੀ ਲੈਂਡ ਹੈ, ਉਹ ਆਕੂਪੈਂਸੀ ਟੈਨੈਂਟਸ ਦੇ ਹੀ ਓਨਰਸ਼ਿਪ ਰਾਈਟਸ ਉਹਨੂੰ ਮਿਲ ਜਾਂਦੇ ਆ, ਉਹੀ ਉਹਨੂੰ ਮਾਲਕ ਪ੍ਰਜੂਮ ਕੀਤਾ ਜਾਂਦਾ ਹੈ। ਜੇ ਕਿਸੇ ਅਸੀਂ ਟੈਨੈਂਟ ਨੂੰ ਕੋਈ ਲੈਂਡ ਅਲਾਟ ਕਰਦੇ ਆ ਤਾਂ ਆਕੂਪੈਂਸੀ ਟੈਨੈਂਟ ਹੈ ਉਹ, ਤਾਂ ਉਹਦੀ ਲਿਮਟ ਦੇ ਵਿੱਚ ਇਹ ਆਏਗੀ। ਮਾਲਕ ਚਾਹੇ ਕੋਈ ਵੀ ਹੋਵੇ ਉਸ ਜ਼ਮੀਨ ਦਾ, ਪਰ ਆਕੂਪੈਂਸੀ ਟੈਨੈਂਟ ਦੇ ਕਬਜ਼ੇ ਦੇ ਵਿੱਚ ਜੇ ਕੋਈ ਲੈਂਡ ਹੋਵੇ ਤਾਂ ਉਹਨੂੰ ਸਰਕਾਰ ਵੱਲੋਂ ਕੋਈ ਹੋਰ ਜ਼ਮੀਨ ਅਲਾਟ ਕੀਤੀ ਜਾ ਰਹੀ ਹੋਵੇ, ਤਾਂ ਜਿਹੜੀ ਲਿਮਟ ਹੈ, ਮੈਕਸਿਮਮ ਲਿਮਟ ਦੇਖਣ ਦੀ ਖਾਤਰ ਉਹਦੇ ਕਬਜ਼ੇ ਦੀ ਨਾਲ ਐਜ਼ ਏ ਆਕੂਪੈਂਸੀ ਟੈਨੈਂਟ ਉਹਦੇ ਕਬਜ਼ੇ ਦੀ ਜਿਹੜੀ ਜ਼ਮੀਨ ਹੈ ਉਹਨੂੰ ਵੀ ਨਾਲ ਕੰਸੀਡਰ ਕੀਤਾ ਜਾਵੇਗਾ, ਹੱਦ ਦੇਖਣ ਦੇ ਲਈ, ਮੈਕਸਿਮਮ ਹੱਦ ਦੇਖਣ ਦੇ ਲਈ। ਇਸੇ ਤਰ੍ਹਾਂ ਕੋਈ ਜੇ ਮਾਲਕ ਹੈ, ਉਹ ਜੁਆਇੰਟ ਲੈਂਡ ਓਨਰ ਵੀ ਹੈਗਾ ਕਿਸੇ ਹੋਰ ਕੇਵਲ ਦੇ ਵਿੱਚ, ਉਹਨੂੰ ਵੀ ਨਾਲ ਅਸੀਂ ਇਨਕਲੂਡ ਕਰਾਂਗੇ, ਜੋੜਾਂਗੇ, ਉਹਦੀ ਆਪਦੀ ਲੈਂਡ ਦੇ ਵਿੱਚ ਜੋੜਾਂਗੇ, ਉਹਦੀ ਆਪਦੀ ਲੈਂਡ ਦੇ ਵਿੱਚ, ਤੇ ਉਹਦੇ ਜੇ ਕੋਈ ਸ਼ੇਅਰ ਹੋਲਡਰ ਹੈਗਾ ਉਹਦੇ ਵਿੱਚੋਂ ਹਿੱਸਾ ਕੱਢ ਕੇ ਮੈਕਸਿਮਮ ਲਿਮਟ ਤੋਂ ਵਧਣਾ ਨਹੀਂ ਚਾਹੀਦਾ। ਠੀਕ ਹੈ ਜੀ। ਨੈਕਸਟ ਆ ਜਾਂਦਾ ਲੀਗਲ ਹੇਅਰਸ। ਜੇ ਕਿਸੇ ਐਦਾਂ ਕਿਸੇ ਵਿਅਕਤੀ ਦੀ ਡੈਥ ਹੋ ਜਾਂਦੀ ਹੈ ਲੈਂਡ ਓਨਰ ਦੀ, ਉਸ ਵੇਲੇ ਤਾਂ 6 ਮਹੀਨੇ ਦੇ ਅੰਦਰ ਅੰਦਰ ਤਾਂ ਜਿਹੜਾ ਇਹ ਸ਼ਰਤਾਂ ਲਾਗੂ ਹੋਣਗੀਆਂ, ਉਹਦੇ ਵਾਰਸਾਂ ਤੇ ਵੀ ਲਾਗੂ ਹੋਣਗੀਆਂ ਜਿਹਨੂੰ ਉਹਦੀ ਪ੍ਰਾਪਰਟੀ ਕਹੀ ਹੈ। ਜੇ ਕੋਈ ਵਿਅਕਤੀ ਈ ਕਲੌਜ਼ ਹੈ, ਜੇ ਕੋਈ ਵਿਅਕਤੀ ਇਸ ਸਮੇਂ ਦੇ ਦੌਰਾਨ, ਜਿਵੇਂ ਕਿ ਆਮ ਦੇਖਿਆ ਸੀ, ਹੋਇਆ ਬਹੁਤ ਕੁਝ ਹੁੰਦਾ ਰਿਹਾ ਤੇ ਹੋਇਆ ਹੈਗਾ, ਜੇ ਕੋਈ ਵਿਅਕਤੀ ਇਸ ਸਮੇਂ ਦੇ ਦੌਰਾਨ ਜਿਹੜਾ ਇਹ ਐਕਟ ਹੈ ਇਹਦੀ ਇਨਫੋਰਸੇਬਲ ਤੋਂ ਬਾਅਦ ਜੇ ਕੋਈ ਵਿਅਕਤੀ ਆਪਣੀ ਜ਼ਮੀਨ ਨੂੰ ਕਿਤੇ ਟ੍ਰਾਂਸਫਰ ਕਰ ਦਿੰਦਾ ਹੈ, ਕਿਸੇ ਵੀ ਢੰਗ ਦੇ ਨਾਲ ਕਿਸੇ ਵਿਅਕਤੀ ਨੂੰ ਵੀ ਟ੍ਰਾਂਸਫਰ ਕਰ ਦਿੰਦਾ ਹੈ, ਤਾਂ ਜਿਹੜਾ ਉਹ ਹੈਗੀ ਟ੍ਰਾਂਸਫਰ ਜਿਹੜੀ ਹੈਗੀ ਆ ਉਹ ਇਨਵੈਲਿਡ ਮੰਨੀ ਜਾਂਦੀ ਹੈ। Disregarded any transfer of land made by the landowner after the commencement of the President's Act shall be disregarded। ਉਹਨੂੰ ਰਿਗਾਰਡ ਨਹੀਂ ਮਿਲਿਆ ਜਾਏਗਾ, ਉਹ ਜਿਹੜੀ ਹੈਗੀ ਹੈ ਜਿਹੜੀ ਟ੍ਰਾਂਸਫਰ ਹੈ ਉਹ ਇਨਵੈਲਿਡ ਮੰਨੀ ਜਾਏਗੀ। ਨੈਕਸਟ ਹੈ ਸੈਕਸ਼ਨ 4। ਸੈਕਸ਼ਨ 4 ਚ ਕੀ ਲਿਖਿਆ ਜੀ? ਐਕਟ ਟੂ ਓਵਰਰਾਈਡ ਅਦਰ ਲਾਜ਼। ਮਤਲਬ ਇੱਥੇ ਇਹ ਕਿਹਾ ਗਿਆ ਵੀ ਜਿਹੜਾ ਇਹ ਵਾਲਾ ਐਕਟ ਹੈ, ਜੇ ਇਸ ਐਕਟ ਦੇ ਕੰਟਰਾਡਿਕਟਰੀ ਕੋਈ ਹੋਰ ਐਕਟ ਹੋਵੇ, ਇਸ ਐਕਟ ਦੀਆਂ ਧਾਰਾਵਾਂ ਨੂੰ, ਇਸ ਐਕਟ ਦੀਆਂ ਸੈਕਸ਼ਨਸ ਨੂੰ ਮਤਲਬ ਕਿ ਉਹਦੇ ਕੰਟਰਾਡਿਕਟਰੀ ਹੋਵੇ, ਤਾਂ ਜਿਹੜਾ ਇਹ ਵਾਲਾ ਐਕਟ ਹੈ ਇਹਨੂੰ ਪਹਿਲ ਦਿੱਤੀ ਜਾਵੇਗੀ। ਦੂਜਾ ਕੋਈ ਐਕਟ ਇਹਦੀਆਂ ਜਿਹੜੀਆਂ ਸੈਕਸ਼ਨਸ ਨੇ, ਇਹਦੀਆਂ ਧਾਰਾਵਾਂ ਹੈਗੀਆਂ ਨੇ, ਇਹਦੇ ਅਗੇਂਸਟ ਨਹੀਂ ਜਾ ਸਕਦੀਆਂ। ਜੇ ਕੋਈ ਜਾਂਦਾ ਹੈ ਤਾਂ ਫਿਰ ਪਹਿਲਾਂ ਇਹ ਐਕਟ ਪ੍ਰਵੇਲ ਹੋਏਗਾ, ਇਹਦੀਆਂ ਜਿਹੜੀਆਂ ਸੈਕਸ਼ਨਸ ਨੇ ਉਹ ਮੰਨੀਆਂ ਜਾਣਗੀਆਂ। ਅੱਗੇ ਸੈਕਸ਼ਨ 5 ਆ ਗਿਆ ਜੀ। ਜਿਵੇਂ ਅਸੀਂ ਪੜ੍ਹਿਆ ਸੀ ਪੰਜਾਬ ਐਕਟ ਦੇ ਵਿੱਚ ਰਿਜ਼ਰਵ ਰੱਖਣ ਦਾ ਏਰੀਆ, ਕੋਈ ਮਾਲਕ ਹੈ ਜਿਹੜਾ ਕਿਹੜਾ ਏਰੀਆ ਰਿਜ਼ਰਵ ਰੱਖ ਸਕਦਾ ਹੈ। ਇਹਦੇ ਵਿੱਚ ਅਸੀਂ ਦੇਖਿਆ ਸੀਗਾ ਵੀ ਜਿਹੜੀ ਪ੍ਰਾਪਰਟੀ ਉਹ ਜਿਹੜੀ ਲੈਂਡ ਨੂੰ ਉਹ ਖੁਦ ਕਲਟੀਵੇਟ ਕਰਦਾ ਹੈਗਾ, ਠੀਕ ਹੈ, ਉਹਨੂੰ ਰਿਜ਼ਰਵ ਰੱਖ ਸਕਦਾ ਹੈ, ਜਾਂ ਜਿੱਥੇ ਕਿਤੇ ਉਹਨੇ ਬਾਗ ਲਾਇਆ ਹੁੰਦਾ ਉਹ ਰਿਜ਼ਰਵ ਰੱਖ ਸਕਦਾ ਹੈ। ਇਹ ਜਿਹੜਾ ਸੈਕਸ਼ਨ ਹੈ ਦੀ ਪੈਪਸੂ ਐਕਟ ਹੈ। ਪੈਪਸੂ ਐਕਟ ਦੇ ਵਿੱਚ ਵੀ ਇਹਨਾਂ ਨੇ ਵੱਖਰੀਆਂ ਕੰਡੀਸ਼ਨ ਦਿੱਤੀਆਂ ਨੇ। ਰਿਜ਼ਰਵੇਸ਼ਨ ਆਫ ਲੈਂਡ ਫਾਰ ਦਾ ਪਰਸਨਲ ਕਲਟੀਵੇਸ਼ਨ, ਇਹ ਸੈਕਸ਼ਨ 5 ਤੇ 5A ਦਿੱਤੇ ਇਹਦੇ ਵਿੱਚ। ਚੈਪਟਰ 2 ਹੈ ਜੀ ਇਹਦਾ, ਵੀ ਕਿਹੜੀਆਂ ਲੈਂਡ ਨੂੰ ਕੋਈ ਜਿਹੜਾ ਮਾਲਕ ਹੈਗਾ ਉਹ ਰਿਜ਼ਰਵ ਕਰ ਸਕਦਾ ਹੈ। ਜਦੋਂ ਇਹ ਕੋਈ ਮਾਲਕ ਦੀ ਜਿਹੜੀ ਪ੍ਰਾਪਰਟੀ ਹੈ 30 ਸਟੈਂਡਰਡ ਏਕੜ ਤੋਂ ਵੱਧ ਜਾਂਦੀ ਹੈ,
ਠੀਕ ਹੈ ਜੀ, ਤਾਂ ਉਹ ਪਤਾ ਲੱਗਦਾ ਉਸ ਨੂੰ ਵੀ ਮੇਰੀ ਜ਼ਮੀਨ ਹੈ ਜਿਹੜੀ ਸਰਪਲਸ ਨਿਕਲੇਗੀ, ਉਦੋਂ ਹੀ ਲੋੜ ਪੈਂਦੀ ਹੈ ਏਰੀਆ ਰਿਜ਼ਰਵ ਕਰਨ ਦੀ, ਕਿਉਂਕਿ ਉਹਦੀ ਉੱਥੇ ਉਹ ਕਿਸੇ ਇੱਕ ਚੰਕ ਨੂੰ ਵੀ, ਕਿਸੇ 2 ਚੰਕ ਨੂੰ ਵੀ, ਕਿਸੇ 3 ਚੰਕ ਨੂੰ ਵੀ ਉਹ ਆਪਣੇ ਵਾਸਤੇ ਆਪਣੇ ਪਰਸਨਲ ਯੂਜ਼ ਦੇ ਲਈ ਰਿਜ਼ਰਵ ਰੱਖ ਸਕਦਾ ਹੈ। ਤੇ ਫਿਰ ਕੀ ਹੋਇਆ, ਉਸ ਨੂੰ ਇੱਕ ਮਤਲਬ ਕਿ ਆਪਣੀ ਕੰਸਰਨਡ ਫਾਰਮ ਦੇ ਵਿੱਚ ਜਿਹੜਾ ਪ੍ਰਸਕ੍ਰਾਈਬ ਪਰਫਾਰਮਾ ਹੋਏਗਾ, ਉਸ ਪਰਫਾਰਮਾ ਦੇ ਵਿੱਚ ਭਰ ਕੇ ਦੇਣੀ ਹੁੰਦੀ ਹੈ ਕੰਸਰਨ ਪਟਵਾਰੀ ਹਲਕਾ ਨੂੰ। Provided that in making such selection, the landowner shall include to the extent of permissible limit all land which he held for the personal cultivation immediate before the commencement of this act। ਇਹ ਐਕਟ ਦੇ ਕਮੈਂਸਮੈਂਟ ਹੋਣ ਤੋਂ ਪਹਿਲਾਂ ਜਿਹੜੀ ਜ਼ਮੀਨ ਨੂੰ ਉਹ ਖੁਦ ਕਾਸ਼ਤ ਕਰਦਾ ਸੀਗਾ, ਠੀਕ ਹੈ ਜੀ, ਉਹ ਮਤਲਬ ਇਹ ਨਾ ਹੋਵੇ ਵੀ ਚੱਕ ਕੇ ਹੋਰ ਜ਼ਮੀਨ ਨੂੰ ਉਹ ਰਿਜ਼ਰਵ ਕਰ ਦੇਵੇ ਜਿਹੜੀ ਕਿਸੇ ਹੋਰ ਦੇ ਕਬਜ਼ੇ ਦੇ ਵਿੱਚ ਹੋਵੇ, ਇਹ ਨਹੀਂ। ਪਹਿਲਾਂ ਉਹਦੀ ਸ਼ਰਤ ਲਗਾਈ ਗਈ ਹੈ ਵੀ ਜਿਹੜੀ ਜ਼ਮੀਨ ਨੂੰ ਉਹ ਖੁਦ ਕਾਸ਼ਤ ਕਰਦਾ ਸੀਗਾ, ਉਹ ਜ਼ਮੀਨ ਨੂੰ ਹੀ ਪਹਿਲਾਂ ਉਹਦੀ ਪ੍ਰੈਫਰੈਂਸ ਦਿੱਤੀ ਜਾਏਗੀ ਵੀ ਉਸ ਜ਼ਮੀਨ ਨੂੰ ਹੀ ਉਹ ਪਹਿਲ ਦੇ ਤੌਰ ਤੇ ਰਿਜ਼ਰਵ ਕਰੇਗਾ ਆਪਣੇ ਪਰਸਨਲ ਯੂਜ਼ ਦੀ ਖਾਤਰ। ਫਿਰ ਕੀ ਹੈ ਜੀ, ਇਹਦੀ ਸਬਸੈਕਸ਼ਨ 2 ਹੈਗੀ ਆ 5 ਦੀ, the right conferred by this section on a landowner to reserve land for the personal cultivation shall cease, ਖਤਮ ਹੋ ਜਾਣਗੇ। ਕਦੋਂ ਖਤਮ ਹੋ ਜਾਣਗੇ? if it is not exercised within a period of 1 year। ਰਿਜ਼ਰਵ ਰੱਖਣ ਦੇ ਜਿਹੜੇ ਰਾਈਟਸ ਨੇ, ਜੇ ਕੋਈ ਫੌਜੀ ਹੈ, ਆਰਮਡ ਫੋਰਸਿਸ ਵਿਅਕਤੀ ਕੰਮ ਕਰਦਾ ਹੈ, ਯੂਨੀਅਨ ਆਰਮਡ ਫੋਰਸਿਸ ਵਿੱਚ ਕੰਮ ਕਰਦਾ ਹੈ, ਇਹਦੀ ਅੱਗੇ 2 ਸਬਸੈਕਸ਼ਨ 2 ਦੀ ਕਲੌਜ਼ ਇਹ ਦਿੱਤੀ ਗਈ ਹੈ, 1 ਸਾਲ ਦੇ ਅੰਦਰ ਉਹਨੂੰ ਅਧਿਕਾਰ ਦਿੱਤਾ ਗਿਆ ਵੀ 1 ਸਾਲ ਦੇ ਅੰਦਰ ਨੂੰ ਦਿੱਤਾ ਤੁਸੀਂ ਆਪਣੇ ਜਿਹੜੇ ਰਾਈਟਸ ਨੇ, ਤੁਸੀਂ ਜਿਹੜੀ ਆਪਣੀ ਪ੍ਰਾਪਰਟੀ ਰਿਜ਼ਰਵ ਕਰ ਸਕਦੇ ਹੋ। ਜੋ 1 ਸਾਲ ਦੇ ਅੰਦਰ ਆਪਦਾ ਜਿਹੜਾ ਰਾਈਟ ਰਿਜ਼ਰਵ ਨਹੀਂ ਕਰਦਾ, ਰਾਈਟਸ ਯੂਜ਼ ਨਹੀਂ ਕਰਦਾ, ਤਾਂ ਉਹਦਾ ਜਿਹੜਾ ਇਹ ਰਿਜ਼ਰਵ ਰੱਖਣ ਦਾ ਜਿਹੜਾ ਰਾਈਟਸ ਹੈ ਉਹ ਖਤਮ ਹੋ ਜਾਂਦਾ ਹੈ। ਫਿਰ ਸਰਕਾਰ ਆਪਣੀ ਮਰਜ਼ੀ ਨਾਲ ਜਿਹੜੀ ਮਰਜ਼ੀ ਪ੍ਰਾਪਰਟੀ ਉਹਦੀ ਸਰਪਲਸ ਕੱਢ ਸਕਦੀ ਹੈ, ਜਿਹੜੀ ਮਰਜ਼ੀ ਛੱਡ ਸਕਦੀ ਹੈ, ਠੀਕ ਹੈ। ਇਨ ਕੇਸ ਫਰਦਰ ਅਦਰ ਕੇਸਿਸ ਦੇ ਵਿੱਚ ਜਿੱਥੇ ਆਰਮਡ ਫੋਰਸਿਸ ਚ ਬੰਦਾ ਵਿਅਕਤੀ ਮਾਲਕ ਨਹੀਂ ਹੈਗਾ, ਉੱਥੇ ਕੀ ਹੈ, ਉੱਥੇ ਜਿਹੜਾ ਇਹ ਸਮਾਂ ਦਿੱਤਾ ਗਿਆ 1 ਸਾਲ ਦੀ ਬਜਾਏ ਆਮ ਵਿਅਕਤੀ ਲਈ ਇਹ ਸਮੇਂ ਦੀ ਹੱਦ ਜਿਹੜੀ ਹੈਗੀ 6 ਮਹੀਨੇ ਦੀ ਹੈਗੀ ਹੈ। ਹਰ ਵਿਅਕਤੀ ਜਿਹੜਾ ਕੋਈ ਲੈਂਡ ਓਨਰ ਹੈ ਉਹਨੂੰ 6 ਮਹੀਨੇ ਦੇ ਅੰਦਰ ਆਪਣੀ ਜਿਹੜੀ ਹੈਗੀ ਹੈ ਰਿਜ਼ਰਵੇਸ਼ਨ ਦਾ ਜਿਹੜਾ ਰਾਈਟ ਹੈ ਯੂਜ਼ ਕਰਨ ਦੀ ਪਾਵਰ ਹੈਗੀ, ਇਸ ਤੋਂ ਬਾਅਦ ਯੂਜ਼ ਕਰ ਸਕਦਾ। ਨੈਕਸਟ ਹੈ ਜੀ ਸੈਕਸ਼ਨ 5A। ਇਹ 5A ਦੀ ਸੈਕਸ਼ਨ ਕਿਉਂ ਲੋੜ ਪਈ? ਇਹ ਨਵਾਂ ਇਨਸਰਟ ਹੋਇਆ, ਇਹਦੀ ਕਿਉਂ ਜ਼ਰੂਰਤ ਪਈ? ਇਹਦੀ ਜ਼ਰੂਰਤ ਇਸ ਕਰਕੇ ਪਈ, ਸਮੇਂ ਤੇ ਕੀ ਸੀਗਾ, ਕੁਝ ਪ੍ਰਾਪਰਟੀਆਂ ਜਦੋਂ ਕਿਸੇ ਦੀਆਂ ਰਿਜ਼ਰਵ ਹੋ ਜਾਂਦੀਆਂ ਸੀ ਜਾਂ ਕਿਸੇ ਨੂੰ ਕੋਈ ਪ੍ਰਾਪਰਟੀ ਅਲਾਟ ਹੋ ਜਾਂਦੀ ਸੀ, ਅਲਾਟ ਹੋਣ ਤੋਂ ਬਾਅਦ ਫਿਰ ਕੋਈ ਨਾ ਕੋਈ ਉਹਦੇ ਵਿੱਚ ਡੈਫੀਨਿਸੀ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਸੀ ਵੀ ਇਹ ਰਕਬਾ ਤਾਂ ਜੀ ਉਹਦੇ ਕੋਲੇ ਹੈ, ਇਹ ਰਕਬਾ ਮੇਰੇ ਕੋਲੇ ਹੈ, ਮੈਨੂੰ ਤਾਂ ਇਹਦੇ ਵਿੱਚ ਕੋਈ ਜਿਹੜੀ ਅਲਾਟਮੈਂਟ ਹੈ ਉਹ 'ਚ ਕੋਈ ਮੋਡੀਫਿਕੇਸ਼ਨ ਦੀ ਜ਼ਰੂਰਤ ਪੈ ਜਾਂਦੀ ਸੀਗੀ, ਠੀਕ ਹੈ ਜੀ। ਜੇ ਕੋਈ ਅਲਾਟਮੈਂਟ ਮੋਡੀਫਿਕੇਸ਼ਨ ਹੋ ਗਈ ਤਾਂ ਜਿਹੜਾ ਰਿਜ਼ਰਵੇਸ਼ਨ ਦੇ ਨਾਲ ਵੀ ਉਹ ਇਫੈਕਟ ਕਰਦਾ ਸੀਗਾ। ਇਸ ਕਰਕੇ ਜਿਹੜਾ ਇਹ ਸੈਕਸ਼ਨ 5A ਇਨਸਰਟ ਕੀਤਾ ਗਿਆ, ਇਹਦੇ ਵਿੱਚ ਇਹ ਕੀਤਾ ਗਿਆ ਵੀ ਜੇਕਰ ਕਿਸੇ ਵੀ ਕਾਰਨ ਮੇਰੀ ਅਲਾਟਮੈਂਟ ਦਾ ਕੋਈ ਕਾਰਨ ਹੋ ਸਕਦਾ ਹੈ, ਕੋਈ ਹੋਰ ਕਾਰਨ ਹੋ ਸਕਦਾ ਹੈ, ਜੇ ਕਿਸੇ ਕਾਰਨ ਕਿਸੇ ਪ੍ਰਾਪਰਟੀ ਦੇ ਵਿੱਚ ਮੋਡੀਫਿਕੇਸ਼ਨ ਕਰਨੀ ਪੈ ਜੇ, ਅਲਾਟਮੈਂਟ ਮੋਡੀਫਿਕੇਸ਼ਨ ਕਰਨੀ ਪੈ ਜੇ, ਤਾਂ ਜਿਹੜਾ ਮਾਲਕ ਸੀਗਾ ਉਹਦੀ ਰਿਜ਼ਰਵ ਕੀਤੀ ਹੀ ਪ੍ਰਾਪਰਟੀ ਤੇ ਇਫੈਕਟ ਪੈਂਦਾ ਹੋਵੇ, ਤਾਂ ਉਹ ਮਾਲਕ ਨੂੰ ਵੀ ਇੱਥੇ ਅਧਿਕਾਰ ਦਿੱਤਾ ਗਿਆ ਨਵਾਂ ਸੈਕਸ਼ਨ 5 ਇਨਸਰਟ ਕਰਕੇ ਵੀ ਉਹ ਵੀ ਆਪਣਾ ਜਿਹੜਾ ਰਿਜ਼ਰਵ ਏਰੀਆ ਜਿਹੜਾ ਉਹਨੇ ਰੱਖਿਆ ਸੀਗਾ ਉਹ ਵੀ ਉਹ ਚੇਂਜ ਕਰ ਸਕਦਾ ਹੈ, ਉਹਦੇ ਵਿੱਚ ਵੀ ਮੋਡੀਫਿਕੇਸ਼ਨ ਉਹ ਕਰ ਸਕਦਾ ਹੈ ਲੋੜ ਦੇ ਮੁਤਾਬਕ। ਰਿਜ਼ਰਵੇਸ਼ਨ ਆਫ ਐਡੀਸ਼ਨਲ ਲੈਂਡ for personal cultivation in certain cases। ਕਿਹੜੇ ਕੇसेस ਸੀਗੇ? whose permissible limit has been altered। ਜੇ ਉਹਦੀ permissible limit ਹੀ ਚੇਂਜ ਹੋ ਗਈ ਮਾਲਕ ਦੀ, ਪਹਿਲਾਂ ਤਾਂ ਮੰਨ ਲਓ ਉਹ 60 ਏਕੜ ਤੱਕ ਰੱਖ ਸਕਦਾ ਸੀਗਾ, ਫਿਰ ਉਹ ਕਿਤੇ ਕੀਮਤ ਦਾ ਫਰਕ ਪੈ ਗਿਆ, ਠੀਕ ਹੈ ਜੀ, ਕੀਮਤ ਦੇ ਡਿਫਰੈਂਸ ਆਉਣ ਦੇ ਨਾਲ ਉਹਦੀ ਪ੍ਰਾਪਰਟੀ ਜਿਹੜੀ ਘਟ ਗਈ ਜਾਂ ਵੱਧ ਗਈ, ਜਾਂ 55 ਕਿੱਲੇ ਰਹਿ ਗਈ, ਜਾਂ ਕਿਤੇ ਹੋਰ ਕਿਤੇ ਚੇਂਜ ਹੋ ਗਈ, 55 ਕਿੱਲੇ ਤੋਂ 58 ਕਿੱਲੇ ਹੋ ਗਈ, ਤਾਂ ਕੀ ਸੀਗਾ, ਇਸ ਐਕਟ ਦੇ ਤਹਿਤ ਉਹਦੇ ਕੋਲ ਅਧਿਕਾਰ ਸੀਗਾ ਵੀ ਉਹ ਆਪਣੀ ਜਿਹੜੀ ਰਿਜ਼ਰਵੇਸ਼ਨ ਜਿਹੜਾ ਰਾਈਟ ਸੀ ਉਹਨੂੰ ਦੁਬਾਰਾ ਯੂਜ਼ ਕਰ ਸਕਦਾ ਹੈ। ਵੈਸੇ ਤਾਂ ਦੇਖੋ ਲਿਮਿਟ ਦਿੱਤੀ ਹੈ, ਆਪਾਂ ਪੜ੍ਹ ਚੁੱਕੇ ਹਾਂ ਵੀ 6 ਮਹੀਨੇ ਦੇ ਅੰਦਰ ਕੋਈ ਵਿਅਕਤੀ ਜਿਹੜੀ ਹੈਗੀ ਆਪਣੀ ਉਸ ਨੂੰ ਚੇਂਜ ਨਹੀਂ ਕਰ ਸਕਦਾ। ਲਿਮਿਟ ਜ਼ਰੂਰੀ ਹੈ ਵੀ ਉਹ ਆਪਣਾ ਜਿਹੜਾ ਇਹ ਰਾਈਟਸ ਹੈ ਯੂਜ਼ ਕਰੇ, ਪਰ ਜੇ ਕਿਤੇ ਉਹਦੀ ਜਿਹੜੀ ਚੇਂਜ ਹੋ ਜਾਂਦੀ ਹੈ ਤਾਂ ਉਹ ਵੀ ਚੇਂਜ ਕਰ ਸਕਦਾ ਇਸ ਐਕਟ ਦੇ ਅਧੀਨ। ਹੂ ਸਬ ਕਲਾਸ 5A ਦੀ clause 2 subsection 2 who on account of provisions contained in subsection 2 of section 7A not entitled to resume reserved land। ਜੇ ਕਿਸੇ ਕਾਰਨ ਜਿਹੜੀ ਅਗਲੀਆਂ ਸੈਕਸ਼ਨ ਦਿੱਤੀਆਂ ਗਈਆਂ 7A ਦਿੱਤੀ ਹੈ, ਜੇ ਕਿਸੇ ਕਾਰਨ ਉਹ ਆਪਦਾ ਜਿਹੜਾ ਦਰਜ ਕੀਤਾ ਗਿਆ ਏਰੀਆ ਹੈ ਉਹ ਆਪਦੇ ਕੋਲੇ ਨਹੀਂ ਰੱਖ ਸਕਦਾ ਜਾਂ ਚੇਂਜ ਹੁੰਦਾ ਹੈ, ਤਾਂ ਉਸ ਨੂੰ ਰਾਈਟ ਹੈ ਵੀ ਉਹ ਆਪਣਾ ਨਵਾਂ ਏਰੀਆ ਸਿਲੈਕਟ ਕਰੇ।
ਤਾਂ ਇਹਦੀ ਸਬਸੈਕਸ਼ਨ 3 ਹੈ ਜੀ, ਇਨ ਕੇਸ ਆਫ ਐਨ ਅਲੋਟੀ whose allotment has been modified। ਹਾਂ, ਜੇ ਕਿਤੇ ਇਹ ਦੋ ਤਿੰਨ ਕੰਡੀਸ਼ਨਾਂ ਨੇ, ਕੋਈ ਵੀ ਹੋ ਸਕਦੀ ਹੈ। ਜੇ ਕਿਸੇ ਅਲੋਟੀ ਦਾ ਜਿਹੜਾ ਰਕਬਾ ਹੈਗਾ ਉਹ ਮੋਡੀਫਾਈ ਹੋ ਗਿਆ, ਉਹਦੀ ਅਲੋਟਮੈਂਟ ਹੈ ਉਹਦੇ ਵਿੱਚ ਕੋਈ ਤਬਦੀਲੀ ਕਰਨੀ ਪੈ ਗਈ ਕਿਸੇ ਕਾਰਨ, ਠੀਕ ਹੈ ਜੀ, ਮਤਲਬ ਉਹਦੀ ਤਬਦੀਲੀ ਕਰਨ ਦੇ ਕਾਰਨ ਜਿਹੜਾ ਮਾਲਕ ਸੀ ਉਹਦੇ ਰਿਜ਼ਰਵ ਕੀਤੇ ਇਹ ਏਰੀਏ ਦੇ ਵਿੱਚ ਕੋਈ ਰਕਬਾ ਲੈਣਾ ਪੈ ਗਿਆ ਸਰਕਾਰ ਨੂੰ ਅਲੋਟਮੈਂਟ ਚੇਂਜ ਕਰਦੇ ਹੋਏ, ਤਾਂ ਵੀ ਉਹ ਆਪਣੀ ਜਿਹੜੀ ਅਲੋਟਮੈਂਟ ਹੈ ਉਹ ਜਿਹੜੀ ਰਿਜ਼ਰਵ ਏਰੀਆ ਉਹਨੂੰ ਚੇਂਜ ਕਰ ਸਕਦਾ ਹੈ। और फर्दर इत्थे दिता गया नॉट लेटर दैन एक्सपायरी ऑफ 6 मंथ्स। फिर इत्थे ਉਹਨੂੰ ਜਿਹੜੇ 6 ਮਹੀਨੇ ਦੀ ਜਿਹੜੀ ਸ਼ਰਤ ਹੈਗੀ ਉਹ ਉੱਥੇ ਲਗਾਤਾਰ ਫੇਰ ਲਾਗੂ ਰਹੇਗੀ। ਜਦੋਂ ਤੋਂ ਕੋਈ ਚੇਂਜ ਆ ਗਈ, ਮੋਡੀਫਿਕੇਸ਼ਨ ਆ ਗਈ, ਉਸ ਤੋਂ ਬਾਅਦ ਫਿਰ ਉਹਨੂੰ 6 ਮਹੀਨੇ ਦਿੱਤੇ ਗਏ ਨੇ ਆਪਣਾ ਪਰਸਨਲ ਏਰੀਆ ਰਿਜ਼ਰਵ ਕਰਨ ਦੀ ਖਾਤਰ ਫॉर ਪਰਸਨਲ ਕਲਟੀਵੇਸ਼ਨ। ਨੈਕਸਟ ਹੈ ਸੈਕਸ਼ਨ 6, ਜਿਹੜੀ ਵੀ ਸਰਕਾਰ ਵੱਲੋਂ ਵਿਅਕਤੀ ਨੇ ਕੋਈ ਆਪਦਾ ਫਾਰਮ ਭਰ ਕੇ ਦਿੱਤਾ ਹੈ ਵੀ ਆਹ ਏਰੀਆ ਮੈਂ ਪਾਰਟਿਕੂਲਰ ਏਰੀਆ ਮੈਂ ਰਿਜ਼ਰਵ ਕਰਦਾ ਆਪਣੇ ਸੈਲਫ ਕਲਟੀਵੇਸ਼ਨ ਦੀ ਖਾਤਰ, ਤਾਂ ਸਰਕਾਰ ਵੱਲੋਂ ਉਹ ਪਟਵਾਰੀ ਹਲਕੇ ਨੂੰ ਭਰ ਕੇ ਦੇਗਾ ਫਾਰਮ ਆਪਣਾ, ਤੇ ਨਾਲ ਡੈਕਲੇਰੇਸ਼ਨ ਲਗਾਈ ਜਾਏਗੀ। ਪਟਵਾਰੀ ਹਲਕਾ ਉਹੀ ਜਿਹੜਾ ਹੈਗਾ ਉਹਦਾ ਜਿਹਦੀ ਰਿਪੋਰਟਿੰਗ ਹੈ ਉਹ ਰੈਵਨਿਊ ਆਫਿਸਰ ਕੋਲ ਭੇਜੇਗਾ। ਰੈਵਨਿਊ ਆਫਿਸਰ ਵੱਲੋਂ ਥਰੂ ਕਲੈਕਟਰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਵੀ ਇਹ ਜਿਹੜੇ ਰਕਬੇ ਨੇ ਫਲਾਣੇ ਵਿਅਕਤੀ ਨੇ ਇਹ ਰਕਬੇ ਆਪਦੇ ਪਰਸਨਲ ਕਲਟੀਵੇਸ਼ਨ ਦੀ ਖਾਤਰ ਰਿਜ਼ਰਵ ਰੱਖੇ ਨੇ। ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ, ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਤੇ ਜਿਹੜਾ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਜਾਣਾ ਹੈ ਉਹ ਜਿਹੜੀ ਉਹਦੀ ਅੱਗੇ ਸੈਕਸ਼ਨ 2 ਸਬ ਸੈਕਸ਼ਨ 2 ਦਿੱਤੀ ਗਈ ਹੈ ਉਹਦੀ ਇੱਕ ਕਾਪੀ ਉਸ ਲੈਂਡ ਓਨਰ ਨੂੰ ਵੀ ਦਿੱਤੀ ਜਾਏਗੀ। ਸਾਰਿਆਂ ਨੂੰ ਕੰਸਰਨ ਪਟਵਾਰੀ ਹਲਕਾ ਦੇ ਥਰੂ ਲੈਂਡ ਓਨਰ ਕੋਲੇ ਕਾਪੀ ਦਿੱਤੀ ਜਾਏਗੀ ਕਿਹੜੇ ਮਾਲਕ ਦਾ ਕਿਹੜਾ ਏਰੀਆ ਰਿਜ਼ਰਵ ਕੀਤਾ ਗਿਆ ਸਰਕਾਰ ਵੱਲੋਂ, ਉਹਦੀ ਡੈਕਲੇਰੇਸ਼ਨ ਦੇ ਮੁਤਾਬਕ ਉਹਦੇ ਪਰਫਾਰਮੈਂਸ ਦੇ ਮੁਤਾਬਕ। ਇਹਦੇ ਨਾਲ ਹੀ ਕੀ ਹੈ ਅੱਗੇ ਫਰਦਰ ਚੈਪਟਰ 3 ਸ਼ੁਰੂ ਹੋ ਜਾਂਦਾ ਹੈ, ਜਨਰਲ ਰਾਈਟਸ ਆਫ ਟੈਨੈਂਸੀ। ਇਹ ਆਪਾਂ ਇੱਥੇ ਨਹੀਂ ਪੜਾਂਗੇ ਫਰਦਰ, ਇਹ ਆਪਾਂ ਟੈਨੈਂਸੀ ਐਕਟ ਦੇ ਵਿੱਚ ਪੜਾਂਗੇ, ਠੀਕ ਹੈ ਜੀ। ਇਹ ਜਿਹੜਾ ਸਰਪਲਸ ਐਕਟ ਹੈ, ਲੈਂਡ ਸੀਲਿੰਗ ਐਕਟ ਹੈ, ਇਸ ਬੁੱਕ ਦਾ ਇਹ ਇੱਥੇ ਖਤਮ ਹੋ ਜਾਂਦਾ ਹੈ ਸੈਕਸ਼ਨ 6 ਦੇ ਨਾਲ। ਨੈਕਸਟ ਟੈਨੈਂਸੀ ਐਕਟ ਸਟਾਰਟ ਹੋ ਜਾਂਦਾ ਹੈ। ਟੈਨੈਂਸੀ ਐਕਟ ਸਟਾਰਟ ਆਪਾਂ ਨੂੰ ਤੋਂ ਅੱਗੇ ਫਰਦਰ ਆਪਾਂ ਫੇਰ ਦੇਖਾਂਗੇ। ਆਪਾਂ ਜੋ ਟੈਨੈਂਸੀ ਐਕਟ ਪੜਾਂਗੇ ਇਹ ਸਾਰਾ ਰਿਪੀਟ ਹੁੰਦਾ ਵਾਰ-ਵਾਰ। ਇੱਥੇ ਆਪਾਂ ਇਹਨੂੰ ਖਤਮ ਕਰਕੇ ਹੁਣ ਆਪਾਂ ਦੇਖਾਂਗੇ ਜੀ ਪੰਜਾਬ ਲੈਂਡ ਰਿਫਾਰਮਸ ਐਕਟ 1972। ਬੁੱਕ ਲੈ ਲਓ ਜੀ, ਤੁਸੀਂ ਤੁਹਾਡੀ ਬੁੱਕ ਚੇਂਜ ਕਰ ਲਓ, ਪੰਜਾਬ ਲੈਂਡ ਰਿਫਾਰਮਸ, ਇਹ ਵਾਲੀ ਬੁੱਕ ਲੈ ਲਓ ਜੀ, ਪੰਜਾਬ ਲੈਂਡ ਰਿਫਾਰਮਸ ਐਕਟ 1972। ਆਪਾਂ ਡਿਸਕਸ ਕਰਾਂਗੇ ਜੀ ਹੁਣ ਪੰਜਾਬ ਲੈਂਡ ਰਿਫਾਰਮਸ ਐਕਟ 1972, ਜਿਹੜਾ ਕਿ ਹੁਣ ਇਸ ਵੇਲੇ ਵਜੂਦ ਵਿੱਚ ਹੈ ਜੀ। ਇਹ ਐਕਟ, ਇਸ ਐਕਟ ਦੇ ਵਜੂਦ ਵਿੱਚ ਆਉਣ ਦੇ ਨਾਲ ਜਿਹੜੇ ਪਿਛਲੇ 2 ਐਕਟ ਆਪਾਂ ਪੜ੍ਹੇ ਨੇ ਉਹ ਰਿਪੀਲ ਹੋ ਚੁੱਕੇ ਨੇ, ਯਾਨੀ ਕਿ ਖਤਮ ਹੋ ਚੁੱਕੇ ਨੇ। ਬੇਸ਼ੱਕ ਜਿਹੜੇ ਪੁਰਾਣੇ ਕੇਸ ਚੱਲਦੇ ਪਏ ਨੇ ਕੋਰਟਾਂ ਦੇ ਵਿੱਚ, ਉੱਥੇ ਉਹ ਜਿਹੜੇ ਐਕਟ ਨੇ ਲਾਗੂ ਹੁੰਦੇ ਨੇ। ਅਦਰਵਾਈਜ਼ ਕਿਉਂਕਿ ਸਟੇਟ ਆਫ ਪੰਜਾਬ ਮਰਜ ਹੋ ਚੁੱਕੀ ਹੈ, ਪੈਪਸੂ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਮਰਜ ਹੋ ਚੁੱਕਿਆ ਹੈ, ਪਰ ਜਿਹੜੇ ਪਹਿਲੇ ਪੁਰਾਣੇ ਕੇਸ ਚੱਲਦੇ ਨੇ ਉਹ ਪੈਪਸੂ ਐਕਟ ਦੇ ਅਧੀਨ ਚੱਲ ਰਹੇ ਹੈਗੇ ਨੇ। ਰਿਆਸਤਾਂ ਦੇ ਅਧੀਨ ਜਿਹੜੇ ਪਿੰਡ ਪੈਂਦੇ ਨੇ ਉਹਨਾਂ ਦੇ ਵਿੱਚ ਇਹ ਜਿਹੜੇ ਪੁਰਾਣੇ ਕੇਸ ਨੇ ਉਹ ਪੈਪਸੂ ਐਕਟ ਦੇ ਅਧੀਨ ਹੀ ਚੱਲ ਰਹੇ ਨੇ ਕੋਰਟਾਂ ਦੇ ਵਿੱਚ। ਬੁੱਕਸ ਚੇਂਜ ਕਰ ਲਈ ਜੀ ਆਪਣੀ ਸਾਰਿਆਂ ਨੇ। ਪੰਜਾਬ ਲੈਂਡ ਰਿਫਾਰਮਸ ਐਕਟ 1972। हाँ देखो थोड़ा मैं कई बारी नवी बुक्स है, कई बंदे नहीं पता हैगा, कई बारी ये जिन्हें बुक्स ने मैं थोड़ी पूरी जानकारी है, कई बारी 3-3 4-4 बुक्स भी एक बुक्स दे विच बाइंडिंग कीतियां हुई ने, 3-3 4-4 बुक्स भी एक बुक दे विच ही बाइंड कीतियां हुई ने। इस करके जिहड़ा बुक दा टाइटल है उहनूं ध्यान नाल देख लिया करो, ठीक है। 4-4 बुक्स भी एक बुक दे विच हैगियां ने। सर अज नेटवर्क दी कोई प्रॉब्लम है, 5 मिनट ਵਿੱਚੋਂ ਕਲਾਸ ਬੰਦ ਹੋ ਜਾਂਦੀ ਹੈ। ਕਿਤੇ ਹੋਰ ਵੀ ਹੈਗੀ ਪ੍ਰੋਬਲਮ ਕਿਸੇ ਨੂੰ ਦੱਸੋ ਜਰਾ। ਨਹੀਂ ਸਰ, ਨਹੀਂ ਪ੍ਰੋਬਲਮ ਮੇਰਾ ਠੀਕ ਹੈ।
ਨਹੀਂ ਠੀਕ ਹੈ ਜੀ। ਤੁਹਾਡਾ ਨੈਟਵਰਕ ਚੈੱਕ ਕਰੋ ਜੀ ਆਪਣਾ। ਚਲੋ ਠੀਕ ਹੈ ਸਰ, ਥੈਂਕ ਯੂ। ਸੁਰਜੀਤ ਜੀ ਬੋਲ ਰਹੇ ਸੀਗੇ? ਹਾਂਜੀ ਹਾਂਜੀ, ਸੁਰਜੀਤ ਸਿੰਘ ਗੁਰਦਾਸਪੁਰ। ਸੁਰਜੀਤ ਜੀ ਹਾਂਜੀ ਸਰ। ਤੁਸੀਂ, ਤੁਹਾਡਾ ਕਿਤੇ ਨੈਟਵਰਕ ਪ੍ਰੋਬਲਮ ਹੋ ਸਕਦਾ, ਮੇ ਵੀ ਹੋਵੇ, ਤੁਸੀਂ ਉਹਨੂੰ ਚੈੱਕ ਕਰਵਾਓ ਪਲੀਜ਼, ਹੈ ਨਾ। ਹਾਂ, ਨੈਟਵਰਕ ਦੀ ਦਿੱਕਤ ਹੋ ਸਕਦੀ ਹੈ, ਪਰ ਵਧੀਆ ਕੀਤਾ ਤੁਸੀਂ ਦੱਸ ਦਿੱਤਾ, ਕਈ ਵਾਰੀ ਸਾਨੂੰ ਨਹੀਂ ਪਤਾ ਲੱਗਦਾ, ਦੱਸੇ ਤੋਂ ਹੋਇਆ ਤਾਂ ਫਿਰ ਕਲਾਸ ਦਾ ਕੋਈ ਮੰਤਵ ਨਹੀਂ ਰਹਿ ਜਾਂਦਾ ਜੇ ਸਾਰਾ ਨੈਟਵਰਕ ਇੱਦਾਂ ਨਾ ਚੱਲੇ ਪ੍ਰੋਪਰ। ਤੇ ਫਿਰ ਸਟਾਰਟ ਕਰੀਏ ਜੀ। ਪੰਜਾਬ ਲੈਂਡ ਰਿਫਾਰਮਸ ਐਕਟ 1972 ਇਟ ਇਜ਼ ਵੈਰੀ ਇੰਪੋਰਟੈਂਟ ਐਕਟ ਹੈ, ਜਿਹੜਾ ਅੱਜ ਵੀ ਲਾਗੂ ਹੈ। ਕੋਈ ਵਿਅਕਤੀ ਕਿੰਨੀ ਜ਼ਮੀਨ ਰੱਖ ਸਕਦਾ ਹੈ ਅੱਜ ਦੀ ਡੇਟ ਦੇ ਵਿੱਚ, ਕਿਸ ਵਿਅਕਤੀ ਕੋਲੇ, ਕਿਸ ਲੈਂਡ ਓਨਰ ਕੋਲੇ ਕਿੰਨੀ ਜ਼ਮੀਨ ਹੋ ਸਕਦੀ ਹੈ ਅੱਜ ਦੀ ਡੇਟ ਦੇ ਵਿੱਚ, ਠੀਕ ਹੈ ਜੀ। ਜਿਹਨੂੰ ਆਪਾਂ ਸੀਲਿੰਗ ਐਕਟ ਕਹਿ ਦਿੰਦੇ ਹਾਂ, ਸਰਪਲਸ ਐਕਟ ਵੀ ਕਹਿ ਦਿੰਦੇ ਹਾਂ। ਇਸ ਐਕਟ ਦੀ ਜਾਣਕਾਰੀ ਬਹੁਤ ਸਾਰੇ ਸਾਥੀਆਂ ਨੂੰ ਹੋਏਗੀ, ਬਹੁਤ ਨੂੰ ਨਹੀਂ ਵੀ ਹੋਏਗੀ, ਇਸ ਲਈ ਆਪਾਂ ਇਹ ਡਿਸਕਸ ਕਰਾਂਗੇ ਅੱਜ। ਪੰਜਾਬ ਲੈਂਡ ਰਿਫਾਰਮਸ ਐਕਟ 1972, ਠੀਕ ਹੈ ਜੀ। ਇਹ ਐਕਟ ਬੇਸਿਕ 1972 ਚ ਬਣਿਆ, ਪਰ ਉਸ ਤੋਂ ਬਾਅਦ ਇਹਦੀ ਜਿਹੜੀ ਅਸੈਂਟ ਮਿਲੀ ਹੈ ਪ੍ਰੈਜ਼ੀਡੈਂਟ ਤੋਂ, ਉਹ ਮਿਲੀ ਹੈ 24/3/1973 ਨੂੰ, ਤੇ ਗਜ਼ਟ ਨੋਟੀਫਿਕੇਸ਼ਨ ਹੋਇਆ ਹੈ ਕਿ 2/4/1973 ਨੂੰ ਇਸ ਐਕਟ ਦਾ। ਮੇਰੀ ਇਹ ਵਿਧਾਨ ਸਭਾ ਦੇ ਵਿੱਚ ਪਹਿਲਾਂ ਪਾਸ ਹੋ ਗਿਆ, ਠੀਕ ਹੈ ਜੀ। 1972 ਦਾ ਐਕਟ ਕਹਾਂਦਾ ਹੈ, ਪਰ ਇਹਦੀ ਜਿਹੜੀ ਪ੍ਰੈਜ਼ੀਡੈਂਟ ਤੋਂ ਜਿਹੜੀ ਅਸੈਂਟ ਹੋਈ ਹੈ, ਮਨਜ਼ੂਰੀ ਪ੍ਰੈਜ਼ੀਡੈਂਟ ਤੋਂ ਮਿਲੀ ਹੈ, ਉਹ ਮਿਲੀ ਹੈ 73 ਦੇ ਵਿੱਚ, ਤੇ ਨੋਟੀਫਿਕੇਸ਼ਨ ਇਹਦੀ ਹੋਈ ਹੈ 2/4/1973 ਨੂੰ। ਤੇ ਇਹ ਜਿਹੜਾ ਐਕਟ ਹੈ, ਇਹ 'ਚ ਇੱਕ ਮੇਨ ਪੁਆਇੰਟ ਹੈਗਾ, ਤੁਸੀਂ ਨੋਟ ਕਰ ਲਓ, ਇੱਥੇ ਡੇਟ ਨੋਟ ਕਰ ਲਓ, ਇੱਕ 24/1/1971। ਮਤਲਬ ਜਿਹੜਾ ਇਹ ਐਕਟ ਹੈ, ਬੇਸ਼ੱਕ ਇਹ 73 ਦੇ ਵਿੱਚ ਆ ਕੇ ਕੰਪਲੀਟ ਹੋਇਆ, ਪਰ ਜਿਹੜਾ ਇਹ ਐਕਟ ਹੈ ਇਹ ਇਨਫੋਰਸ ਹੋ ਗਿਆ ਬੈਕ ਡੇਟ ਤੋਂ, 24/1/1971 ਤੋਂ। ਇਹ ਡੇਟ ਨੋਟ ਕਰ ਲਓ ਜੀ, ਵੈਰੀ ਇੰਪੋਰਟੈਂਟ ਡੇਟ ਹੈ ਇਹ। ਜਦੋਂ ਵੀ ਕਿਸੇ ਵਿਅਕਤੀ ਦੀ ਕੋਈ ਅਸੀਂ ਲੈਂਡ ਸੀਲਿੰਗ ਤੇ ਦੇਖਦੇ ਹਾਂ ਤਾਂ ਅਸੀਂ 24/1/1971 ਦੀ ਡੇਟ ਦੇਖਦੇ ਹਾਂ। 24/1/1971 ਤੋਂ ਬਾਅਦ ਫਰਦਰ ਕੀ ਹੋਇਆ ਕੀ ਨਹੀਂ ਹੋਇਆ, ਅਸੀਂ ਇਹ ਜਿਹੜੀ ਡੇਟ ਹੈ ਡੇਟ ਆਫ ਅਪਾਇੰਟਡ ਡੇ ਨੂੰ ਕਹਿੰਦੇ ਹਾਂ। ਅਪਾਇੰਟਡ ਡੇ 24/1/1971 ਤੋਂ ਇਹ ਜਿਹੜਾ ਐਕਟ ਹੈ ਇਹ ਲਾਗੂ ਹੋਇਆ ਸੀਗਾ। ਇਹਦਾ ਮਤਲਬ ਇਹ ਹੋਇਆ ਵੀ ਜਿਨ੍ਹਾਂ ਲੋਕਾਂ ਨੇ, ਜਦੋਂ ਇਹ ਐਕਟ ਬਣ ਰਿਹਾ ਸੀਗਾ, ਠੀਕ ਹੈ, ਕੁਝ ਲੋਕਾਂ ਨੂੰ ਪਤਾ ਚੱਲ ਗਿਆ ਵੀ ਐਕਟ ਬਣ ਰਿਹਾ ਹੈ, ਸੀਲਿੰਗ ਹੋ ਰਹੀ ਹੈ, ਕੁਝ ਲੋਕਾਂ ਨੇ ਆਪਣੇ ਕੁਝ ਰਦੋਂ ਬਦਲ ਕੁਝ ਟ੍ਰਾਂਸਫਰਸ ਕੀਤੀਆਂ ਇਸ ਪੀਰੀਅਡ ਦੇ ਦੌਰਾਨ, ਐਕਟ ਦੇ ਬਣਦੇ ਦੌਰਾਨ ਦੇ, ਠੀਕ ਹੈ ਜੀ। ਇਸ ਕਰਕੇ ਸਰਕਾਰ ਵੱਲੋਂ ਕੀ ਕੀਤਾ ਗਿਆ, ਇਸ ਐਕਟ ਨੂੰ ਇਨ ਦਾ ਮੀਨ ਟਾਈਮ, ਇਨ ਬਿਟਵੀਨ ਆਫ ਦ ਪ੍ਰੋਸੀਡਿੰਗਸ ਆਫ ਦਾ ਟੂ ਮੇਕ ਦਾ ਲਾਅ, ਉਸ ਦੇ ਦੌਰਾਨ ਜੇ ਕੁਝ ਹੋਇਆ ਕਰਿਆ ਤਾਂ ਸਰਕਾਰ ਨੇ ਕੀ ਕੀਤਾ, ਇਸ ਐਕਟ ਨੂੰ ਸਰਕਾਰ ਨੂੰ ਲੱਗਿਆ ਹੋਏਗਾ ਵੀ ਹੋ ਸਕਦਾ ਲੋਕਾਂ ਨੇ, ਬਹੁਤ ਸਾਰੇ ਲੋਕਾਂ ਨੇ, ਬੜੇ ਲੈਂਡ ਓਨਰਸ ਨੇ ਆਪਣੀਆਂ ਪ੍ਰਾਪਰਟੀਆਂ ਤਬਦੀਲ ਕਰਤੀਆਂ ਹੋਣ, ਸੇਲ ਕਰਤੀਆਂ ਹੋਣ ਜਾਂ ਇਧਰ ਉਧਰ ਟ੍ਰਾਂਸਫਰ ਕਰ ਦਿੱਤੀਆਂ ਹੋਣ। ਇਸ ਕਰਕੇ ਜੋ ਮੈਂ ਪ੍ਰਜ਼ੂਮ ਕਰਦਾ ਵੀ ਸਰਕਾਰ ਨੇ ਜਿਹੜਾ ਇਹ ਐਕਟ ਹੈ ਇਹ 24/1/1971 ਤੋਂ ਲਾਗੂ ਕਰ ਦਿੱਤਾ, ਠੀਕ ਹੈ ਜੀ। 24/1/1971 ਤੋਂ ਇਹ ਐਕਟ ਲਾਗੂ ਹੋਇਆ। ਜਿਵੇਂ ਆਪਾਂ ਕਹਿੰਦੇ ਪੁਰਾਣੀ ਡੇਟ ਤੋਂ ਕਿਸੇ ਨੂੰ ਪ੍ਰਮੋਸ਼ਨ ਮਿਲਦੀ ਹੈ, ਬੈਕ ਡੇਟ ਤੋਂ ਮਿਲ ਗਈ, ਇਸੇ ਤਰ੍ਹਾਂ ਜਿਹੜਾ ਇਹ ਐਕਟ ਹੈ ਲਾਗੂ ਹੋਇਆ 24/1/1971 ਤੋਂ। ਇਹ ਡੇਟ ਬਹੁਤ ਇੰਪੋਰਟੈਂਟ ਹੈ, ਇਹ ਡੇਟ ਆਪਦੇ ਕੁਝ ਬੁੱਕ ਤੇ ਵੈਸੇ ਤਾਂ ਲਿਖੀ ਹੋਣੀ ਤੁਹਾਡੇ ਬੁੱਕ ਦੇ ਵਿੱਚ, ਪਰ ਫਿਰ ਵੀ ਨੋਟ ਕਰ ਲਓ। ਹੈ ਜੀ, 1971 ਹੈ ਕਿ 72 ਹੈ ਜੀ? 71 ਹੈ ਜੀ। 71, ਠੀਕ ਹੈ ਜੀ। ਜੀ 71 24/1/1971 ਤੋਂ ਲਾਗੂ ਹੋਇਆ, ਮਤਲਬ ਕਿ ਇਹ ਜਿਹੜਾ ਐਕਟ ਹੈ ਲਾਗੂ ਹੋਇਆ ਬੈਕ ਡੇਟ ਤੋਂ। 24/1/1971 ਤੋਂ ਲੈ ਕੇ ਐਕਟ ਦੇ ਬਣਨ ਤੱਕ ਜੋ ਵੀ ਪ੍ਰੋਸੀਡਿੰਗ ਹੋਈਆਂ, ਜੋ ਵੀ ਟ੍ਰਾਂਸਫਰਸ ਹੋਈਆਂ ਲੈਂਡ ਦੇ ਰਿਗਾਰਡਿੰਗ ਲੈਂਡ that presumed to be invalid, ਠੀਕ ਹੈ, ਉਹਨਾਂ ਨੂੰ ਮੱਦੇਨਜ਼ਰ ਨਹੀਂ ਰੱਖਿਆ ਗਿਆ ਜਦੋਂ ਕਿਸੇ ਦੀ ਲੈਂਡ ਸੀਲਿੰਗ ਕੀਤੀ ਗਈ, ਉਹਨੂੰ ਇਗਨੋਰ ਕਰਦੇ ਹੋਏ ਲੈਂਡ ਸੀਲਿੰਗ ਦਾ ਜਿਹੜਾ ਐਕਟ ਲਾਗੂ ਕੀਤਾ ਗਿਆ। ਆਪਾਂ ਚੈਪਟਰ 1 ਪੜਾਂਗੇ ਜੀ, ਪ੍ਰੀਲਿਮਿਨਰੀ ਸ਼ਾਰਟ ਟਾਈਟਲ ਐਕਸਟੈਂਟ ਐਂਡ ਕਮੈਂਸਮੈਂਟ ਕਦੋਂ ਹੋਇਆ? 72 ਦੇ ਵਿੱਚ ਇਹ ਲੈਂਡ, ਇਸ ਐਕਟ ਨੂੰ ਕਿਹਾ ਗਿਆ ਲੈਂਡ ਰਿਫਾਰਮਸ ਐਕਟ 1972। ਜੋ ਹੀ ਐਕਟ ਲਾਗੂ ਹੋਇਆ ਤਾਂ ਉਸ ਵੇਲੇ ਐਕਸਟੈਂਟ ਟੂ ਹੋਲ ਆਫ ਪੰਜਾਬ, ਸਟੇਟ ਆਫ ਪੰਜਾਬ, ਪੂਰੇ ਪੰਜਾਬ ਦੇ ਉੱਪਰ ਲਾਗੂ ਹੋਇਆ, ਇਨਕਲੂਡਿੰਗ ਪੈਪਸੂ ਦੇ ਏਰੀਆ ਸੀ, ਉਹਦੇ ਵਿੱਚ ਸਾਰਿਆਂ ਤੇ ਲਾਗੂ ਹੋ ਗਿਆ ਜੀ, ਕਿਉਂਕਿ ਪੈਪਸੂ ਦਾ ਏਰੀਆ ਪੰਜਾਬ ਦੇ ਵਿੱਚ ਮੱਧ ਹੋ ਚੁੱਕਿਆ ਸੀਗਾ, ਠੀਕ ਹੈ। ਇਟ ਸ਼ੈਲ ਕਮ ਇਨਟੂ ਫੋਰਸ ਐਟ ਵੰਸ, ਜੋ ਹੀ ਇਹ ਗਜ਼ਟ ਨੋਟੀਫਿਕੇਸ਼ਨ ਹੋਈ ਉਸ ਵੇਲੇ ਇਹ ਫੋਰਸ ਦੇ ਵਿੱਚ ਹੋ ਗਿਆ। ਅੱਗੇ ਸੀ ਸੈਕਸ਼ਨ 2 ਡਿਕਲੇਰੇਸ਼ਨ
as to giving effect to certain directive principles। मतलब ਇਹ ਐਕਟ ਕਿਉਂ ਬਣਿਆ? ਆਪਾਂ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਏਗਾ, ਦੇਖੋ ਤੁਸੀਂ ਪੋਲੀਟੀਕਲ ਸਾਇੰਸ ਸਭ ਨੇ ਪੜ੍ਹੀ ਹੋਈ ਹੈ, ਕਿਸੇ ਨੇ ਹਾਇਰ ਲੈਵਲ ਤੱਕ ਵੀ ਪੜ੍ਹੀ ਹੈ, ਕਿਸੇ ਨੇ ਮੀਡੀਅਮ ਲੈਵਲ ਤੱਕ ਪੜ੍ਹੀ ਹੈ। ਡਾਇਰੈਕਟਿਵ ਪ੍ਰਿੰਸੀਪਲਸ ਕੀ ਹੁੰਦੇ ਆ? ਫੰਡਾਮੈਂਟਲ ਰਾਈਟਸ ਹੁੰਦੇ ਆ ਡਾਇਰੈਕਟਿਵ ਪ੍ਰਿੰਸੀਪਲਸ ਹੁੰਦੇ ਆ। ਫੰਡਾਮੈਂਟਲ ਰਾਈਟਸ ਦੇ ਅਧੀਨ ਤੱਕ ਕੀ ਹੁੰਦਾ ਹੈ? ਹਰ ਵਿਅਕਤੀ ਨੂੰ, ਹਰ ਸਿਟੀਜ਼ਨ ਨੂੰ ਸਰਕਾਰ ਵੱਲੋਂ ਸਾਡੇ ਕਨਸਟੀਟਿਊਸ਼ਨਲ ਰਾਈਟਸ ਦਿੱਤੇ ਗਏ ਨੇ। ਜੇ ਸਾਡੀ ਕਿਤੇ ਇਨਫਲੂਐਂਸ ਹੁੰਦੇ ਆ ਸਾਡੇ ਰਾਈਟਸ, ਫੰਡਾਮੈਂਟਲ ਰਾਈਟਸ, ਅਸੀਂ ਕੋਰਟ ਜਾ ਕੇ ਆਪਾਂ ਇਨਫੋਰਸ ਕਰ ਸਕਦੇ ਹਾਂ, ਉਸਨੂੰ ਸੂਟ ਕਰ ਸਕਦੇ ਹਾਂ, ਫਾਈਲ ਕਰ ਸਕਦੇ ਹਾਂ, ਐਪਲੀਕੇਸ਼ਨ ਦੇ ਸਕਦੇ ਹਾਂ। ਇੱਕ ਸਾਡੇ ਡਾਇਰੈਕਟਿਵ ਪ੍ਰਿੰਸੀਪਲਸ ਹੁੰਦੇ ਨੇ। ਡਾਇਰੈਕਟਿਵ ਪ੍ਰਿੰਸੀਪਲਸ ਨੂੰ ਅਸੀਂ ਕੋਰਟ ਦੇ ਵਿੱਚ ਇਨਫੋਰਸ ਨਹੀਂ ਕਰ ਸਕਦੇ। ਡੀਪੀਐਸਪੀ ਹੁੰਦਾ ਜਿਹਨੂੰ ਆਪਾਂ ਕਹਿੰਦੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਡੀਪੀਐਸਪੀ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਇਹ ਕੀ ਸੀ ਪਾਲਿਸੀ? ਜਦੋਂ ਕੋਈ ਪੋਲੀਟੀਕਲ ਪਾਰਟੀਆਂ ਜਦੋਂ ਕੋਈ ਇਲੈਕਸ਼ਨ ਲੜਦੀਆਂ ਸੀਗੀਆਂ ਤਾਂ ਆਪਣੇ ਵਾਅਦੇ ਕਰਦੀਆਂ ਪਬਲਿਕ ਦੇ ਨਾਲ, ਕੀ ਜਾਰੀ ਕੀਤਾ ਜਾਂਦਾ ਉਹਨਾਂ ਵੱਲੋਂ? ਮੈਨੀਫੈਸਟੋ, ਚੋਣ ਮੈਨੀਫੈਸਟੋ ਜਾਰੀ ਕੀਤੇ ਜਾਂਦੇ ਆ। ਚੋਣ ਮੈਨੀਫੈਸਟੋ 'ਚ ਕੀ ਹੈ? ਫੰਡਾਮੈਂਟਲ ਰਾਈਟਸ ਤੇ ਜਿਹੜਾ ਕਨਸਟੀਟਿਊਸ਼ਨ ਹੈ ਸਾਡਾ, ਉਹਨੂੰ ਦੇਖਦੇ ਹੋਏ ਜਿਹੜੇ ਸਾਡੇ ਪਬਲਿਕ ਹੈ, ਸਿਟੀਜ਼ਨਸ ਨੇ, ਉਹਦੇ ਜਿਹੜੇ ਹੈਗੇ ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ ਜੋ ਪਾਲਿਸੀ ਦੱਸੀਆਂ ਗਈਆਂ ਨੇ ਵੀ ਕੀ ਦੇਖਣਾ ਸਰਕਾਰ ਨੇ ਆਮ ਜਨਤਾ ਦੇ ਸੋਸ਼ਲੀ ਤੌਰ ਤੇ, ਇਕਨੋਮਿਕਲ ਤੌਰ ਤੇ ਉਹਨਾਂ ਨੂੰ ਅਸੀਂ ਉਹਨਾਂ ਦੀ ਵੈਲਫੇਅਰ ਦੇਖਣੀ ਹੈ। ਸਰਕਾਰ ਵੱਲੋਂ ਐਸੇ ਕਾਨੂੰਨ ਬਣਾਏ ਜਾਣੇ ਨੇ। ਸਰਕਾਰ ਆਪਦੇ ਵਾਅਦੇ ਕਰਦੀ ਹੈ ਇਲੈਕਸ਼ਨ ਤੋਂ ਪਹਿਲਾਂ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕਰਦੇ ਵੀ ਅਸੀਂ ਆਹ ਕਰਾਂਗੇ ਲੋਕਾਂ ਦੀ ਖਾਤਰ, ਲੋਕਾਂ ਨੂੰ ਅਸੀਂ ਅਪਲਿਫਟ ਕਰਾਂਗੇ, ਸੋਸ਼ਲੀ ਤੌਰ ਤੇ ਅਪਲਿਫਟ ਕਰਾਂਗੇ, ਇਕਨੋਮਿਕਲ ਤੌਰ ਤੇ ਅਪਲਿਫਟ ਕਰਾਂਗੇ, ਹਰ ਘਰ ਦੇ ਰੋਜ਼ਗਾਰ ਦੇਵਾਂਗੇ, ਜਾਂ ਜੋ ਵੀ ਸਰਕਾਰ ਦੀ ਪਾਲਿਸੀਜ਼ ਹੁੰਦੀਆਂ ਉਹ ਪਾਲਿਸੀਜ਼ ਨੂੰ ਲਾਗੂ ਕਰਨ ਦੀ ਖਾਤਰ ਡਾਇਰੈਕਟਿਵ ਪ੍ਰਿੰਸੀਪਲਸ ਨੂੰ ਮੱਦੇ ਨਜ਼ਰ ਰੱਖਿਆ ਜਾਂਦਾ ਹੈ, ਧਿਆਨ 'ਚ ਰੱਖਿਆ ਜਾਂਦਾ ਹੈ ਵੀ ਪਬਲਿਕ ਦੇ ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਨੇ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਵੱਲੋਂ ਪਾਲਿਸੀਜ਼ ਬਣਾਈਆਂ ਜਾਂਦੀਆਂ ਨੇ। ਇਹ ਜਿਹੜਾ ਐਕਟ ਬਣਾਇਆ ਗਿਆ ਇਹ ਵੀ ਇਸ ਪਾਲਿਸੀ ਦੇ ਅਧੀਨ ਬਣਾਇਆ ਗਿਆ। ਸੋਸ਼ਲੀ ਤੌਰ ਤੇ ਆਮ ਜਨਤਾ ਨੂੰ, ਆਮ ਸਿਟੀਜ਼ਨ ਨੂੰ, ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਸੀਗੀਆਂ, ਜਿਨ੍ਹਾਂ ਕੋਲ ਜ਼ਿਆਦਾ ਜ਼ਮੀਨਾਂ ਸੀਗੀਆਂ, ਉਹਨਾਂ ਤੋਂ ਲੈ ਕੇ ਟੈਨੈਂਟਸ ਨੂੰ ਜ਼ਮੀਨਾਂ ਦੇਣੀਆਂ। ਆਪਣਾ ਜਿਹੜਾ ਕਨਸਟੀਟਿਊਸ਼ਨ ਹੈ, ਕਨਸਟੀਟਿਊਸ਼ਨ ਦੇ ਡਾਇਰੈਕਟਿਵ ਪ੍ਰਿੰਸੀਪਲਸ ਦੇ ਜਿਹੜੀ ਸੈਕਸ਼ਨਸ ਹੈਗੀਆਂ ਨੇ ਇੱਥੇ 39 ਆਰਟੀਕਲ 39 BC ਕਲੌਜ਼ਸ ਹੈਗੀਆਂ, ਉਹਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਵੱਲੋਂ ਜਿਹੜਾ ਇਹ ਐਕਟ ਹੈ ਲਾਗੂ ਕੀਤਾ ਗਿਆ। ਠੀਕ ਹੈ ਜੀ। ਅੱਗੇ ਆਪਾਂ ਡੈਫੀਨੇਸ਼ਨ ਕਲਾਸ ਆ ਜਾਂਦੀ ਹੈ। ਡੈਫੀਨੇਸ਼ਨ ਕਲਾਸ ਸੈਕਸ਼ਨ 3 ਇਹ 'ਚ ਕੀ ਹੈ ਜੀ? ਸਬਸੈਕਸ਼ਨ 1 ਅਪਾਇੰਟਡ ਡੇ ਆਪਾਂ ਪਹਿਲਾਂ ਡਿਸਕਸ ਕੀਤਾ ਹੈ। ਹਾਂ, ਇਹਦੇ 'ਚ ਵੀ ਲਿਖਿਆ ਹੋਇਆ ਅਪਾਇੰਟਡ ਡੇ 24th ਡੇ ਆਫ ਜਨਵਰੀ 1971। ਠੀਕ ਹੈ ਜੀ, ਵੀ ਇਹ ਐਕਟ ਲਾਗੂ ਹੋਇਆ 24 ਜਨਵਰੀ 1971 ਨੂੰ ਇਹ ਐਕਟ ਲਾਗੂ ਹੋਇਆ। ਅਪਾਇੰਟਡ ਡੇ ਨੂੰ ਕਿਹਾ ਜਾਂਦਾ ਹੈ। ਜੇ ਤੁਹਾਡੇ ਕੋਲ ਡੈਫੀਨੇਸ਼ਨ ਆ ਜਾਂਦੀ ਹੈ ਵੀ ਅਪਾਇੰਟਡ ਡੇ ਕੀ ਹੁੰਦਾ ਹੈ ਇਸ ਐਕਟ ਦੇ ਵਿੱਚ, ਆਪਾਂ ਇਹੀ ਲਿਖਣਾ ਵੀ 24 ਜਨਵਰੀ 1971 ਨੂੰ ਇਹ ਐਕਟ ਲਾਗੂ ਹੋ ਰਿਹਾ ਹੈ। ਬੰਜਰ ਲੈਂਡ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਿਹੜੀ ਜਦੋਂ ਕੋਈ ਜ਼ਮੀਨ, ਕੋਈ ਲੈਂਡ ਹੈ ਅਨਕਲਟੀਵੇਟਡ ਰਹਿ ਜਾਵੇ, ਵਾਹੀਯੋਗ ਨਾ ਵਾਹੀ ਜਾ ਸਕੇ, ਕਿਸੇ ਵੀ ਕਾਰਨ ਕੋਈ ਡਿਸਪਿਊਟ ਚੱਲਦਾ ਹੋਵੇ ਜ਼ਮੀਨ ਨੂੰ ਲੈ ਕੇ, ਜਾਂ ਕਿਸੇ ਕੋਲ ਰਿਸੋਰਸਸ ਨਾ ਹੋਣ ਉਸ ਜ਼ਮੀਨ ਨੂੰ ਕਲਟੀਵੇਸ਼ਨ ਕਰਨ ਦੇ, ਕਿਸੇ ਕੋਲ ਲੈਂਡ ਹੀ ਜ਼ਿਆਦਾ ਹੋਵੇ, ਵਿਅਕਤੀ ਕੋਲ ਕਿਸੇ ਲੈਂਡ ਕੋਲ ਬਹੁਤ ਵੱਡਾ ਮਾਲਕ ਹੋਵੇ, ਠੀਕ ਹੈ ਜੀ, ਕਿਸੇ ਜ਼ਮੀਨ ਦੇ ਉੱਪਰ 145 ਲੱਗ ਗਈ ਹੋਵੇ, ਸਰਕਾਰ ਕੋਲ ਕਬਜ਼ਾ ਆ ਗਿਆ ਹੋਵੇ, ਅੱਗੇ ਫਰਦਰ ਉਸ ਨੂੰ ਤਰੀਕੇ ਦੇ ਨਾਲ ਨਾ ਦਿੱਤਾ ਗਿਆ ਹੋਵੇ, 146 ਦੇ ਅਧੀਨ ਸਰਕਾਰ ਕੋਲ ਕਬਜ਼ਾ ਹੋਵੇ, ਜਾਂ ਡਿਸਪਿਊਟ ਚੱਲ ਰਿਹਾ ਹੋਵੇ ਤੇ ਪ੍ਰਾਪਰਟੀ ਦੋਨੇ ਪਾਰਟੀਆਂ ਵਾਹੀ ਨਾ ਕਰ ਰਹੀਆਂ ਹੋਣ, ਜ਼ਮੀਨ ਖਾਲੀ ਰਹਿ ਜਾਵੇ, 4 ਸਾਲ ਤੱਕ ਵਾਹੀ ਨਾ ਜਾਵੇ, ਤਾਂ ਉਸਨੂੰ ਉਹ ਜਿਹੜੀ ਲੈਂਡ ਹੁੰਦੀ ਹੈ, ਜਿਵੇਂ ਉਹ 'ਚ ਕਿੱਕਰਾਂ ਹੋ ਗਈਆਂ, ਇਹ ਹੋ ਗਿਆ, ਠੀਕ ਹੈ ਜੀ, ਖਾਲੀ ਰਹਿ ਜਾਏ ਤਾਂ ਉਸਨੂੰ ਅਸੀਂ ਬੰਜਰ ਲੈਂਡ ਕਹਿੰਦੇ ਹਾਂ। ਕਲੈਕਟਰ ਦੀ ਜਿਹੜੀ ਪਰਿਭਾਸ਼ਾ ਹੈ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਉਹ ਪਿਛਲੇ ਐਕਟ 'ਚ ਵੀ ਆਈ ਸੀਗੀ, ਇਸ ਐਕਟ 'ਚ ਫਿਰ ਦਿੱਤੀ ਗਈ ਹੈ, ਉਹ ਪੰਜਾਬ ਲੈਂਡ ਐਕਟ ਦੇ ਵਿੱਚ ਆ ਜਾਂਦੀ ਹੈ। ਠੀਕ ਹੈ, ਕਲੈਕਟਰ ਜਿਹੜਾ ਹੈਗਾ ਫਸਟ ਗ੍ਰੇਡ ਤੋਂ ਘੱਟ ਉੱਪਰ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਆਪਾਂ ਉੱਥੋਂ ਦੇ ਦਾਂਗੇ ਸੈਕਸ਼ਨ 6 ਦੇ ਵਿੱਚੋਂ ਜਾ ਕੇ ਦੇ ਦਾਂਗੇ ਇਹਦੀ ਪਰਿਭਾਸ਼ਾ ਪੰਜਾਬ ਲੈਂਡ ਐਕਟ ਦੀ ਸੈਕਸ਼ਨ 6 ਦੇ ਵਿੱਚ ਹੈਗੀ ਹੈ ਡਿਟੇਲ ਦੇ ਵਿੱਚ। ਕਲੈਕਟਰ ਮੀਨਸ ਦ ਕਲੈਕਟਰ ਆਫ ਦ ਡਿਸਟ੍ਰਿਕਟ ਹੈ ਜੀ, ਕਲੈਕਟਰ ਆਫ ਦ ਡਿਸਟ੍ਰਿਕਟ ਔਰ ਐਨੀ ਅਦਰ ਆਫਿਸਰ not below the rank of AC first grade empowered in that behalf by the state government। मतलब कहता भाव इत्थे तां कहा गया कलैक्टर not below the rank of first grade। कई बार कलैक्टर दी जिहड़ियां पावर्स ने किसी पर्टिकुलर केस दे विच इस नूं दित्तियां जांदियां हुंदियां ने, AC फर्स्ट ग्रेड नूं दित्तियां जांदियां ने। पर तहसीलदार नायब तहसीलदार कोल कलैक्टर दी पावरां नहीं आंदियां, कदे उन्हां कोल असिस्टेंट कलैक्टर फर्स्ट ग्रेड या
ਸੈਕੰਡਰੀ ਦੇ ਪਾਵਰਸ ਦੀ ਹੁੰਦੀਆਂ ਨੇ। ਠੀਕ ਹੈ ਜੀ, ਡਿਸਟ੍ਰਿਕਟ ਦੇ ਜਿਹੜੇ ਮੈਜਿਸਟ੍ਰੇਟ ਹੈ, ਡਿਸਟ੍ਰਿਕਟ ਦਾ ਜਿਹੜਾ ਡੀਸੀ ਹੈ, ਉਹਨੂੰ ਹੀ ਕਲੈਕਟਰ ਅਸੀਂ ਕਹਿੰਦੇ ਆ। ਨੈਕਸਟ ਆ ਗਿਆ ਜੀ ਫੈਮਿਲੀ। ਫੈਮਿਲੀ ਦੀ ਪਰਿਭਾਸ਼ਾ ਦੇਖੋ, ਇਹ ਇਟ ਇਜ਼ ਆਲਸੋ ਇੰਪੋਰਟੈਂਟ ਵਰਡ ਹੈਗਾ ਇਸ ਸੈਕਸ਼ਨ ਦੇ ਵਿੱਚ, ਇਸ ਐਕਟ ਦੇ ਵਿੱਚ। ਫੈਮਿਲੀ ਇਨ ਰਿਲੇਸ਼ਨ ਟੂ ਪਰਸਨ। ਜੇ ਕੋਈ ਫੈਮਿਲੀ ਹੈ, ਫੈਮਿਲੀ ਕਿਹਨੂੰ ਕਹਾਂਗੇ ਅਸੀਂ? ਫੈਮਿਲੀ ਦੇ ਵਿੱਚ ਉਹਦੀ ਵਾਈਫ ਆ ਜਾਂਦੀ ਹੈ। ਜੇ ਕੋਈ ਲੈਂਡ ਓਨਰ, ਲੇਡੀ ਲੈਂਡ ਓਨਰ ਹੈ ਤਾਂ ਉਹਦਾ ਹਸਬੈਂਡ ਵਾਈਫ ਫੈਮਿਲੀ ਵਿੱਚ ਆ ਜਾਂਦਾ। ਤੇ ਜਿਹੜੇ ਮਾਈਨਰ ਬੱਚੇ ਹੈ ਜੀ, ਮਾਈਨਰ ਚਿਲਡਰਨ ਸਾਰੇ ਫੈਮਿਲੀ ਵਿੱਚ ਆ ਜਾਂਦੇ ਨੇ। ਪਰ ਇੱਥੇ ਸ਼ਰਤ ਲਗਾਤੀ, ਜੇ ਕਿਸੇ ਮਾਈਨਰ ਡਾਟਰ ਦੀ ਮੈਰਿਜ ਹੋ ਜਾਂਦੀ ਹੈ ਤਾਂ ਉਹਦੀ ਫੈਮਿਲੀ ਤੋਂ ਬਾਹਰ ਕੱਢ, ਉਹ ਫੈਮਿਲੀ 'ਚ ਇਨਕਲੂਡ ਨਹੀਂ ਕੀਤੀ ਜਾਂਦੀ। ਠੀਕ ਹੈ ਜੀ, ਹੁਣ ਅਸੀਂ ਫੈਮਿਲੀ 'ਚ ਨਹੀਂ ਕਹਿੰਦੇ। ਮੈਰਿਡ ਡਾਟਰ ਮੇ ਬੀ ਮਾਈਨਰ, ਨਾਟ ਇਨਕਲੂਡਡ ਇਨ ਦਾ ਫੈਮਿਲੀ। ਮਾਈਨਰ ਬੱਚੇ, ਵਾਈਫ ਜਾਂ ਹਸਬੈਂਡ ਦੋਨੋਂ, ਠੀਕ ਹੈ ਜੀ, ਤੇ ਮਾਈਨਰ ਬੱਚੇ ਉਹ ਇੱਕ ਫੈਮਿਲੀ ਦੀ ਪਰਿਭਾਸ਼ਾ 'ਚ ਆਉਂਦੇ ਆ। ਅੱਗੇ ਫੈਮਿਲੀ ਕਿੰਨੀ ਜ਼ਮੀਨ ਰੱਖ ਸਕਦੀ ਹੈ, ਕਿੰਨੀ ਯੂਨਿਟ ਰੱਖ ਸਕਦੀ ਹੈ, ਉਹਦੇ ਬਾਰੇ ਆਪਾਂ ਫਰਦਰ ਡਿਸਕਸ ਕਰਾਂਗੇ ਇਹਦੇ ਵਿੱਚ। ਤੇ ਇੱਥੇ ਇੰਨਾ ਕੀ ਡਿਸਕਸ ਕਰਾਂਗੇ ਵੀ ਫੈਮਿਲੀ ਕਿਹੜੀ ਕਿਹੜੀ ਹੁੰਦੀ ਹੈ, ਹਸਬੈਂਡ, ਵਾਈਫ ਤੇ ਮਾਈਨਰ ਬੱਚੇ। ਬਟ ਨਾਟ ਇੱਥੇ ਕੁਐਸਚਨ ਆ ਜਾਂਦਾ ਹੈ ਵੀ ਕੀ ਮੈਰਿਡ ਡਾਟਰ ਫੈਮਿਲੀ ਦੀ ਪਰਿਭਾਸ਼ਾ ਵਿੱਚ ਆਉਂਦੀ ਹੈ ਜਾਂ ਨਹੀਂ ਆਉਂਦੀ। ਤੁਸੀਂ ਨੋ ਲਿਖਣਾ ਪਹਿਲਾਂ ਸੈਕਸ਼ਨ ਦੇ ਦੇਖ ਕੇ, ਇੱਥੇ ਸੈਕਸ਼ਨ 3 ਦੀ ਸਬ ਸੈਕਸ਼ਨ 4 ਲਿਖ ਕੇ ਫੈਮਿਲੀ ਦੀ ਪਰਿਭਾਸ਼ਾ ਤੁਸੀਂ ਲਿਖ ਸਕਦੇ ਹੋ, ਫੈਮਿਲੀ ਦੀ ਪੂਰੀ ਪਰਿਭਾਸ਼ਾ ਲਿਖ ਸਕਦੇ ਹੋ, ਤੇ ਨਾਲ ਵਰਡ ਜਿਹੜਾ ਤੁਹਾਡਾ ਹੈਗਾ ਨੋ, ਪਹਿਲਾਂ ਨੋ ਲਿਖੋਗੇ, ਫਿਰ ਤੁਸੀਂ ਇਹਨੂੰ ਡਿਟੇਲ ਦੇ ਦਿਓ। ਮੈਰਿਡ ਡਾਟਰ ਨਾਟ ਇਨਕਲੂਡਡ ਵਿਦ ਇਨ ਦਾ ਫੈਮਿਲੀ। ਨੈਕਸਟ ਹੈ ਜੀ ਲੈਂਡ। ਲੈਂਡ ਦੀ ਫਿਰ ਆਪਾਂ ਕਈ ਵਾਰੀ ਗੱਲ ਕੀਤੀ ਹੈ, ਲੈਂਡ ਕੀ ਹੁੰਦੀ ਹੈ? ਲੈਂਡ ਮੀਨਸ ਲੈਂਡ ਵਿਚ ਇਜ਼ ਨਾਟ ਆਕੂਪਾਈਡ ਦਾ ਸਾਈਟ ਆਫ ਐਨੀ ਬਿਲਡਿੰਗ ਇਨ ਅ ਟਾਊਨ ਔਰ ਵਿਲੇਜ। ਜਿਵੇਂ ਕਿ ਆਪਾਂ ਗੱਲ ਕਰਦੇ ਸੀ ਲਾਲਗੀਰ ਦੇ ਅੰਦਰ, ਪਿੰਡ ਸ਼ਹਿਰ ਦੇ ਅੰਦਰ ਜਿਹੜੀ ਕੋਈ ਪ੍ਰਾਪਰਟੀ ਹੁੰਦੀ ਹੈ ਕਿਸੇ ਦੀ ਮਾਲਕ ਦੀ, ਉਹਨੂੰ ਅਸੀਂ ਲੈਂਡ ਨਹੀਂ ਕਹਿੰਦੇ। ਇਹ ਲੈਂਡ ਹੁੰਦੀ ਕਿਹੜੀ ਹੈ? ਜਿਹੜੀ ਐਗਰੀਕਲਚਰ ਪਰਪਸ ਲਈ ਯੂਜ਼ ਹੁੰਦੀ ਹੈ। ਐਗਰੀਕਲਚਰ ਪਰਪਸ ਲਈ ਜਿਹੜੀ ਜ਼ਮੀਨ ਯੂਜ਼ ਹੁੰਦੀ ਹੈ, ਜੇ ਉੱਥੇ ਕੋਈ ਸਟਰਕਚਰ ਬਣਿਆ ਹੋਇਆ ਹੈਗਾ, ਠੀਕ ਹੈ, ਉਹ ਲੈਂਡ ਦੀ ਪਰਿਭਾਸ਼ਾ ਵਿੱਚ ਆਉਂਦਾ ਹੈ। ਜੇ ਕੋਈ ਘਰ ਬਣੇ ਹੋਏ ਨੇ, ਜੇ ਕੋਈ ਪਸ਼ੂਆਂ ਦੇ ਲਈ ਸ਼ੈੱਡ ਪਏ ਹੋਏ ਨੇ, ਡੰਗਰਾਂ ਦੇ ਲਈ ਸ਼ੈੱਡ ਪਏ ਹੋਏ ਨੇ, ਠੀਕ ਹੈ, ਉਹ ਉਹਦੇ ਵਿੱਚ ਆ ਜਾਂਦੇ ਨੇ। ਸਾਈਟ ਆਫ ਦਾ ਬਿਲਡਿੰਗਸ ਐਂਡ ਸਟਰਕਚਰਸ ਔਨ ਸੱਚ ਲੈਂਡ। ਬੰਜਰ ਲੈਂਡ ਨੂੰ ਵੀ ਅਸੀਂ ਲੈਂਡ ਦੀ ਪਰਿਭਾਸ਼ਾ ਚ ਕਹਿੰਦੇ ਹਾਂ ਜੀ। ਇਹ ਹੈਗੀ ਹੈ ਡੈਫੀਨੇਸ਼ਨ 3 ਦੀ ਸਬ ਸੈਕਸ਼ਨ 5 ਦੀ ਕਲੌਜ਼ ਇਹ ਦਿੱਤੀ ਗਈ ਹੈ। ਇਹਦੇ ਵਿੱਚ ਵੀ ਅਸੀਂ ਇੱਕ ਹੈਗਾ ਵੀ ਬੰਜਰ ਲੈਂਡ ਵੀ, ਜੇ ਕੋਈ ਖੇਤ ਦੇ ਵਿੱਚ ਕੋਈ ਬਿਲਡਿੰਗ ਬਣੀ ਹੋਈ ਹੈ, ਉਹ ਵੀ ਲੈਂਡ ਦੀ ਪਰਿਭਾਸ਼ਾ ਵਿੱਚ ਆਏਗੀ। ਕੋਈ ਤੂੜੀ ਦਾ ਕੋਠਾ ਪਾਇਆ ਹੋਇਆ ਜੀ, ਕੋਈ ਕੰਬਾਈਨ ਖੜੀ ਕਰਨ ਦੇ ਲਈ ਸ਼ੈੱਡ ਪਾਇਆ ਹੋਇਆ, ਤਾਂ ਅਸੀਂ ਇਹ ਸਾਰਾ ਚੀਜ਼ਾਂ, ਮਕਾਨ ਪਾਇਆ ਹੋਇਆ ਆਪਦੇ ਰਹਿਣ ਦੇ ਲਈ, ਫਾਰਮ ਹਾਊਸ ਬਣਾਇਆ ਹੋਇਆ, ਇਹ ਸਾਰਾ ਲੈਂਡ ਦੀ ਪਰਿਭਾਸ਼ਾ ਵਿੱਚ ਆਏਗਾ। ਪਰ ਜੇ ਕਿਹੜੀ ਪਿੰਡ ਦੇ ਵਿੱਚ ਕੋਈ ਘਰ ਪਿਆ ਹੋਇਆ, ਉਹ ਲੈਂਡ ਦੀ ਪਰਿਭਾਸ਼ਾ 'ਚ ਨਹੀਂ ਆਉਂਦਾ। ਅੱਗੇ ਲੈਂਡ ਓਨਰ ਆ ਗਿਆ ਜੀ, ਸੈਕਸ਼ਨ 6 ਸਬ ਸੈਕਸ਼ਨ 6 ਸੌਰੀ। ਲੈਂਡ ਓਨਰ ਪੰਜਾਬ ਲੈਂਡ ਐਕਟ ਵਿੱਚ ਦੱਸਿਆ ਗਿਆ ਜੀ। ਲੈਂਡ ਓਨਰ ਕੌਣ ਹੁੰਦਾ ਹੈ? ਲੈਂਡ ਓਨਰ ਹੂ ਪੇਜ਼ ਦਾ ਲੈਂਡ ਰੈਵਨਿਊ। ਓਨਰ ਆਫ ਦਾ ਲੈਂਡ, ਸਿੰਪਲ ਲਿਖ ਸਕਦੇ ਹੋ, ਓਨਰ ਆਫ ਦਾ ਲੈਂਡ ਹੂ ਪੇਜ਼ ਦਾ ਲੈਂਡ ਰੈਵਨਿਊ has the rights to transfer of our land is called to the landowner of the land। ਇਹ ਐਕਟ ਦਾ ਹਵਾਲਾ, ਲੈਂਡ ਰੈਵਨਿਊ ਐਕਟ ਦਾ ਹਵਾਲਾ ਦੇਖੋ 87 ਦਾ, ਠੀਕ ਹੈ ਜੀ। ਲੈਂਡ ਓਨਰ ਇਹਦੇ ਵਿੱਚ ਇਹ ਵੀ ਕਿਹਾ ਗਿਆ ਨਾ, ਲੈਂਡ ਓਨਰ ਕੌਣ ਹੁੰਦਾ ਹੈ? ਮੌਰਗੇਜ ਵਿਦ ਪੋਜੈਸ਼ਨ, ਉਹ ਵੀ ਲੈਂਡ ਓਨਰ ਹੋ ਸਕਦਾ ਹੈ। ਲੋਟਰੀ ਨੂੰ ਵੀ ਅਸੀਂ ਲੈਂਡ ਓਨਰ ਕਹਿ ਸਕਦੇ ਹਾਂ। ਕਈ ਵਾਰੀ ਕੰਡੀਸ਼ਨ ਇਦਾਂ ਦਾ ਪੁੱਛ ਲਿਆ ਜਾਂਦਾ ਹੈ ਵੀ ਕੀ ਅਸੀਂ ਮੌਰਗੇਜ ਵਿਦ ਪੋਜੈਸ਼ਨ ਜਿਹੜਾ ਹੈਗਾ ਵਿਅਕਤੀ, ਉਹਨੂੰ ਅਸੀਂ ਲੈਂਡ ਓਨਰ ਕਹਿ ਸਕਦੇ ਹਾਂ? ਯੈਸ। ਅਲੋਟੀ ਨੂੰ ਲੈਂਡ ਓਨਰ ਕਹਿ ਸਕਦੇ ਹਾਂ। ਉਹ ਤਾਂ ਆਪਾਂ ਨੂੰ ਸਾਨੂੰ ਪਤਾ ਹੀ, ਜੇ ਕਿਸੇ ਅਲੋਟੀ ਨੂੰ ਜ਼ਮੀਨ ਅਲਾਟ ਹੋ ਗਈ ਤਾਂ ਉਹ ਲੈਂਡ ਓਨਰ ਬਣ ਜਾਂਦਾ ਹੈ। ਮਾਈਨਰ ਕੀ ਹੈ ਜੀ? 18 ਸਾਲ ਤੋਂ ਘੱਟ ਜਿਹੜੀ ਏਜ ਹੈਗੀ ਹੈ, ਇੱਥੇ ਮਾਈਨਰ ਦੀ ਪਰਿਭਾਸ਼ਾ ਦਿੱਤੀ ਗਈ ਹੈ। ਜਿਵੇਂ ਆਪਾਂ 21 ਸਾਲ ਦੀ ਗੱਲ ਕਰ ਲੈਂਦੇ ਕਿ ਐਕਟਾਂ ਦੇ ਵਿੱਚ 21 ਸਾਲ ਹੈ, 18 ਸਾਲ ਹੈ। ਮੈਰਿਜ ਐਕਟ ਦੇ ਵਿੱਚ ਲੜਕੀ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ। ਇਸ ਕਰਕੇ ਉਸ ਕਨਫਿਊਜ਼ਨ ਨੂੰ ਖਤਮ ਕਰਨ ਦੀ ਖਾਤਰ ਇੱਥੇ ਨੇ ਪਰਿਭਾਸ਼ਾ ਤੇ ਵੀ ਜਿਹੜਾ ਮਾਈਨਰ ਹੈ ਸੀ 18 ਸਾਲ ਤੋਂ, ਵੈਸੇ ਤਾਂ ਆਪਾਂ ਪਤਾ ਹੀ ਆ ਵੀ 18 ਸਾਲ ਤੋਂ ਛੋਟੀ ਉਮਰ ਦਾ ਬੱਚਾ ਜਿਹੜਾ ਹੈਗਾ ਉਹ ਮੇ ਵੀ ਮੇਲ ਔਰ ਫੀਮੇਲ ਹੀ ਇਜ਼ ਮਾਈਨਰ। ਪਰ ਇੱਥੇ ਨੇ ਫਿਰ ਵੀ ਕਲੀਅਰ ਕੀਤਾ ਵੀ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਾ ਰਹੇ। ਔਰਚਰਡ ਅੱਗੇ ਸਬ ਸੈਕਸ਼ਨ 8 ਹੈ ਜੀ। ਔਰਚਰਡ ਇਹਨੂੰ ਅਸੀਂ ਬਗੀਚੇ ਕਹਿ ਦਿੰਦੇ ਹਾਂ। ਉਹ ਬਗੀਚਾ ਹੈ, ਉਹ ਕੰਪੈਕਟ ਏਰੀਆ, ਫਰੂਟਫੁਲ ਬੀਅਰਿੰਗ ਟਰੀਜ਼ ਹੋਣੇ, ਉਹਦੇ ਵਿੱਚ ਜਿਹੜੇ ਫਰੂਟਫੁਲ ਦੇ ਜਿਹੜੇ ਫਰੂਟ ਦੇ ਜਿਹੜੇ ਬਾਗ ਨੇ ਉਹ ਲੱਗੇ ਹੋਏ ਹੋਣੇ ਚਾਹੀਦੇ ਨੇ। ਉਹਨਾਂ ਦੀ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ?
उनकी गिनती इन्नी होनी चाहिए, ये ना हो भी कोई मतलब कि बहुत छेदे छेदे बूटे लगा दिते ते असीं उहनूं कहांगे जी बाग है जी, क्योंकि उस समय ਦੇ ਵਿੱਚ ਜਿਹੜੇ ਪੁਰਾਣੇ ਐਕਟ ਨੇ, ਜਿਹੜੇ ਬਾਗ ਸੀਗੇ ਉਹ ਸੀਲਿੰਗ ਤੋਂ ਉਹਨਾਂ ਨੂੰ ਜਮ੍ਹਾਂ ਕੀਤਾ ਜਾਂਦਾ ਸੀਗਾ। ਇਸ ਕਰਕੇ ਇੱਥੇ ਇਹਨੇ ਥੋੜਾ ਜਿਹਾ ਡਿਟੇਲ ਦਿੱਤੀ ਹੈ ਪਰਿਭਾਸ਼ਾ ਵੀ ਜਿਹੜਾ ਬਾਗ ਹੈ, ਬਾਗ ਦੇ ਬੂਟੇ ਇੰਨੇ ਕੁ ਹੋਣੇ ਚਾਹੀਦੇ ਨੇ ਵੀ ਉਹ ਬਾਗ ਹੀ ਹੋਵੇ, ਉਹਦੇ ਵਿੱਚ ਆਮ ਤੁਸੀਂ ਦੁਬਾਰਾ ਫਿਰ ਖੇਤੀ ਨਾ ਕਰ ਸਕਦੇ ਹੋਵੋ। ਠੀਕ ਹੈ, ਜਦੋਂ ਉਹ ਵੱਡੇ ਹੋਣ ਬੂਟੇ ਤਾਂ ਉਹ ਬਾਗ ਦੀ ਪਰਿਭਾਸ਼ਾ, ਬਾਗ ਲੱਗਦਾ ਹੋਵੇ ਵੀ ਇਹ ਬਾਗ ਹੈਗਾ। ਠੀਕ ਹੈ, ਉਹ 'ਚ ਹੋਰ ਖੇਤੀ ਜਿਹੜੀ ਕਰਨੀ ਹੈ ਸੰਭਵ ਹੋਵੇ, ਪ੍ਰਿਕਲੂਡਡ ਹੋਵੇ, but preclude is substantial part of such land from being used for any other agricultural purpose, किसी एग्रीकल्चर ਦੇ ਹੋਰ ਪਰਪਸ ਲਈ ਉਹ ਯੂਜ਼ ਕਰਨ ਦੇ ਯੋਗ ਨਾ ਹੋਵੇ, ਪਰ ਬੇਸ਼ੱਕ ਯੂਜ਼ ਕਰ ਲੇ ਕੋਈ, ਪਰ ਯੂਜ਼ ਕਰਨ ਦੇ ਯੋਗ ਨਾ ਹੋਵੇ। ਪਰ ਉਹ ਜਿਹੜੇ ਹੈਗੇ ਆ ਇਹ ਵੀ ਨਾਲ ਇਹਨੇ ਕਹਿ ਦਿੱਤਾ ਵੀ ਬਨਾਨਾ ਦੇ ਜਿਹੜੇ ਬੂਟੇ ਉਹ ਲਗਾਏ ਜਾ ਸਕਦੇ ਹੋਣਗੇ, ਬਨਾਨਾ ਗਾਵਾ ਟਰੀ ਵੀ ਲਗਾਏ ਜਾ ਸਕਦੇ ਹੋਣ ਤੇ ਅੰਗੂਰ ਦੀਆਂ ਬੇਲਾਂ ਵੀ ਲਗਾ ਸਕਦੇ ਹੋਣ। ਉਹਨੂੰ ਅਸੀਂ ਇਹ ਔਰਚਰਡ ਦੀ ਪਰਿਭਾਸ਼ਾ ਕਹੀ ਗਈ ਹੈ, ਪਰ ਉਹਨੇ ਕਿਹਾ ਵੀ ਬਾਗ ਹੀ ਹੋਵੇ, ਇੰਨੇ ਕੁ ਉਹਦੇ ਬੂਟਿਆਂ ਦੀ ਗਿਣਤੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਬਾਗ ਲੱਗੇ, ਉਹਨੂੰ ਹੋਰ ਖੇਤੀ ਦੇ ਪਰਪਸ ਲਈ ਯੂਜ਼ ਨਾ ਕੀਤਾ ਜਾ ਸਕੇ ਪ੍ਰੋਪਰ ਤੌਰ ਤੇ। ਠੀਕ ਹੈ ਜੀ। ਨੈਕਸਟ ਆ ਗਿਆ ਜੀ ਪੈਪਸੂ ਲਾਅ। ਪੈਪਸੂ ਲਾਅ ਹੁਣ ਆਪਾਂ ਪੜ੍ਹ ਕੇ ਹਟੇ ਹਾਂ। ਪੈਪਸੂ ਲਾਅ ਦੀ ਪੂਰੀ ਪਰਿਭਾਸ਼ਾ ਕੀ ਹੈ? ਪੈਪਸੂ ਟੈਨੈਂਸੀ ਐਂਡ ਐਗਰੀਕਲਚਰ ਲੈਂਡ ਐਕਟ 1955, ਜਿਹੜਾ ਕਿ ਪੈਪਸੂ ਸਟੇਟ ਦੇ ਲਾਗੂ ਹੁੰਦਾ ਸੀਗਾ, ਇਹਨੂੰ ਪੈਪਸੂ ਲਾਅ ਕਿਹਾ ਗਿਆ। ਇਹਨੇ ਸ਼ਾਰਟ ਦੇ ਵਿੱਚ ਨਾ ਇਹਨਾਂ ਦੋਨਾਂ ਐਕਟਾਂ ਨੂੰ, ਜਿੱਥੋਂ ਕਿਤੇ ਇਹ ਐਕਟ ਲਾਗੂ ਕਰਦਾ ਹੈ, ਇਹ ਜਿਹੜੇ ਦੋ ਅਸੀਂ ਪੜ੍ਹ ਕੇ ਗਏ ਹਾਂ, ਇਹਨਾਂ ਨੂੰ ਦੋਹਾਂ ਨੂੰ ਸ਼ਾਰਟ ਫਾਰਮ ਦੇ ਦਿੱਤੀ। ਇੱਕ ਨੂੰ ਪੰਜਾਬ ਐਕਟ ਕਹਤਾ, ਦੂਜੇ ਨੂੰ ਕਹਤਾ ਪੈਪਸੂ ਐਕਟ। ਜਿਹੜਾ 53 ਵਾਲਾ ਸੀ ਉਹਨੂੰ ਪੰਜਾਬ ਐਕਟ ਕਿਹਾ ਜਾਂਦਾ ਹੈ। ਅਸੀਂ ਪੜ੍ਹਾਂਗੇ ਕਿਤੇ ਇਹ ਸ਼ਾਰਟ 'ਚ ਵਾਰ-ਵਾਰ ਯੂਜ਼ ਹੁੰਦੇ ਆ ਵਰਡ। ਇੱਕ ਪੰਜਾਬ ਐਕਟ ਹੈ 1953 ਵਾਲਾ, ਦੂਜਾ ਪੈਪਸੂ ਐਕਟ ਹੈ 1955। ਇੱਥੇ ਪੈਪਸੂ ਐਕਟ ਦੀ ਗੱਲ ਕਰਦਾ ਹੈ। ਪੈਪਸੂ ਐਕਟ, ਪੈਪਸੂ ਲਾਅ ਮੀਨਸ ਦ ਪੈਪਸੂ ਟੈਨੈਂਸੀ ਐਂਡ ਐਗਰੀਕਲਚਰ ਲੈਂਡ ਐਕਟ 1955। ਦੈਨ ਆ ਜਾਂਦਾ ਜੀ ਪਰਸਨ। ਪਰਸਨ ਕੀ ਹੈ? ਪਰਸਨ ਇੱਥੇ ਇਹ ਨਹੀਂ ਹੈ ਵੀ ਇਕੱਲਾ ਮਾਲਕ ਨੂੰ ਹੀ ਪਰਸਨ ਕਿਹਾ ਜਾਂਦਾ ਹੈ। ਪਰਸਨ ਜਿਹੜੀ ਪਰਿਭਾਸ਼ਾ ਹੈ, ਕੋਈ ਕੰਪਨੀ ਵੀ ਹੋ ਸਕਦੀ ਹੈ ਜਿਹੜੀ ਜ਼ਮੀਨ ਖਰੀਦ ਸਕਦੀ ਹੈ, ਕਿਸੇ ਸਕੂਲ ਦੇ ਨਾਂ ਤੇ ਵੀ ਪ੍ਰੋਪਰਟੀ ਹੋ ਸਕਦੀ ਹੈ, ਉਹਨੂੰ ਵੀ ਅਸੀਂ ਪਰਸਨ ਦੀ ਪਰਿਭਾਸ਼ਾ 'ਚ ਗਿਣਾਂਗੇ। ਕਿਸੇ ਇੰਸਟੀਚਿਊਟ ਦੇ ਨਾਂ ਤੇ ਵੀ ਪ੍ਰੋਪਰਟੀ ਹੋ ਸਕਦੀ ਹੈ, ਕਿਸੇ ਫਰਮ ਦੇ ਨਾਂ ਤੇ, ਕਿਸੇ ਕੰਪਨੀ ਦੇ ਨਾਂ ਤੇ ਵੀ ਪ੍ਰੋਪਰਟੀ ਹੋ ਸਕਦੀ ਹੈ, ਉਹਨੂੰ ਵੀ ਇਹ ਪਰਸਨ ਦੀ ਪਰਿਭਾਸ਼ਾ 'ਚ ਗਿਣਦਾ ਹੈਗਾ। ਠੀਕ ਹੈ ਜੀ। ਪਰਸਨ ਇੰਕਲੂਡਸ ਏ ਕੰਪਨੀ, ਫੈਮਿਲੀ, ਐਸੋਸੀਏਸ਼ਨ or other body of individuals whether incorporated or not and any institution capable of holding property, ਜਿਹਦੇ ਕੋਲੇ ਕੋਈ ਜ਼ਮੀਨ ਰੱਖਣ ਦਾ ਅਧਿਕਾਰ ਹੋਵੇ, ਉਹ ਕੋਈ ਵੀ ਇੰਸਟੀਚਿਊਟ ਹੋ ਸਕਦਾ ਹੈ, ਉਹਨੂੰ ਇੱਥੇ ਪਰਸਨ ਦੀ ਪਰਿਭਾਸ਼ਾ 'ਚ ਗਿਣਿਆ ਜਾਂਦਾ ਹੈ। ਕਿਉਂਕਿ ਪਰਸਨ ਦੀ ਪਰਿਭਾਸ਼ਾ 'ਚ ਇਸ ਕਰਕੇ ਗਿਣਿਆ ਜਾਂਦਾ ਹੈ, ਜਦੋਂ ਐਕਟ ਬਣਾਇਆ ਗਿਆ ਵੀ ਉਹਦੇ ਲਿਖਿਆ ਵੀ ਕਿਹੜਾ ਵਿਅਕਤੀ ਕਿੰਨੀ ਜ਼ਮੀਨ ਰੱਖ ਸਕਦਾ ਹੈ, 30 ਸਟੈਂਡਰਡ ਏਕੜ ਰੱਖ ਸਕਦਾ ਹੈ, ਕਿੰਨੀ 7 ਸਟੈਂਡਰਡ ਏਕੜ ਰੱਖ ਸਕਦਾ ਹੈ। ਇੱਥੇ ਉਹਨੇ ਵਾਰ-ਵਾਰ ਕੰਪਨੀਆਂ ਲਿਖਣ ਦੀ ਥਾਂ ਤੇ ਇੱਕ ਵਾਰੀ ਪਰਸਨ ਯੂਜ਼ ਕਰ ਲਿਆ ਤੇ ਪਰਸਨ ਨੂੰ ਇੱਥੇ ਨੇ ਡਿਟੇਲ ਦਿੱਤੀ। ਠੀਕ ਹੈ ਜੀ। ਅੱਗੇ ਨੈਕਸਟ ਆ ਗਿਆ ਪ੍ਰਸਕ੍ਰਾਈਬ ਮੀਨਸ ਪ੍ਰਸਕ੍ਰਾਈਬਡ ਬਾਈ ਰੂਲਸ ਮੇਡ ਅੰਡਰ ਦਿਸ ਐਕਟ। ਇਸ ਐਕਟ ਦੇ ਥੱਲੇ ਅੱਗੇ ਰੂਲ ਬਣਾਏ ਜਾਂਦੇ ਆ, ਉਹਨਾਂ ਦੀ ਮਤਲਬ ਇਸ ਐਕਟ ਨੂੰ ਲਾਗੂ ਕਰਨ ਦੀ ਖਾਤਰ ਰੂਲਾਂ ਨੂੰ ਦੇਖਿਆ ਜਾਂਦਾ, ਰੂਲਾਂ ਦੇ ਮੁਤਾਬਕ ਐਕਟ ਲਾਗੂ ਕੀਤਾ ਜਾਂਦਾ ਹੈ। ਪੰਜਾਬ ਲਾ ਮੈਂ ਹੁਣ ਆਪਾਂ ਪੜ੍ਹ ਕੇ ਹਟੇ ਹਾਂ, ਪੰਜਾਬ ਸਿਕਿਉਰਿਟੀ ਐਂਡ ਲੈਂਡ ਟੈਨਰ 1953। ਠੀਕ ਹੈ ਜੀ। ਅੱਗੇ ਨੈਕਸਟ ਆ ਗਿਆ ਸੈਲਫ ਕਲਟੀਵੇਸ਼ਨ। ਸੈਲਫ ਕਲਟੀਵੇਸ਼ਨ 'ਚ ਕੀ ਹੈ ਜੀ? ਜਿਹੜੀ ਪ੍ਰੋਪਰਟੀ ਬੰਦਾ, ਜਿਹੜੀ ਜ਼ਮੀਨ ਨੂੰ ਬੰਦਾ ਖੁਦ ਵਾਹ ਰਿਹਾ ਹੋਵੇ, ਮੀਨਸ ਕਲਟੀਵੇਸ਼ਨ ਬਾਈ ਲੈਂਡ ਓਨਰ ਆਈਦਰ ਪਰਸਨਲੀ। ਕਿਉਂਕਿ ਇਹ ਦੇਖੋ ਇਹ ਤਿੰਨੇ ਐਕਟ ਮੈਂ ਤਾਂ ਹੀ ਕਹਿ ਰਿਹਾ ਵੀ ਤਿੰਨੇ ਐਕਟ ਮੈਂ ਤਾਂ ਹੀ ਕਰਵਾ ਰਿਹਾ, ਆਪਾਂ ਇੱਕ ਐਕਟ ਪੜ੍ਹ ਕੇ ਦੂਜੇ ਐਕਟ 'ਚ ਕਨਫਿਊਜ਼ ਨਾ ਹੋਈਏ। ਠੀਕ ਹੈ, ਆਪਾਂ ਹੁਣੀ ਪੜ੍ਹ ਕੇ ਹਟੇ ਹਾਂ ਸੈਲਫ ਕਲਟੀਵੇਸ਼ਨ ਬਾਰੇ। ਇੱਥੇ ਆ ਕੇ ਫਿਰ ਕਿਉਂਕਿ ਐਕਟ ਨਵਾਂ ਲਾਗੂ ਹੋ ਗਿਆ, ਇਹਨੇ ਵੀ ਆਪਣੀ ਪਰਿਭਾਸ਼ਾ ਦੱਸਣੀ ਸੀ ਵੀ ਸੈਲਫ ਕਲਟੀਵੇਸ਼ਨ ਕੌਣ ਹੁੰਦੀ ਹੈ, ਕੀ ਹੁੰਦੀ ਹੈ, ਕਿਵੇਂ ਕਿਹੜੇ ਵਿਅਕਤੀ ਕਰ ਸਕਦੇ ਨੇ। Self cultivation means cultivation by a landowner either personally or through any member of his family or through his brother or through a servant or hired labor under the personal supervision of the landowner or supervision of a member of his family। चाहे वो supervise आप करता है, चाहे उसकी कोई family का member supervise करता है। ठीक है जी। चाहे लेबर दी अपनी परमानेंट लेबर है, चाहे उन्हें हायर की हुई लेबर है। ठीक है जी। Supervision of the landowner or supervision by a member of the family subject to the conditions that a servant or hired labor is paid wages in cash or in kind or party in cash and party in kind but not as a share of the produce।
ਸੈਲਫ ਕਲਟੀਵੇਸ਼ਨ ਦੇ ਵਿੱਚ ਕਹਿੰਦਾ ਜਿਵੇਂ ਆਪਾਂ ਸੀਰੀ ਰੱਖਦੇ ਸੀ, ਸੀਰੀਆਂ 'ਚ ਕੀ ਹੁੰਦਾ ਸੀਗਾ, ਪਹਿਲਾਂ ਅਸੀਂ ਉਹਨੂੰ ਸ਼ੇਅਰ ਦਿੰਦੇ ਸੀ, ਜਾਂ ਜਿਵੇਂ ਵਟਾਈ ਚਾਹੀ ਦੀ ਗੱਲ ਕਰ ਲਈਏ, ਕੋਈ ਜ਼ਮੀਨ ਆਪਾਂ ਠੇਕੇ ਦਿੰਦੇ ਆ, ਠੀਕ ਹੈ ਜੀ, ਠੇਕੇ ਦਿੰਦੇ ਅਸੀਂ 1/3 ਲੈਂਦੇ ਹਾਂ ਉਸ ਤੋਂ, ਜਾਂ 2/3 ਲੈਂਦੇ ਆ, 1/3 ਉਹਨੂੰ ਵਟਾਈ ਚਾਹੀ ਬੰਦਾ ਸਾਡੇ ਤੋਂ ਖੇਤੀ ਵਾਹਣ ਲਈ ਲੈਂਦਾ ਹੈ, ਉਹ ਸੈਲਫ ਕਲਟੀਵੇਸ਼ਨ ਨਹੀਂ ਕਹਿੰਦੀ, ਠੀਕ ਹੈ। ਜੇ ਤੁਸੀਂ ਸ਼ੇਅਰ ਲੈਣਾ ਕਿਸੇ ਫਸਲ ਦਾ ਤਾਂ ਉਹ ਸੈਲਫ ਕਲਟੀਵੇਸ਼ਨ ਨਹੀਂ ਕਹਿੰਦਾ, ਜ਼ਮੀਨ ਕੋਈ ਹੋਰ ਵਾਹ ਰਿਹਾ ਹੋਵੇ। ਨੈਕਸਟ ਆ ਜਾਂਦਾ ਜੀ 14 ਐਮਿਟ ਹੋ ਚੁੱਕਿਆ, ਅੱਗੇ 15 ਟੇਨੈਂਟ ਹੈ। ਟੇਨੈਂਟ ਕੀ ਹੈ? ਟੇਨੈਂਟ ਹੈਜ਼ ਦਾ ਮੀਨਿੰਗ ਅਸਾਈਨਡ ਇਨ ਦਾ ਪੰਜਾਬ ਟੈਨੈਂਸੀ ਐਕਟ 1887। ਉਹੀ ਗੱਲ ਆ ਗਈ, ਟੇਨੈਂਟ ਹੂ ਪੇਜ਼ ਦਾ ਰੈਂਟ। ਟੇਨੈਂਟ ਮੀਨਸ ਹੂ ਪੇਜ਼ ਦਾ ਰੈਂਟ, ਜਿਹੜਾ ਵੀ ਕੋਈ ਟੇਨੈਂਟ ਹੈ ਉਹ ਰੈਂਟ ਪੇ ਕਰਦਾ ਹੈ, ਕਾਹਦੇ ਬਦਲੇ 'ਚ? ਜਿਹੜੀ ਜ਼ਮੀਨ ਉਹਦੇ ਕੋਲੇ ਕਿਸੇ ਮਾਲਕ ਦੀ ਵਾਹੀ ਲਈ ਉਹਨੇ ਵਰਤੀ ਲਈ ਵੀ ਹੈ ਉਹਨੂੰ। ਹੈਲੋ ਹਾਂਜੀ ਹੈਲੋ ਸਰ, ਇਹ 15 ਸਰਪਲਸ ਏਰੀਆ ਹੈ ਜੀ, ਸਰਪਲਸ ਏਰੀਆ ਨਹੀਂ 15? ਸਬਸੈਕਸ਼ਨ 15 ਟੇਨੈਂਟ ਹੈ। ਇੱਥੇ ਸਾਡੇ ਕੋਲ ਸੈਕਸ਼ਨ 15 ਸਰਪਲਸ ਏਰੀਆ ਸਰ। ਸਾਡੀ ਕੁਝ ਬੁੱਕ ਦਾ ਵੀ ਸਰਪਲਸ ਏਰੀਆ ਲੱਗ ਗਿਆ ਹੋਇਆ। ਹਾਂਜੀ, ਕਿਤੇ ਮਿਸਪ੍ਰਿੰਟਿੰਗ ਹੋ ਸਕਦੀ ਹੈ। ਸਬਸੈਕਸ਼ਨ 15 ਹੈਗਾ, ਸਰਪਲਸ ਏਰੀਆ ਹੀ ਹੈ। ਕੋਈ ਗੱਲ ਨਹੀਂ, ਚਲੋ ਆਪਾਂ ਕਿਤੇ ਹੋ ਸਕਦਾ ਬੁੱਕਸ ਕੋਈ ਬਣਾ ਮੋਟਾ ਫਰਕ ਹੋਵੇ, ਪਰ ਸਰਪਲਸ ਏਰੀਆ ਤਾਂ ਸਰਪਲਸ ਏਰੀਆ ਕੀ ਹੋਇਆ? ਸਰਪਲਸ ਏਰੀਆ ਉਹ ਹੁੰਦਾ ਹੈ ਜਦੋਂ ਕਿਸੇ ਜ਼ਮੀਨ ਮਾਲਕ ਦਾ ਪਰਮਿਸਿਬਲ ਏਰੀਆ ਛੱਡ ਕੇ ਜਿਹੜਾ ਏਰੀਆ ਸਰਕਾਰ ਆਪਣੇ ਕਬਜ਼ੇ 'ਚ ਲੈ ਲੈਂਦੀ ਹੈ ਕਿਸੇ ਨੂੰ ਅਲਾਟ ਕਰਨ ਦੀ ਖਾਤਰ, ਉਹਨੂੰ ਆਪਾਂ ਸਰਪਲਸ ਏਰੀਆ ਕਹਿੰਦੇ ਹਾਂ, ਠੀਕ ਹੈ ਜੀ। ਅੱਗੇ ਸੈਕਸ਼ਨ ਬਾਰੇ ਆਪਾਂ ਦੇਖ ਲਾਂਗੇ ਵੀ ਕਿੱਥੇ ਫਰਕ ਹੈਗਾ, ਪਰ ਸਰਪਲਸ ਏਰੀਆ ਦੀ ਡੈਫੀਨੇਸ਼ਨ ਇਹੀ ਹੈ, ਜਿਹੜਾ ਜ਼ਮੀਨ ਓਵਰ ਐਨ ਐਕਸੈਸ ਫਰੋਮ ਦਾ ਪਰਮਿਸਿਬਲ ਏਰੀਆ, ਦੈਟ ਏਰੀਆ ਇਜ਼ ਕਾਲਡ ਦਾ ਸਰਪਲਸ ਏਰੀਆ। ਨੈਕਸਟ ਆਪਾਂ ਟੇਨੈਂਟ ਦੀ ਗੱਲ ਕਰਦੇ ਸੀਗੇ। ਟੇਨੈਂਟ ਹੈਜ਼ ਦਾ ਮੀਨਿੰਗ ਅਸਾਈਨਡ ਪੰਜਾਬ ਟੈਨੈਂਸੀ ਐਕਟ ਦੇ ਵਿੱਚ ਇਹਦਾ ਮੀਨਿੰਗ ਦਿੱਤਾ ਗਿਆ ਹੈ, ਪਰ ਆਪਾਂ ਫਿਰ ਵੀ ਗੱਲ ਕਰਦੇ ਹਾਂ। ਟੇਨੈਂਟ ਬਾਰ-ਬਾਰ ਆਉਂਦਾ, ਆਪਾਂ ਕਿੰਨੀ ਵਾਰੀ ਪੜ੍ਹ ਚੁੱਕੇ ਹਾਂ। ਟੇਨੈਂਟ ਹੂ ਇਜ਼ the person who pays the rent to the landowner in lieu of that land in possession for the cultivation। ਆਪਦੇ ਕਿਸੇ ਮਾਲਕ ਦੀ ਜ਼ਮੀਨ ਨੂੰ ਜਦੋਂ ਕੋਈ ਬੰਦਾ ਵਾਹਣ ਦੇ ਮਕਸਦ ਲਈ ਵਾਹ ਕੇ ਵਾਹੁੰਦਾ ਹੈ ਤੇ ਉਹਨੂੰ ਕੋਈ ਰੈਂਟ ਅਦਾ ਕਰਦਾ ਹੈ, ਉਸ ਨੂੰ ਅਸੀਂ ਟੇਨੈਂਟ ਕਹਿੰਦੇ ਹਾਂ, ਠੀਕ ਹੈ ਜੀ। ਸਬ ਟੇਨੈਂਟ ਵੀ ਹੋ ਸਕਦਾ ਹੈ, ਇਨਕਲੂਡ ਸਬ ਟੇਨੈਂਟ, ਮਤਲਬ ਕਿ ਟੇਨੈਂਟ ਨੇ ਅੱਗੇ ਫਰਦਰ ਕਿਸੇ ਵਾਹਣ ਲਈ ਦੇਤੀ, ਉਹ ਸਬ ਟੇਨੈਂਟ ਵੀ। ਸੈਲਫ ਕਲਟੀਵੇਟਿੰਗ ਲੈਸੀ ਵੀ ਹੋ ਸਕਦਾ ਹੈ, ਬਟ ਸ਼ੈਲ ਨਾਟ ਇਨਕਲੂਡ ਪ੍ਰੈਜ਼ੈਂਟ ਹੋਲਡਰ ਐਜ਼ ਡਿਫਾਈਨਡ ਇਨ ਕਲੌਜ਼ F of 2 ਈਸਟ ਪੰਜਾਬ ਡਿਸਪਲੇਸਡ ਪਰਸਨਸ। ਨੈਕਸਟ ਆ ਗਿਆ ਜੀ ਆਲ ਅਦਰ ਵਰਡਸ ਐਂਡ ਐਕਸਪ੍ਰੈਸ਼ਨਸ ਯੂਜ਼ਡ ਹੀਅਰਿਨ ਐਂਡ ਨਾਟ ਡਿਫਾਈਨਡ ਬਟ ਡਿਫਾਈਨਡ ਇਨ ਪੈਪਸ। ਉਹ ਕਹਿੰਦਾ ਕੁਝ ਵਰਡ ਜਿਹੜੇ ਕਿ ਇਹਦੇ ਵਿੱਚ ਨਹੀਂ ਦਿੱਤੇ ਗਏ ਇਸ ਐਕਟ ਦੇ ਵਿੱਚ, ਜੇ ਕੋਈ ਇੱਥੇ ਗਏ ਨੇ 17 ਦੀ ਗੱਲ ਖਤਮ ਕਰ ਦਿੱਤੀ ਵੀ ਜੇ ਕੋਈ ਵਰਡ ਐਸਾ ਹੈਗਾ ਸਾਨੂੰ ਉਹਦੀ ਲੋੜ ਪੈ ਗਈ ਪਰ ਇਸ ਐਕਟ ਦੇ ਵਿੱਚ ਕਿਤੇ ਨਹੀਂ ਦਿੱਤਾ ਗਿਆ ਤਾਂ ਪੰਜਾਬ ਟੈਨੈਂਸੀ ਐਕਟ ਲਾਗੂ ਹੋਏਗਾ, ਠੀਕ ਹੈ ਜੀ। ਉਹਦੇ ਜਿਹੜੇ ਵਰਡ ਨੇ ਉਹ ਯੂਜ਼ ਕੀਤੇ ਜਾਣਗੇ, ਜਿਵੇਂ ਕਿ ਤੁਸੀਂ ਸਾਰਿਆਂ ਨੇ ਆਫੀਸਰ ਬਣਨਾ ਹੈ, ਠੀਕ ਹੈ। ਆਫੀਸਰ ਬਣ ਕੇ ਤੁਸੀਂ ਜਦੋਂ ਲੈਂਡ ਰੈਵਨਿਊ ਐਕਟ ਦੇ ਅਧੀਨ ਕੰਮ ਕਰਨਾ ਹੈ ਐਜ਼ ਏ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਜਾਂ ਸੈਕੰਡ ਗ੍ਰੇਡ, ਜਿੱਥੇ ਕਿਤੇ ਲੈਂਡ ਰੈਵਨਿਊ ਐਕਟ ਦੇ ਵਿੱਚ ਤੁਹਾਨੂੰ ਕੰਮ ਕਰਦੇ ਦੌਰਾਨ ਕੋਈ ਵਰਡਸ ਦੀ ਕੋਈ ਜ਼ਰੂਰਤ ਪੈ ਗਈ, ਉਹ ਪਰ ਤੁਹਾਡੇ ਲੈਟਰ ਦੇ ਵਿੱਚ ਪ੍ਰੋਵਾਈਡ ਨਹੀਂ ਹੈਗਾ, ਤਾਂ ਤੁਹਾਡੇ ਐਕਟ ਦੇ ਵਿੱਚ ਅਸੀਂ ਪੜਾਂਗੇ ਜਾਂ ਪੜ੍ਹ ਚੁੱਕੇ ਹੋਵਾਂਗੇ ਤਾਂ ਉੱਥੇ ਇੱਕ ਕਲੌਜ਼ ਦਿੱਤੀ ਗਈ ਹੈ ਵੀ ਬਾਕੀ ਸ਼ਰਤਾਂ ਜੇ ਤੁਹਾਡੇ ਐਕਟ ਦੇ ਵਿੱਚ ਲਾਗੂ ਨਹੀਂ ਹੈਗੀਆਂ ਤਾਂ ਜਦੋਂ ਤੁਸੀਂ ਪ੍ਰੋਸੀਡਿੰਗ ਐਜ਼ ਏ ਕੋਰਟ ਵਰਕ ਕਰਨਾ ਹੈ ਤਾਂ ਬਾਕੀ ਜੇ ਕੋਈ ਸ਼ਰਤ ਕਿਸੇ ਤਰ੍ਹਾਂ ਦੀ ਕੋਈ ਰਹਿ ਗਈ ਇਸ ਐਕਟ ਦੇ ਵਿੱਚ ਤਾਂ ਉਹ ਫਰਦਰ CPC ਲਾਗੂ ਹੋ ਜਾਂਦੀ ਹੈ, CPC ਦੇ ਅਧੀਨ ਤੁਸੀਂ ਕੰਮ ਕਰਨਾ ਹੁੰਦਾ ਹੈ, ਠੀਕ ਹੈ ਜੀ। ਇਹਦੇ ਨਾਲ ਹੀ ਅੱਜ ਦਾ ਜਿਹੜਾ ਲੈਕਚਰ ਹੈ ਜੀ ਉਹ ਸਾਡਾ ਪੂਰਾ ਹੋ ਜਾਂਦਾ ਹੈ। ਸਰ ਜੀ ਸਰ, ਜਿਹੜੀ ਕਲੈਕਟਰ ਦੀ ਡੈਫੀਨੇਸ਼ਨ ਸੈਕਸ਼ਨ 6 ਚ ਆ, ਹਾਂਜੀ, ਉਹਦੀ ਜਿਹੜੀ ਸਬ ਸੈਕਸ਼ਨ 1 ਤੋਂ 5 ਪੰਜੇ ਹੀ ਲਿਖਣੀਆਂ ਪੈਣਗੀਆਂ। ਤੁਸੀਂ ਨੰਬਰ ਦੇਖੇ ਨੇ ਕੁਐਸਚਨ ਕਿੰਨੇ ਨੰਬਰ ਦਾ ਹੈ। ਕਲੈਕਟਰ ਦੀਆਂ 5 ਤਾਂ ਸੈਕਸ਼ਨਾਂ ਹੈ ਨਹੀਂ ਗੀਆਂ, ਉਹ ਤਾਂ ਅੱਗੇ ਦੱਸਿਆ ਗਿਆ ਅਸਿਸਟੈਂਟ ਕਲੈਕਟਰ ਬਾਰੇ ਦੱਸਿਆ ਗਿਆ ਕੌਣ ਹੁੰਦਾ ਹੈ, ਜਾਂ ਅੱਗੇ ਐਗਜ਼ੈਕਟਿਵ ਮੈਜਿਸਟ੍ਰੇਟ ਦੀਆਂ ਪਾਵਰਾਂ ਜਿਹਨੂੰ ਦਿੱਤੀਆਂ ਜਾਂਦੀਆਂ ਨੇ ਕੌਣ ਹੁੰਦਾ ਹੈ। ਪਰ ਉਹਦੀ ਸਬ ਸੈਕਸ਼ਨ 2 ਡਿਪਟੀ ਕਮਿਸ਼ਨਰ ਦੀ ਕਲੈਕਟਰ ਯਾਰ ਇੱਕ ਇੱਕ ਜਣਾ ਬੋਲੋ।
ਸਰ ਪੁੱਛ ਸਕਦੇ ਜੀ। ਇੱਕ ਕੁਐਸਚਨ ਜੀ? हाँ जी हाँ पूछो जी पूछो। ਜਿਹੜੇ ਆਕੂਪੈਂਸੀ ਟੈਨੈਂਟ ਹੈਗੇ ਫਿਰ ਉਹਨਾਂ ਨੂੰ ਲੈਂਡ ਓਨਰ ਦੇ ਵਿੱਚ ਇਨਕਲੂਡ ਕਰਾਂਗੇ? ਕਿਹੜੇ ਜੀ? ਆਕੂਪੈਂਸੀ ਟੈਨੈਂਟ। ਆਕੂਪੈਂਸੀ ਟੈਨੈਂਟ, ਆਕੂਪੈਂਸੀ ਜਿਹੜੇ ਟੈਨੈਂਟ ਹੁੰਦੇ ਨੇ ਉਹਨਾਂ ਕੋਲੇ ਪ੍ਰੋਪਰਾਈਟਰੀ ਰਾਈਟਸ ਹੁੰਦੇ ਨੇ। ਪ੍ਰੋਪਰਾਈਟਰੀ ਮੈਂ ਰਾਈਟ ਇਹੀ ਪੁੱਛਿਆ ਸਰ ਉਹਨਾਂ ਨੂੰ ਲੈਂਡ ਓਨਰ ਚ ਲੈਂਡ ਓਨਰ include ਚ ਕਰਨਾ ਯੂਜ਼ ਕਰਾਂਗੇ। हाँ जी हाँ ਆਕੂਪੈਂਸੀ ਟੈਨੈਂਟ ਵੀ ਆਪਦੀ ਜਿਹੜੀ ਹੈਗੀ ਹੈ ਪਾਰਟੀਸ਼ਨ ਕਰਵਾ ਸਕਦਾ ਹੈ ਲੈਂਡ ਦੀ। ਉਹਨੂੰ ਅਸੀਂ ਆਕੂਪੈਂਸੀ ਟੈਨੈਂਟ ਨੂੰ ਅਸੀਂ ਓਨਰ ਪ੍ਰਜ਼ੂਮ ਕਰਨਾ ਹੈ, ਲੈਂਡ ਓਨਰ ਇਜ਼ ਨਾਟ ਦਾ ਟੈਨੈਂਟ। Right. ਆਪਾਂ ਜਿਹੜੇ ਲੈਕਚਰ ਚ ਪਹਿਲਾਂ ਵੀ ਗੱਲ ਕਰੀ ਹੈ, ਉਹ ਲੈਂਡ ਓਨਰ ਹੁੰਦੇ ਆ ਆਕੂਪੈਂਸੀ। ਇੱਕ ਦੱਸੋ ਜਿਹੜਾ 30 60 ਦਾ 50 100 ਦਾ ਫਾਰਮੂਲਾ ਹੈਗਾ, ਹਾਂ ਉਹਦੇ ਵਿੱਚ ਜਿਹੜੀ ਬਾਗ ਵਾਲੀ ਜ਼ਮੀਨ ਆ ਉਹ ਇਨਕਲੂਡ ਕਰਨਗੇ ਐਕਸਕਲੂਡ ਹੋਣੀ ਹੈ? ਜਿਹੜੀ ਬਾਗ ਵਾਲੀ ਜ਼ਮੀਨ ਹੈ, ਜਿਹੜੇ ਹੁਣ ਆਪਾਂ ਗੱਲ ਜਿੱਦਾਂ ਕਰ ਰਹੇ 50 ਜਾਂ ਹਾਂ 100 ਆ ਗਿਆ ਕਿਸੇ ਨੂੰ ਏਕੜ, ਜਾਂ 30 ਜਾਂ 60 ਆ ਗਿਆ, ਦੋਨਾਂ ਦੀ ਡੈਫੀਨੇਸ਼ਨ ਚ ਹਾਂ। ਲੈਂਡ ਜੇ ਜਿੱਦਾਂ ਵੀ ਲੈ ਲਿਆ, ਠੀਕ ਹੈ ਨਾ ਦੇਖੋ, ਜੀ? ਜਿਹੜੀ ਉਸ ਤੋਂ ਬਾਅਦ ਤਾਂ- ਇੱਕ ਬੰਦੇ ਨੇ ਬਾਗ ਲਗਾਇਆ, ਉਹ ਬਾਗ 50 100 30 60 ਵਾਲੇ ਅੰਦਰ ਲੈਣਾ ਕਿ ਬਾਹਰ ਰੱਖਣਾ ਉਹਨੂੰ, ਇਹ ਪੁੱਛਿਆ। ਜਿਹੜੇ ਤਾਂ ਪਹਿਲੇ ਐਕਟ ਸੀਗੇ ਪੈਪਸੂ ਐਕਟ ਤੇ ਪੰਜਾਬ ਐਕਟ, ਉਹਨਾਂ ਦੇ ਵਿੱਚ ਜਿਹੜਾ ਬਾਗ ਦਾ ਏਰੀਆ ਸੀਗਾ ਐਗਜ਼ੈਂਪਟ ਕੀਤਾ ਗਿਆ ਸੀਗਾ, ਉਹ ਵਿੱਚ ਹੀ ਨਹੀਂ ਸੀ ਆਂਦਾ। ਠੀਕ ਹੈ ਲੈਂਡ ਸਰ, ਸੀਲਿੰਗ ਦੇ ਵਿੱਚ ਨਹੀਂ ਸੀ ਆਂਦਾ, ਉਹਨੂੰ ਐਕਸਕਲੂਡ ਕੀਤਾ ਗਿਆ ਸੀਗਾ ਜਿਹੜੇ ਪਹਿਲੇ ਐਕਟ Done. ਸੀਗੇ। ਪਰ ਜਿਹੜਾ ਨਵਾਂ ਐਕਟ ਬਣ ਗਿਆ ਇਹਦੇ ਵਿੱਚ ਨਹੀਂ ਕੋਈ ਐਕਸ਼ਨ ਦਿੱਤੀ ਗਈ ਇਦਾਂ ਦੀ ਬਾਗ ਨੂੰ, ਇਹ ਵਿੱਚ ਆਏਗਾ। ਇੱਕ ਪਹਿਲਾਂ Right, ਆਂਦਾ, sir. ਪਹਿਲਾਂ ਵਿੱਚ ਨਹੀਂ ਸੀ ਆਂਦਾ ਪਰ ਹੁਣ ਵਿੱਚ ਆਏਗਾ। ਸਰ ਇੱਕ ਕੁਐਸਚਨ ਛੋਟਾ ਜਿਹਾ ਹੋ ਹਾਂ, ਗਿਆ ਹਾਂ, ਵੀ ਇਹ ਜਿਹੜਾ ਇੱਥੇ ਲਿਖਿਆ ਕਿ ਪ੍ਰੈਜ਼ੀਡੈਂਟ ਨੇ ਇਹਨੂੰ ਪਾਸ ਕੀਤਾ, ਹਾਂ ਵਿਧਾਨ ਸਭਾ ਦਾ ਜਿਹੜਾ ਕੋਈ ਵੀ ਜਿਹੜਾ ਫਿਰ ਗਵਰਨਰ ਪਾਸ ਕਰਦਾ ਉਹਨੂੰ ਵੀ ਅਸੀਂ ਪ੍ਰੈਜ਼ੀਡੈਂਟ ਦੇ ਨਾਂ ਤੇ ਲਿਖਦੇ ਹਾਂ? ਜਾਰੀ ਕਰਦੇ ਹਾਂ। ਹਾਂ ਬਿਲਕੁਲ, ਉੱਥੇ ਕੋਈ ਪਾਵਰਸ ਜਿਹੜੀਆਂ ਗਵਰਨਰ ਕੋਲ ਉਹਦਾ ਹੁੰਦੀਆਂ ਨੇ, ਗਵਰਨਰ ਦੇ ਕੋਲ ਹੈ, ਸਾਰੇ ਦਾ ਪ੍ਰੈਜ਼ੀਡੈਂਟ ਕੋਲ ਬਿਲ ਨਹੀਂ ਜਾਂਦੇ। ਜਿਹੜੇ ਜਾਂਦੀ ਨਹੀਂ, ਇਨਫੈਕਟ ਨਹੀਂ ਜਾਂਦੀ, ਜਿਹੜੀਆਂ ਪਾਵਰਸ ਨੇ ਨਾ ਉਹ ਪ੍ਰੈਜ਼ੀਡੈਂਟ ਦੀਆਂ ਪਾਵਰਸ ਗਵਰਨਰ ਵੱਲੋਂ ਯੂਜ਼ ਕੀਤੀਆਂ ਜਾਂਦੀਆਂ ਨੇ। ਰਾਈਟ ਸਰ, ਥੈਂਕ ਜਿਹੜੇ ਯੂ। ਸਟੇਟ ਜਿੰਨੀਆਂ ਵੀ ਸੀਟਾਂ ਦੇ ਰੂਲ ਪਾਸ ਹੁੰਦੇ ਨੇ ਉਹ ਪ੍ਰੈਜ਼ੀਡੈਂਟ ਕੋਲੇ ਨਹੀਂ ਜਾਂਦੇ, ਉਹ ਸਟੇਟ ਕੋਲ ਹੀ ਰਹਿ ਜਾਂਦੇ। ਸਟੇਟ ਦੇ ਗਵਰਨਰ ਜਿਹੜਾ ਹੁੰਦਾ ਹੈ ਇਹਦਾ, ਉਹ ਵਿਦ ਦਾ ਪਾਵਰਸ ਆਫ ਪ੍ਰੈਜ਼ੀਡੈਂਟ ਹੀ ਜਿਹੜਾ ਹੈਗਾ ਕੰਸੈਂਟ ਆਪਣੀ ਦਿੰਦਾ ਹੈ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਤੇ ਅੱਜ ਦੀ ਕਲਾਸ ਹੈ ਜੀ, ਕਲਾਸ ਇਜ਼ ਓਵਰ। ਥੈਂਕ ਯੂ ਵੈਰੀ ਮਚ।